ਵੀ ਹੈਡ ਸੱਚ ਅ ਕ੍ਰਸ਼ ਔਨ ਯੂ। ਅਸੀਂ ਆਪਣੀ ਮੰਮੀ ਨੂੰ ਕਿਹਾ ਸੀ ਪੂਨਮ ਢਿੱਲੋਂ ਜਿਸ ਤਰ੍ਹਾਂ ਕੁੜੀ ਚਾਹੀਦੀ ਹੈ ਮੈਨੂੰ। ਮੈਂ ਕਿਹਾ ਤੁਸੀਂ ਕੋਈ ਮੈਨੂੰ ਕੋਈ ਨਹੀਂ ਮਿਲਿਆ ਉਸ ਵਕਤ। ਇਹ ਝੂਠ ਬੋਲੇ ਨਹੀਂ, ਬਹੁਤ ਮਿਲੇ ਸਨ। ਬਿਲਕੁਲ ਨਹੀਂ। ਇਹ ਵਾਲੀ ਫਿਲਮ ਸੀ ਪੂਨਮ जिस ते अन्नू मलिक पहली बार उन्हें ब्रेक मिले। मेरी नई गाड़ी थी उन डेज में, आई रिमेंबर, एंड आते ही जस्ट हियर व्हाट अ सॉन्ग है। तो आज के ज़माने च गल चलती नहीं गई, लेकिन बुजुर्ग पुराने ज़माने च सही कहते सन कि कुड़ी सोहनी होए ते घर लुका के रखो। तुसीं देखिया ना, ये सोहनी कुड़ी सी तो ये स्ट्रगल करने, इन्हें स्ट्रगल की लोड़ ही नहीं सी। देखो जी, ਜਿਹੜੇ ਰਾਜ ਬੱਬਰ ਸਾਹਿਬ ਐਕਟਰ ਹੈਗੇ ਨੇ ਸਾਡੀ ਫਿਲਮ ਇੰਡਸਟਰੀ ਬਾਲੀਵੁੱਡ ਦੇ, ਉਹ ਮੇਰੇ ਹੀ ਦੌਰ ਦੇ ਮਤਲਬ ਐਕਟਰ ਰਹੇ ਨੇ ਔਰ ਬਹੁਤ ਹੀ ਬਿਹਤਰੀਨ ਅਦਾਕਾਰ ਰਹੇ ਨੇ। ਔਰ ਉਹਨਾਂ ਦੀ ਮੈਂ ਫਿਲਮਾਂ ਇੱਕ मूवी आई सी जी इंसाफ का तराजू, बहुत ज़बरदस्त रोल सीगा। राज बब्बर की मुझे मूवी पसंद है संसार, जो मैंने देखी थी रेखा के साथ, तो बहुत ही अच्छी मूवी थी। मतलब फैमिली के ऊपर उन्होंने बहुत ही अच्छी मूवी बनाई है। बड़े अच्छे एक्टर हैं और मतलब क्या बोलूँ, उनकी फिल्म वो जो होठों से छू लो तुम फेमस है, जो वो सबसे अच्छी मतलब मुझे लगता है गाना। हाँ, अभी उनकी आई थिंक एक सीरीज़ भी आई है, वो भी बहुत अच्छी है। पुरानी मतलब सिचुएशंस को लेके उन्होंने बहुत अच्छी सीरीज़ बना रखी है, जिसमें उनकी बेटी होती है, वो टीवी एंकर है शायद न्यूज़ चैनल पे, तो बहुत ही अच्छा मतलब उसमें उन्होंने किरदार निभाया है उसमें भी। और तो संसार आई थिंक रेखा जी के साथ है ना, वो बड़ी अच्छी मूवी की है उन्होंने। ਤੇ ਬਹੁਤ ਹੀ ਮੈਂ ਉਹਨਾਂ ਦੇ ਇੱਕ ਦੋ ਚੀਜ਼ਾਂ ਬੜੀਆਂ ਪੁੱਛੀਆਂ ਨੇ, ਮਤਲਬ ਟੀਵੀ ਤੇ ਉਹਨਾਂ ਦੇ ਡਿਬੇਟਸ ਵੀ ਦੇਖੇ ਨੇ, ਤੇ ਬੜਾ ਦਮਖਮ ਨਾਲ ਬੜਾ ਆਪਣੇ ਦਬਦਬੇ ਨਾਲ ਕੋਈ ਗੱਲ ਨੂੰ ਮਨਾਉਂਦੇ ਨੇ। ਕਹਿੰਦੇ ਆ ਜਿਹੜਾ ਸਟਾਈਲ ਅੰਦਾਜ਼ੇ ਬਿਆਨ ਜਿਹੜਾ ਉਹਨਾਂ ਦਾ ਹੈ ਨਾ ਜੀ, ਉਹ ਮੇਰਾ ਖਿਆਲ ਬਹੁਤ ਘੱਟ ਲੋਕਾਂ 'ਚ ਮਿਲਦਾ ਹੈ, ਜਿਹੜਾ ਕਿ ਮੈਂ ਰਾਜ ਬੱਬਰ ਸਾਹਿਬ ਦੇ ਵਿੱਚ ਦੇਖਿਆ ਹੈ। ਪੰਜਾਬੀ ਫਿਲਮਾਂ 'ਚ ਵੀ ਬਹੁਤ ਯੋਗਦਾਨ ਆ ਉਹਨਾਂ ਦਾ, ਮੜੀ ਦਾ ਦੀਵਾ, ਉਦਮ ਸਿੰਘ, ਤੇ ਅਦਰਵਾਈਜ਼ ਹਿੰਦੀ ਸਿਨੇਮਾ 'ਚ ਤਾਂ ਖੈਰ ਉਹਨਾਂ ਦਾ ਮੁਕਾਬਲਾ ਹੀ ਨਹੀਂ ਹੈ, ਚਾਹੇ ਉਹ ਆਰਟ ਸਿਨੇਮਾ ਹੋਏ, ਪੈਰਲਲ ਹੋਏ ਜਾਂ ਮੇਨ ਸਟਰੀਮ, ਜਿਹੜਾ ਵੀ ਮਤਲਬ ਹੈਗਾ ਉਹਨਾਂ ਦਾ। ਪੈਕਿਊਲਰ ਚੀਜ਼ਾਂ ਦੇਖੋ ਜੀ, ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੈ ਅਕੋਰਡਿੰਗ ਟੂ ਐਕਟ, ਅਕੋਰਡਿੰਗ ਟੂ ਦਾ ਕਰੈਕਟਰ, ਉਹ ਬੜੀ ਜਲਦੀ ਢਲਦੇ ਆ, ਬਹੁਤ ਨੈਚੁਰਲ ਜੀ, ਬਹੁਤ ਉਹਨਾਂ ਦੀ ਜਿਹੜੀ ਐਕਟਿੰਗ 'ਚ ਹੈ ਉਹ ਬੇਸਿਕਲੀ ਸਪੌਂਟੈਨਿਟੀ ਹੈ। ਰਾਜ ਬੱਬਰ ਜੀ ਤੇ ਪੂਨਮ ਢਿੱਲੋਂ ਜੀ ਦੋਨੇ ਬੜੇ ਸੋਹਣੇ ਐਕਟਰ ਨੇ, ਬੜੇ ਸੋਹਣੀ ਉਹਨਾਂ ਨੇ ਪਹਿਲਾਂ ਐਕਟਿੰਗ ਕੀਤੀ ਹੈ, ਪਹਿਲਾਂ ਵੀ ਪੰਜਾਬੀ ਵਿੱਚ ਫਿਲਮਾਂ 'ਚ ਆਏ ਨੇ ਉਹ, ਤੇ ਹੁਣ ਵੀ ਕਰ ਰਹੇ ਨੇ। ਇਹ ਵੀ ਉਹਨਾਂ ਦੇ ਪੰਜਾਬੀ ਹੋਣ ਦਾ ਮਾਣ ਹੈ ਉਹਨਾਂ ਨੂੰ। पूनम तो ब्यूटी ऑफ चंडीगढ़ ऑब्वियसली है ना, तो सभी उनको वैसे ही पसंद करते हैं बहुत ज़्यादा। ਸਟਾਰਟਿੰਗ ਹੋਈ ਸੀ ਜਿਸ ਟਾਈਮ ਮੈਂ ਫਸਟ ਮੂਵੀ ਦੇਖੀ ਸੀ, ਨੂਰੀ ਸੀਗੀ ਫਾਰੂਕ ਸ਼ੇਖ ਦੇ ਨਾਲ। ਤਦ ਤੋਂ ਮੈਂ ਪੂਨਮ ਢਿੱਲੋਂ ਜੀ ਨੂੰ ਦੇਖਦਾ ਆ ਰਿਹਾ, ਹਿੰਦੀ ਐਜ਼ ਵੈਲ ਐਜ਼ ਪੰਜਾਬੀ ਸਿਨੇਮਾ 'ਚ ਵੀ ਉਹਨਾਂ ਨੇ ਕੰਮ ਕੀਤਾ ਹੈ, ਡੇਲੀ ਸੋਪਸ 'ਚ ਬਹੁਤ ਕੰਮ ਕੀਤਾ ਹੈ, ਔਰ ਕਾਫੀ ਟਾਈਮ ਤੋਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਗਰੋ ਕੀਤਾ ਔਰ ਇਸ ਏਜ ਫੈਕਟਰ ਤੱਕ ਪਹੁੰਚੇ ਹਾਂ ਅਸੀਂ। ਪੂਨਮ ਢਿੱਲੋਂ ਜੀ ਦਾ ਜਿਹੜਾ ਕੰਟਰੀਬਿਊਸ਼ਨ ਹੈ ਇੰਡੀਅਨ ਸਿਨੇਮਾ 'ਚ, ਉਹ ਮਾਰਵਲਸ ਹੈ, ਚਾਹੇ ਉਹ ਇੱਕ ਵਾਈਫ ਦਾ ਰੋਲ ਹੋਵੇ, ਇੱਕ ਲਵਰ ਦਾ ਰੋਲ ਹੋਵੇ ਜਾਂ ਵੱਡੀ ਭਰਜਾਈ ਦਾ ਰੋਲ ਹੋਵੇ, ਕਿਸੇ ਵੀ ਰੋਲ ਨੂੰ ਉਹਨਾਂ ਨੇ ਬਾਖੂਬੀ ਨਿਭਾਇਆ। त्रिशूल है शायद उनकी फिल्म में, स्टार्टिंग में शायद स्टार्टिंग की थी उन्होंने शायद त्रिशूल से, अच्छी वो है। और नूरी होगी फेमस, तो देखी हुई है वो मूवी भी मैंने। पूनम जी की तो बहुत फिल्में देखी हैं, बहुत ज़्यादा। ਦੇਖੋ ਜੀ, ਮਾਣ ਵਾਲੀ ਗੱਲ ਤਾਂ ਆਪੇ ਹੀ ਹੈ, ਕਿਉਂਕਿ ਸਾਡੇ ਸ਼ਹਿਰ ਦੇ ਇੱਕ ਆਰਟਿਸਟ ਹੈ ਅੱਜ, ਮਤਲਬ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਜਾਣੀ ਜਾਂਦੀ ਹੈ, ਤੇ ਮਾਣ ਤਾਂ ਹੋਵੇਗਾ ਸਾਨੂੰ ਵੀ, ਸਾਡੇ ਸ਼ਹਿਰ ਦਾ ਵਸਿੰਦਾ ਜਿਹੜਾ ਹੈ ਉਹ ਇਸ ਲੈਵਲ 'ਤੇ ਪਹੁੰਚਿਆ ਹੋਇਆ। आई थिंक तू है यही एक गाना है ना, तू है यही जिसने तुझे अपना कहा, कुछ ऐसे वो वाली, टीना मुनिम के साथ है वो, शायद ऋषि कपूर के साथ है। बहुत अच्छी फिल्में करी है उन्होंने, वो तो फेमस पूरे बहुत ज़्यादा। पूनम जी की एक वो अनिल कपूर के साथ है ना, कसम, आई थिंक कसम, वो मैंने देखी, बहुत अच्छा उसमें रोल वगैरह किया उन्होंने। ਅਸੀਂ ਇਹੀ ਚਾਹੁੰਦੇ ਹਾਂ ਕਿ ਦਿਨ ਬ ਦਿਨ ਤਰੱਕੀ ਕਰਨ, ਉਹਨਾਂ ਨੂੰ ਦੇਖ ਕੇ ਯੰਗਸਟਰਸ ਹੋਰ ਸਿੱਖਣ। ਜਿਵੇਂ ਤੁਸੀਂ ਕਿਹਾ, ਇੱਕ ਤਾਂ ਨਾਮ ਜਿਹੜਾ ਸੋ ਦੱਸਿਆ ਮੈਨੂੰ ਤੁਸੀਂ ਵੀ ਉਮਰਾਂ 'ਚ ਕੀ ਰੱਖਿਆ, ਇੱਕ ਨਵੀਂ ਫਿਲਮ ਆ ਰਹੀ ਉਹਨਾਂ ਦੀ, ਤੇ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਅਦਾਕਾਰੀ ਰਹੀ ਹੈ, ਬਹੁਤ ਵਿਸ਼ਵਾਸ ਹੈ ਕਿ ਬੜੀ ਬਖੂਬੀ ਨਿਭਾਉਣਗੇ ਆਪਣਾ ਰੋਲ, ਬਹੁਤ ਬਿਹਤਰੀਨ, ਔਰ ਲੋਕ ਜਿਹੜੇ ਮਾਸੇਜ਼ ਹੈ ਪਸੰਦ ਕਰਨਗੇ ਇਸ ਫਿਲਮ ਨੂੰ। ਦੇਖੋ ਜੀ, ਐਜ਼ ਫਾਰ ਐਜ਼ ਲੋਕ ਕਹਿੰਦੇ ਨੇ ਜੀ ਇਸ ਉਮਰ 'ਚ ਕੁਛ ਨਹੀਂ ਰੱਖਿਆ, ਬੰਦਾ ਹੈ ਹੁਣ ਉਮਰ ਬਹੁਤ ਵੱਧ ਗਈ ਹੈ। ਪਿਆਰ ਦੀ ਕਦੀ ਕੋਈ ਉਮਰ ਨਹੀਂ ਹੁੰਦੀ, ਇਹ ਮੇਰਾ ਕਹਿਣ ਦਾ ਮਤਲਬ ਹੈ। ਪਿਆਰ ਕਦੇ ਵੀ ਮੇਰਾ ਖਿਆਲ ख़त्म नहीं होता अगर इंसान खुद चाहे, ਉਹਦੇ ਲਈ बड़ा जिंदा और ताविंदा रहना पैंदा है। प्यारे लाल जी, आप उनको पूरे इनोसेंटली से प्रपोज कीजिए, बिल्कुल प्यार से, और उसमें झूठ नहीं होना चाहिए कुछ भी, तो वो पक्का मान जाएंगी। मैं दसदा उस उम्र का बंदा है ना, ਹੁਣ ਜਦ ਅੱਗੇ ਆਊਗੀ
ਐਵੇਂ ਲੱਤ ਬਾਂਹ ਤੇ ਸੱਟ ਲੱਗਣ ਦਾ ਤਰੀਕਾ ਕਰਦੇ ਆ, ਅਗਲੀ ਪੁੱਛੂ ਜੀ ਠੀਕ ਠਾਕ ਹੈ, ਅਗਲੀ ਕਹਿੰਦੇ ਹਾਂ ਜੀ ਉਹ ਤਾਂ ਸੱਟ ਲੱਗੀ ਬਸ ਐਵੇਂ ਕਰਕੇ ਗੱਲ ਕਰ ਲਓ। ਫਿਰ ਉਹੀ ਇੰਡੀਅਨ ਕਾਫੀ ਹਾਊਸ ਬੈਠ ਜਾ, ਡੋਸਾ ਖਵਾ ਦਿੰਦੇ ਆ, ਇਡਲੀ ਖਵਾ ਦਿੰਦੇ ਆ, ਬਸ ਉੱਥੇ ਜਾ ਕੇ ਮਾੜੀ ਮਾੜੀ ਬੁਰਕੀ ਆ ਖਾ ਲੈ ਚੱਕ, ਤੇ ਜੇ ਲੱਗ ਗਈ ਸਾਫ਼ ਕਰਦੇ ਬਸ ਗੱਲ ਬਣ ਗਈ। ਜਾਓ ਜੀ ਪਿਆਰੇ ਲਾਲ ਜੀ, ਅਗਰ ਤੁਹਾਨੂੰ ਪੂਨਮ ਢਿੱਲੋਂ ਤੋਂ ਦਿਖ ਜਾਏ ਤਾਂ ਤੁਸੀਂ ਚੌਥੀ ਸੈਟਰ ਲਿਆਓ ਜੀ, ਤੁਹਾਨੂੰ ਪੰਜਾਬੀ ਦੇ ਗੋਲਗੱਪੇ ਖਿਲਾਵਾਂਗੇ ਔਰ ਨਾਲ ਚਿਕਨ ਵੀ ਖਿਲਾਵਾਂਗੇ ਜੀ, ਤੁਹਾਨੂੰ ਚਿੰਤਾ ਨਾ ਕਰੋ। ਆਓ ਤੁਹਾਡੀ ਗੱਲ ਪੱਕੀ ਬਣ ਜਾਏਗੀ, ਫਿਰ ਤੁਸੀਂ ਦੁਬਾਰਾ ਜਾ ਕੇ ਕਹਿ ਦੋਗੇ ਜੀ ਆਈ ਲਵ ਯੂ। ਪਿਆਰੇ ਲਾਲ ਜੀ ਨੂੰ ਮੈਂ ਕਹਾਂਗਾ ਕਿ ਉਹ ਇੰਨਾ ਹੀ ਮਤਲਬ ਉਹਨਾਂ ਨੂੰ ਪਸੰਦ ਕਰਦੇ ਨੇ ਔਰ ਲਾਈਕ ਕਰਦੇ ਨੇ, ਤਾਂ ਮੇਰੇ ਸਾਹਮਣੇ ਪੰਜਾਬੀ ਖੁਦ ਨੇ, ਮਤਲਬ ਮੈਂ ਵੀ ਪੰਜਾਬੀ ਹੈਗਾ ਜੀ, ਸਿੱਧਾ ਜਾ ਕੇ ਬੋਲੋ ਜੀ ਆਈ ਲਵ ਯੂ। ਕੁਛ ਤਾਂ ਹੋਊਗਾ ਹੁਣ, ਜੇ ਪਿੱਛੇ ਹਟ ਕੇ ਦੇਖੀ ਜਾਓਗੇ ਫਿਰ ਨਹੀਂ ਕੁਛ ਹੋਣਾ ਹੈਗਾ, ਕੀ ਪਤਾ ਹੋਰ ਪਿਆਰੇ ਲਾਲ ਆ ਜਾਏ, ਕੋਈ ਗੱਲ ਕਰਨੀ ਚਾਹੀਦੀ ਹੈ। ਬਈ ਮੇਰੇ ਵੱਲੋਂ ਬੈਸਟ ਵਿਸ਼ੇਸ ਇਹੀ ਨੇ ਕਿ ਬਹੁਤ ਵਧੀਆ ਜਾਏ ਉਹਨਾਂ ਦੀ ਫਿਲਮ, ਜਿੱਦਾਂ ਉਹਨਾਂ ਦਾ ਚੱਲਦਾ ਆ ਰਿਹਾ ਤੇ ਸਾਨੂੰ ਦੇਖਣ ਨੂੰ ਮਿਲੇ ਹੋਰ ਵਧੀਆ, ਤੇ ਅਸੀਂ ਵੀ ਉਸ ਤੋਂ ਇੰਸਪਾਇਰ ਹੋਈਏ। Definitely we'll be eager to watch the film and wish all the cast and crew a very good luck. Oh, wow, that's amazing. भाई बहुत अच्छा है भाई। ਸੋ ਇਹ ਨੇ ਤੁਹਾਡੇ ਫੈਨਸ ਜਿਨ੍ਹਾਂ ਦਾ ਪਿਆਰ ਜੋ ਤੁਹਾਡੇ ਲਈ ਹੈ ਉਹ ਪਿਛਲੇ 4 ਦਸ਼ਕਾਂ ਤੋਂ ਇੰਜ ਹੀ ਕਾਇਮ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ? थैंक यू, फर्स्ट तो थैंक यू कहेंगे ਅਸੀਂ ਬਹੁਤ ਬਹੁਤ ਸ਼ੁਕਰੀਆ ਫॉर ਦਿਸ ਵੰਡਰਫੁਲ ਕਮੈਂਟਸ ਰੀਅਲੀ ਐਂਡ ਆਈਡੀਆਜ਼ ਆਲਸੋ, ਹੈ ਨਾ? यस यस ਤੁਸੀਂ ਸਾਰੀ ਪਿਕਚਰ ਚ ਆਈ ਲਵ ਯੂ ਨਹੀਂ ਕਿਹਾ ਮੈਨੂੰ। मैं हुक्का मांगा बात ਤੁਸੀਂ ਕੀ ਕਹਿਣਾ ਚਾਹੋਗੇ ਰਾਜ ਜੀ? भाई दिस ट्रू कि जिस तरह पूनम जी ने किहा है, मतलब इस तरह ਦੀ ਜੇ ਇਹਨਾਂ ਦੇ ਰਿਐਕਸ਼ਨਸ ਜਿਹੜੇ ਨੇ ਸਾਡੇ ਬਾਰੇ ਜੋ ਕਮੈਂਟ ਦਿੱਤੇ ਨੇ ਇਹਨਾਂ ਨੇ, ਇਹ ਬੜਾ ਹੌਸਲਾ ਦਿੰਦੇ ਨੇ। ਹੌਸਲਾ ਦਿੰਦੇ ਨੇ, ਤੇ ਇਹ ਗੱਲ ਤਾਂ ਕਹਿਣੀ ਪਏਗੀ ਕਿ ਆਪਣਾ ਨਾਮ ਬਣਾਉਣਾ ਤੇ ਇੰਨੇ ਲੰਬੇ ਅਰਸੇ ਤੱਕ ਉਸ ਨਾਮ ਨੂੰ ਬਰਕਰਾਰ ਰੱਖਣਾ। You both are the legendary artists and I welcome you both to our show. ਸਭ ਪਤਾ ਹੈ। Thank you so much, but I give all the credits to my people, my audience, ਕਿ ਉਹਨਾਂ ਨੇ ਆਪਣੇ ਦਿਲਾਂ 'ਚ ਵਸਾ ਕੇ ਰੱਖਿਆ, ਨਹੀਂ ਤੇ ਸਾਡੀ ਕੀ ਔਕਾਤ ਹੈ। ਵੀ ਯਾਰ ਜੋ ਵੀ ਅਸੀਂ ਆ ਇਹਨਾਂ ਦੇ ਖਾਤੇ, ਇਹਨਾਂ ਦੇ ਕਰਕੇ ਆ, ਬਿਕੋਜ਼ ਦੇ ਲਾਈਕ ਅਸ, ਸਾਨੂੰ ਕੰਮ ਮਿਲ ਜਾਂਦਾ। ਜਿਸ ਦਿਨ ਲਾਈਕ ਕਰਨਾ ਬੰਦ ਕਰਨਾ, ਸਾਨੂੰ ਕੌਣ ਕੰਮ ਦੇਗਾ? ਅੱਜ ਇਹ ਮੌਕਾ ਹੈ ਸਭ ਨੂੰ ਥੈਂਕ ਯੂ ਕਹਿਣ ਦਾ। ਥੈਂਕ ਯੂ, ਇੰਨੇ ਸਾਲਾਂ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਥੈਂਕਸ ਟੂ ਯੂ ਬੋਥ ਜਿਨ੍ਹਾਂ ਨੇ ਸਾਨੂੰ ਇੰਨੀ ਸੋਹਣੀਆਂ ਫਿਲਮਾਂ ਦਿੱਤੀਆਂ। ਐਂਡ ਮੈਂ ਨਾ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਤੁਹਾਡੇ ਦੋਵਾਂ 'ਚ ਨਾ ਬਹੁਤ ਸਾਰੀ ਸਿਮਿਲੈਰਿਟੀਜ਼ ਨੇ। ਹੁਣ ਮੈਨੂੰ ਪੁੱਛੋ ਕਿਵੇਂ? ਕਿਵੇਂ ਬਈ, ਕਿਵੇਂ? ਅਸੀਂ ਦੋਨੋਂ ਪੰਜਾਬੀ ਹਾਂ। ਤੁਸੀਂ ਦੋਵੇਂ, ਤੁਹਾਡੇ ਦੋਵਾਂ ਦਾ ਜਨਮ ਜੋ ਹੈ ਉਹ ਯੂਪੀ 'ਚ ਹੋਇਆ, ਰਾਈਟ? ਐਂਡ ਤੁਸੀਂ ਦੋਵਾਂ ਨੇ ਥੀਏਟਰ ਕੀਤਾ ਹੋਇਆ ਹੈ, ਤੁਸੀਂ ਦੋਵਾਂ ਨੇ ਵੱਖ-ਵੱਖ ਲੈਂਗੁਏਜਸ 'ਚ ਫਿਲਮਾਂ ਕੀਤੀਆਂ ਹੋਈਆਂ ਨੇ, ਤੁਹਾਡੇ ਦੋਵਾਂ ਦਾ ਪੋਲੀਟੀਕਲ ਕੈਰੀਅਰ ਹੈ। ਓਹੋ, ਤੁਸੀਂ ਬੜਾ ਹੋਮਵਰਕ ਕਰਕੇ ਆਏ ਹੋ। ਤਿਆਰੀ ਸੇ ਆਏ ਹੋ। ਤੇ ਹੁਣ ਮੈਨੂੰ ਆ ਗੱਲ ਦੱਸੋ ਕਿ ਤੁਸੀਂ ਇੱਕ ਦੂਜੇ ਨੂੰ ਕਾਪੀ ਕਰ ਰਹੇ ਹੋ ਜਾਂ ਕੋਇਨਸੀਡੈਂਸ ਹੈ? ਨਹੀਂ ਨਹੀਂ, ਮੈਂ ਇਹਨਾਂ ਨੂੰ ਕਾਪੀ ਕਰ ਰਿਹਾ। ਮੈਂ ਇਹਨਾਂ ਨੂੰ ਕਾਪੀ ਕਰ ਰਿਹਾ। ਇਹ ਸੀ ਸੀਨੀਅਰ, ਇਹਨਾਂ ਦੀ ਫਿਲਮ ਆ ਚੁੱਕੀ ਆ ਸਭ। ਅੱਛਾ ਪੂਨਮ ਜੀ, ਕੋਈ ਇੱਕ ਚੀਜ਼ ਜੋ ਮਤਲਬ ਰਾਜ ਜੀ ਕਰ ਚੁੱਕੇ ਨੇ ਤੇ ਤੁਹਾਨੂੰ ਹੋਵੇ ਕਿ ਇਹ ਚੀਜ਼ ਰਾਜ ਜੀ ਨੇ ਕਰ ਲਈ ਹੈ, ਮੈਂ ਵੀ ਕਰੂੰਗੀ ਜਾਂ ਮੈਂ ਵੀ ਕਰ ਸਕਦੀ ਹਾਂ? ਇਹਨਾਂ ਨੇ ਇਲੈਕਸ਼ਨ ਲੜੀ ਹੈ ਤੇ ਜਿੱਤੀ ਹੈ, ਇੱਕ ਵਾਰ ਨਹੀਂ, 2 ਵਾਰ ਨਹੀਂ, ਹਾਊ ਮੈਨੀ ਟਾਈਮਸ? ਮੈਂ 3 ਵਾਰ। 3 ਵਾਰੀ ਸੀ ਪਪੂਲਰ ਅਵਾਰਡ ਗੋਜ਼ ਟੂ। ਤੇ ਇਹਨਾਂ ਨੇ ਕਾਫੀ ਸਾਰੇ ਨੈਗੇਟਿਵ ਰੋਲਸ ਕੀਤੇ ਨੇ, ਉਹ ਮੈਂ ਕਰਨਾ ਚਾਹੂੰਗੀ। ਮੈਂ ਸੁਣਿਆ ਸੀ ਤੁਹਾਨੂੰ ਇੰਟਰਵਿਊ 'ਚ ਵੀ ਕਹਿੰਦੇ ਹੋਏ। ਯਾ ਤੇ ਰਾਜ ਜੀ, ਤੁਸੀਂ ਜੋ ਪੂਨਮ ਜੀ ਕਰ ਚੁੱਕੇ ਨੇ ਤੇ ਤੁਹਾਨੂੰ ਹੋਵੇ ਕਿ ਮੈਂ ਵੀ ਚੀਜ਼ ਕਰਾਂਗਾ ਜਾਂ ਕਰ ਸਕਦਾ? ਦਰਅਸਲ ਅਗਰ ਸੱਚ ਪੁੱਛੋ ਤਾਂ ਮੈਨੂੰ ਪੁਰਾਣੀ ਯਾਦਾਂ ਆ ਰਹੀਆਂ ਨੇ ਕਿ ਮੇਰੀ ਸਟਾਰਟਿੰਗ, ਮੇਰੀ ਫਰਸਟ ਫਿਲਮ ਸੀ ਪੂਨਮ ਜੀ ਦੇ ਨਾਲ, ਉਹਦਾ ਨਾਮ ਵੀ ਪੂਨਮ ਸੀ। हाँ, that's और okay. और उससे पहले इन्होंने फिल्मां की थी सर। हाँ जी। तो इनके लिए जो भी ये सोच के आए हो कि वो उनके लिए हरमेश मल्होत्रा थे, लेकिन मेरे लिए पूनम जी स्टार थे। और इतनी सॉफ्ट फेस, इतनी लहीमी थी इनमें, तो मैं बार बार देखता रहता था कि तो हम लोग थिएटर से आए लोग थे, रोमांटिक सीन जरा करते हुए घबराते थे। ऐसा क्यों? वो होता है, कभी बताएंगे इसके बारे में। It wasn't apparent, लगता नहीं सी बिल्कुल भी कि कोई जरा भी नर्वस है। तो but she was so comfortable, तो मैंने हमेशा लगता था यार कि ऐसे रोल करने चाहिए। लेकिन बीच में नेचुरली मेरा कैरियर शुरू हुआ था नेगेटिव रोल से, तो फॉर्चुनेटली मैंने जो भी शुरू की जो 2-3 फिल्में की हैं,
दो तीन फिल्मां कीतियां ने सॉरी मैं अपनी ज़बान ते वापस आवां मैं पूनम जी नाल हिंदी च भी चला जाना ना ते पूनम जी नाल जिहड़ियां फिल्मां मैं कीतियां ने शुरू च ਉਹ ਜਿੰਨੇ ਵੀ ਸੌਫਟ ਰੋਲ ਸਨ ਉਹ ਮੋਸਟਲੀ ਮੇਰੇ ਨਾਲ ਕੀਤੇ ਨੇ ਇੱਕ ਦੋ ਫਿਲਮਾਂ ਮੈਂ ਬਾਕੀ ਅਨੀਤਾ ਨੇ ਨਾਲ ਕੀਤੀ ਅਨੀਤਾ ਰਾਜ ਦੇ ਨਾਲ ਬਾਕੀ ਹੋਰ ਲੋਕ ਲੇਕਿਨ ਦਾ ਇਟ ਵਾਸ ਅ ਗ੍ਰੇਟ ਥਿੰਗ ਕਿ ਮੈਨੂੰ ਇਹਨਾਂ ਦੇ ਨਾਲ ਕੰਮ ਕਰਕੇ ਉਹ ਜਿਹੜਾ ਸੌਫਟ ਰੋਲ ਦਾ ਜਿਹੜਾ ਇੱਕ ਫੀਲ ਸੀ ਨਾ ਆਈ ਕੁਡ ਗੈਟ ਫਰਮ ਹਰ अब मैं बहुत ईमानदारी से इस बात को Really? सच्ची मैंने आज तक नहीं दसिया इन्होंने बट नाइस टू हियर दैट इन्होंने थोड़ा सॉफ्ट रोमांटिक चीज़ां मेरे नाल नहीं हम मतलब देखो ਇਹਦੇ ਮੀਨਿੰਗ ਗਲਤ ਹੋ ਜਾਣਗੇ ऑन स्क्रीन ਐਂਡ ਉਮਰਾ ਚ ਕੀ ਰੱਖਿਆ ਫਿਲਮ ਦਾ ਸ਼ੂਟ ਕਿਵੇਂ ਦਾ ਰਿਹਾ ਰਾਜੀ ਦੇਖੋ ਜੀ ਨਾ ਹੀ ਇਹਦਾ ਬੜਾ ਖੂਬਸੂਰਤ ਹੈ ਉਮਰਾਂ ਚ ਕੀ ਰੱਖਿਆ ਤੇ ਸਾਡੇ ਕੋਲ ਪੁੱਛਣ ਦੇ ਬਜਾਏ ਸਾਡੀ ਉਮਰ ਵੇਖ ਲਓ ਦੋਨੋਂ ਪੂਨਮ ਜੀ ਐਕਚੁਅਲੀ ਅਸੀਂ ਸਟ੍ਰੇਂਜਲੀ ਇਸ ਤੋਂ ਪਹਿਲਾਂ ਅਸੀਂ ਇੱਕ ਵੈਬ ਸੀਰੀਜ਼ ਨਾਲ ਕੀਤੀ ਸੀ ਦਿਲ ਬੇਕਰਾਰ ਸੋ ਇਟ ਵਾਸ ਅ ਕੰਟੀਨਿਊਏਸ਼ਨ ਅਸੀਂ ਪਿਛਲੇ ਕੁਝ ਮਹੀਨਾ ਤੋਂ ਨਾਲ ਸ਼ੂਟਿੰਗ ਕਰ ਰਹੇ ਸੀ ਦੈਨ ਵੀ ਵਰ ਵੈਰੀ ਕੰਫਰਟੇਬਲ ਬਹੁਤ ਸਾਲਾਂ ਬਾਅਦ ਆਈ ਥਿੰਕ ਵੀ ਸਟਾਰਟਡ ਵਰਕਿੰਗ ਤੇ ਫਿਰ ਬਹੁਤ ਕੰਫਰਟ ਲੱਗਿਆ ਯੂ نو ਵੀ ਹੈਡ ਬੀਨ ਵਰਕਿੰਗ 2-3 ਮਹੀਨੇ we were shooting together so when umraj ki rakhiya happened it was perfect of course because इस उम्र में जी के आए थे हम और सीरीज जो कर रहे थे उसमें भी यही उम्र थी और ਉਹ ਵਾਲੀ ਉਮਰ ਸੀ ਅਸੀਂ ਬਈ ਮਾਫ ਕਰ ਦਿਓ ਮੈਨੂੰ ਦਰਅਸਲ ਹੋਇਆ ਕਿ ਮੈਂ ਪੂਨੇ ਜੀ ਨੂੰ ਦੇਖਣਾ ਤਾਂ ਮੈਨੂੰ ਹਿੰਦੀ ਯਾਦ ਆ ਜਾਂਦੀ ਕਿਉਂਕਿ मैंने शुरुआत ही जो इनसे की है मैं इस फिल्म ਦੇ ਵਿੱਚ ਜੋ ਇਹਦੇ ਨਾ ਉਮਰਾਂ ਚ ਕੀ ਰੱਖਿਆ ਹੈ ਬਿਲਕੁਲ ਸਹੀ ਕਿਹਾ ਇਹਨਾਂ ਨੇ ਕਿ ਇਸ ਕੋਈ ਕੰਟੀਨਿਊਸ਼ਨ ਸੀ ਔਰ ਜਦੋਂ ਇੱਥੇ ਆਏ ਤੇ ਇਸ ਰੋਲ ਆਪਣੇ ਆਪ 'ਚ ਫਿਲਮ ਦਾ ਸਬਜੈਕਟ ਬਹੁਤ ਹੀ ਡਿਫਰੈਂਟ ਸੀ ਕਿ ਮਤਲਬ ਸਿਰਫ ਟਾਈਟਲ ਹੀ ਨਹੀਂ ਕਿ ਇਸ ਐਟੀਟਿਊਡ ਨੂੰ ਲੋਕੀ ਕਿਵੇਂ ਐਕਸੈਪਟ ਕਰਨਗੇ ਬਟ ਇਹ ਫੀਲਿੰਗ ਤੇ ਹੁੰਦੀ ਹੈ ਬੰਦਾ ਕਿਸੇ ਵੀ ਉਮਰ ਦਾ ਕਿਉਂ ਨਾ ਹੋਵੇ ਨਹੀਂ ਹੁੰਦੀ ਕੁੜੀਆਂ ਦੇ ਵੀ ਹੈ ਮੈਂ ਬੰਦਾ ਮਤਲਬ ਮੇਰੇ ਦੋਨੋਂ especially I think certain age ਦੇ ਬਾਅਦ ਜਦ social responsibilities family ਸਭ ਨਿਭ ਜਾਂਦੀਆਂ ਨੇ then ਕੋਈ ਬੰਦਾ ਕੱਲਾ ਪੈ ਜਾਏ ਤੇ then he needs a companion I think ਸਭ ਤੋਂ important ਚੀਜ਼ ਇਸ ਫਿਲਮ ਦਾ ਮੈਸੇਜ ਇਹ ਹੈ ਕਿ ਹਰ ਉਮਰ 'ਚ you need a companion love romance ਦਾ ਮਤਲਬ ਅਲੱਗ ਹੁੰਦਾ ਹੈ ਹਰ ਏਜ ਤੇ ਅਲੱਗ ਹੁੰਦਾ ਹੈ when you're 18 it's different when you're 25 it's different ਜਦ ਤੁਸੀਂ you know married ਹੁੰਦੇ ਹੋ ਤੇ ਇੱਕ ਅਲੱਗ ਹੁੰਦਾ ਹੈ ਪਰ ਜਦ ਤੁਸੀਂ 55 60 70 80 ਜੋ ਵੀ ਉਮਰ ਹੁੰਦੀ ਹੈ then you need some companion ਜਿਹਦੇ ਨਾਲ ਤੁਸੀਂ you know ਆਪਣੀ ਹੈਲਥ ਦੀ ਆਪਣੀ ਵੈਲਥ ਦੀ ਆਪਣੇ ਬੱਚਿਆਂ ਦੀ ਗੱਲ ਕਰ ਸਕੋ ਸੋ ਆਈ ਥਿੰਕ ਇਸ ਫਿਲਮ 'ਚ ਉਹ ਬਾਤ ਬੜੀ ਚੰਗੀ ਤਰੀਕੇ ਨਾਲ ਉਹਨਾਂ ਨੇ ਦੱਸੀ ਹੈ ਨਹੀਂ ਫੈਮਿਲੀ ਦੇ ਪ੍ਰੋਬਲਮ ਬੱਚਿਆਂ ਦੇ ਪ੍ਰੋਬਲਮਸ ਔਰ ਵਾਕਈ ਇਹ ਜ਼ਿੰਦਗੀ ਦੀ ਜੋ ਸ਼ੁਰੂਆਤ ਹੁੰਦੀ ਹੈ ਉਹ ਚਾਹੇ ਟੀਚਰ ਹੋਵੇ ਚਾਹੇ ਜਿਹੜਾ ਲੜਕੀ ਹੋਵੇ ਦੋਸਤ ਹੋਵੇ ਇੱਕ ਇਨਫੈਚੁਏਸ਼ਨ ਤੇ ਹੁੰਦਾ ਹੈ ਤੇ ਉਹ ਸ਼ੁਰੂਆਤ ਉੱਥੋਂ ਜ਼ਿੰਦਗੀ ਹੁੰਦੀ ਹੈ ਤੇ ਇਸ ਉਮਰ 'ਚ ਆ ਕੇ ਤੁਹਾਨੂੰ ਇੱਕ ਠਹਿਰਾਵ ਚਾਹੀਦਾ ਹੈ ਤੁਹਾਨੂੰ ਕੋਈ ਸਮਝਣ ਵਾਲਾ ਚਾਹੀਦਾ ਹੈ ਜਿਸ ਤਰ੍ਹਾਂ ਬਹੁਤ ਸਹੀ ਉਹਨਾਂ ਨੇ ਕਿਹਾ ਕਿ ਕਿਸੇ ਨਾਲ ਗੱਲ ਕਰ ਸਕੀਏ ਔਰ ਸਭ ਤੋਂ ਬਿਹਤਰੀਨ ਅਗਰ ਜਿਹੜਾ ਦੋਸਤ ਹੁੰਦਾ ਹੈ ਜੋ ਮੇਰਾ ਬਹੁਤ ਸੋਲਿਡ ਐਕਸਪੀਰੀਅੰਸ ਔਰ ਮੈਂ ਬਾਕੀ ਲੋਕਾਂ ਨੂੰ ਵੀ ਕਹਾਂਗਾ ਪੂਨਮ ਜੀ ਸਭ ਤੋਂ ਬੜੀਆ ਔਰ ਸਭ ਤੋਂ ਚੰਗਾ ਅਗਰ ਕੋਈ ਰਿਸ਼ਤਾ ਹੈ ਜਿੱਥੇ ਆਦਮੀ ਆਪਣੀ ਗੱਲ ਦਿਲ ਦੀ ਕਹਿ ਸਕਦਾ ਹੈ ਉਹ ਸਾਹਮਣੇ ਔਰਤ ਹੁੰਦੀ ਹੈ there's a female exactly and that is something which is ਲੋਕੀ ਐਕਸੈਪਟ ਕਰਦੇ ਨੇ ਸੋਸਾਇਟੀ ਐਕਸੈਪਟ ਕਰਦੀ ਹੈ ਨਹੀਂ ਕਰਦੀ that is not the thing ਔਰ ਐਸੇ ਕਰਕੇ ਤੁਸੀਂ ਦੇਖੋ ਕਿ ਮੀਆਂ ਬੀਵੀ ਵੀ ਜਿਹੜੇ ਨਾਲ ਰਹਿੰਦੇ ਨੇ ਉਹ ਬੇਸ਼ੱਕ ਜਵਾਨੀ 'ਚ ਸ਼ੁਰੂਆਤ 'ਚ ਉਹ ਜ਼ਿੰਦਗੀ ਦੀਆਂ ਕਿਸੇ ਵੀ ਰਸਤੇ 'ਚ ਨਿਕਲਦੇ ਚਲੇ ਜਾਣ ਲੇਕਿਨ ਐਸੀ ਬੌਂਡਿੰਗ ਹੋ ਜਾਂਦੀ ਹੈ ਬੁਢਾਪੇ ਦੇ ਵਿੱਚ ਜਾਂ ਉਮਰ ਜਦੋਂ ਵੱਧ ਜਾਂਦੀ ਹੈ ਉਸ ਵਕਤ ਉਹ ਬੌਂਡਿੰਗ ਜਿਹੜੀ ਹੈ ਉਹ ਉਹਨਾਂ ਵਾਸਤੇ ਇੱਕ ਦੂਸਰੇ ਵਾਸਤੇ ਉਹ ਹੀ ਕੰਮ ਰਹਿ ਜਾਂਦਾ ਕਿ ਬਈ ਉਹਨੂੰ ਪਾਣੀ ਦੇਣਾ ਉਹਨੂੰ ਦਵਾਈ ਦੇਣੀ ਹੈ ਉਹ ਦੇਖੀਏ ਔਰ ਕੋਈ ਬੰਦਾ ਹੀ ਨਹੀਂ ਹੁੰਦਾ ਗੱਲ ਕਰਨ ਵਾਲਾ ਬੁੜ ਉਹਦੇ ਨਾਲ ਹੀ ਕਰੀ ਜਾਓ ਉਹ ਤੁਹਾਡੇ ਨਾਲ ਬੁੜ ਕਰੀ ਜਾ ਲੜ ਵੀ ਲੈਂਦੇ ਤਦ ਤੱਕ ਬੱਚੇ ਵੱਡੇ ਹੋ ਜਾਂਦੇ ਨੇ ਆਪਣੀ ਆਪਣੀ ਲਾਈਫ ਤੇ ਚਲੇ ਜਾਂਦੇ ਨੇ ਨਾ ਦੈਨ ਅਸ 올ਡਰ ਕਪਲ ਨੀਡ ਈਚ ਅਦਰ ਚਾਹੇ ਉਹ ਮੈਰਿਡ ਹੋਣ ਚਾਹੇ ਉਹ ਕੰਪੈਨੀਅਨ ਹੋਣ ਚਾਹੇ ਦੋਸਤ ਹੋਣ ਆਈ ਥਿੰਕ ਦੈਟਸ ਅ ਬਿਊਟੀਫੁਲ ਸਟੇਜ ਆਫ ਲਾਈਫ ਨਹੀਂ ਔਰ ਇਸ ਸਟੇਜ ਨੂੰ ਬੜੀ ਖੂਬਸੂਰਤੀ ਨਾਲ ਮੈਂ
ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋਡਿਊਸਰਾਂ ਨੂੰ ਕਹਾਂਗਾ ਜਿਨ੍ਹਾਂ ਨੇ ਇਸ ਸਬਜੈਕਟ ਨੂੰ ਓਕੇ ਕੀਤਾ। ਕੋਈ ਮਾਮੂਲੀ ਗੱਲ ਨਹੀਂ ਕਿ ਐਸੇ ਸਬਜੈਕਟ ਉੱਤੇ ਹੱਥ ਪਾਣਾ। ਕ੍ਰੈਡਿਟ ਗੋਜ਼ ਟੂ ਦੀ ਇਸ ਪ੍ਰੋਡਿਊਸਰ ਨੇ ਜਿਹੜੇ ਨੇ ਸਾਡੇ ਸੰਦੀਪ ਸਾਹਿਬ ਨੇ, ਔਰ ਉਸ ਗੱਲ ਨੂੰ ਮੰਨਣਾ। ਔਰ ਫਿਰ ਉਹਦੇ ਬਾਅਦ ਸਿਮਰਜੀਤ ਜਿਹੜਾ ਡਾਇਰੈਕਟਰ, ਔਰ ਇੱਕ ਯੰਗ ਮੁੰਡਾ ਜੋ ਅਸੀਂ ਸੋਚਦੇ ਸੀ ਪਹਿਲਾਂ ਤਾਂ ਉਹੀ ਸੋਚਦੇ ਸੀ ਕਿਉਂਕਿ ਉਹ ਹਮੇਸ਼ਾ ਇੰਟਰੈਕਸ਼ਨ ਵੀ ਵਹੀ ਕਰਦਾ ਸੀ ਸਭ ਕੁਛ, ਉਹ ਅਜੇ ਵੀਰ ਕਰਕੇ ਉਹ ਬੜਾ ਨਸਪਜ ਕਰਦਾ ਸੀ ਔਰ ਹਰ ਚੀਜ਼ 'ਚ ਉਹਦਾ ਇੰਟਰਸਟ ਹੁੰਦਾ ਸੀ। ਤੇ ਅਸੀਂ ਕੋਸ਼ਿਸ਼ ਕਰਦੇ ਸੀ, ਮੈਂ ਕਿਹਾ ਯਾਰ ਇਹ ਨੌਜਵਾਨ ਟੀਮ ਸਾਡੀ ਉੱਤੇ ਸਬਜੈਕਟ ਬਣਾ ਰਹੀ ਹੈ। ਤੇ ਬਹੁਤ ਅੱਛਾ ਲੱਗਿਆ ਟੋਟਲ ਓਵਰਆਲ ਜਿਹੜਾ ਲੇਕਿਨ ਬਹੁਤ ਖੂਬਸੂਰਤ ਤਰੀਕੇ ਨਾਲ ਕੰਮ ਹੋਇਆ। ਪੰਜਾਬ 'ਚ ਖੈਰ ਕੌਣ ਨਹੀਂ ਜਾਣਦਾ ਸਿਮਰਜੀਤ ਨੂੰ, ਵੈਰੀ ਫਾਈਨ ਡਾਇਰੈਕਟਰ, ਅੱਛੀਆਂ ਫਿਲਮਾਂ ਦਿੱਤੀਆਂ ਨੇ, ਕਮਰਸ਼ਲੀ ਵੀ ਉਹਨੇ ਬਹੁਤ ਚੰਗੀਆਂ ਵੱਡੀਆਂ ਫਿਲਮਾਂ ਦਿੱਤੀਆਂ ਨੇ। ਲੇਕਿਨ ਮੈਂ ਜਾਣਦਾ ਨਹੀਂ ਕਮਰਸ਼ੀਅਲ ਕੀ ਹੁੰਦਾ, ਕਿਉਂਕਿ ਅੱਛੀ ਫਿਲਮ ਲੋਕਾਂ ਦੇ ਦਿਲਾਂ ਤੱਕ ਜਾਂਦੀ ਹੈ, ਉਹ ਪਹੁੰਚਦੀ ਹੈ। ਤੇ ਉਹ ਵਿਚਾਰੇ ਜਿਹੜੇ ਮੇਰੇ ਫੈਨਸ ਜਿਹਨਾਂ ਨੂੰ ਕਹੋ, ਮੈਂ ਬਲਕਿ ਕਹਾਂਗੇ ਮੇਰੇ ਸਾਡੇ ਤੇ ਅੰਨਦਾਤਾ ਨੇ, ਇਹਨਾਂ ਲੋਕਾਂ ਨੇ ਸਾਨੂੰ ਜ਼ਿੰਦਾ ਰੱਖਿਆ। ਉਸ ਕਿਸੇ ਨੇ ਕਿਹਾ ਮੈਂ 8 ਫਿਲਮਾਂ ਵੀ ਕੀਤੀਆਂ, ਮੈਂ ਨਹੀਂ ਸਮਝਦਾ ਕਿ ਮੈਂ ਕੋਈ 8 ਟਾਈਪ ਕੋਈ ਫਿਲਮਾਂ ਕੀਤੀਆਂ, ਮੈंने ਅੱਛੀ ਫਿਲਮ ਕੀਤੀ ਜੋ ਇੱਥੇ ਲੱਗੀ ਉਹ ਕੀਤੀ। ਇਹ ਵੀ ਫਿਲਮ ਇੱਥੇ ਲੱਗੀ ਸੀ ਕੀਤੀ, ਔਰ ਫੋਰਚੂਨੇਟਲੀ ਇਸ ਫਿਲਮ ਦੇ ਵਿੱਚ ਪੂਨਮ ਜੀ ਸਨ। ਅਸੀਂ ਦੋਨੋਂ ਵੀ ਅਸੀਂ ਕਿਉਂਕਿ ਕੰਮ ਕਰ ਰਹੇ ਸਾਂ ਤੇ ਉਹ ਆ ਕੇ ਮੈਨੂੰ ਕਿਹਾ ਜੀ ਪੂਨਮ ਜੀ ਕਰ ਰਹੇ ਨੇ, ਤੇ ਮੈਂ ਕਿਹਾ ਪਹਿਲੇ ਪੂਨਮ ਜੀ को ਕਨਫਰਮ ਕਰੋ। ਇਹ ਮਜ਼ੇਦਾਰ ਗੱਲ ਹੈ ਕਿ ਤੁਹਾਡੀ ਇਕੱਠਿਆਂ ਦੀ ਪਹਿਲੀ ਪੰਜਾਬੀ ਫਿਲਮ ਹੈ। ਬਿਲਕੁਲ ਹੈ ਨਾ, ਮੇਰੇ I'm very excited to watch it. I'm also excited to watch it actually. ਔਰ ਮੇਰੇ ਵਾਸਤੇ ਹਾਈਲਾਈਟ ਇਹ ਸੀ ਕਿ ਅਸੀਂ ਸਾਡੀ ਫਿਲਮ ਚੰਡੀਗੜ੍ਹ 'ਚ ਸ਼ੂਟ ਕੀਤੀ। ਸੋ ਦੈਟਸ ਮਾਈ ਹੋਮ ਟਾਊਨ, ਮਾਈ ਸਿਟੀ, ਜਿੱਥੇ ਮੈਂ ਵੱਡੀ ਹੋਈ। ਤੇ ਫॉर ਮੀ ਬਹੁਤ ਹੀ ਖੁਸ਼ੀ ਹੁੰਦੀ ਹੈ ਜਦ ਇਨਫੈਕਟ ਪ੍ਰੋਬਬਲੀ ਦੈਟ ਵਾਸ ਵਨ ਆਫ ਦ ਰੀਜ਼ਨਸ ਕਿ ਮੈਂ ਫਿਲਮ ਕੀਤੀ ਵੀ ਕਿ ਚਲੋ ਅੱਛਾ ਸਬਜੈਕਟ ਸਭ ਕੁਝ ਸੀ, ਚੰਡੀਗੜ੍ਹ ਸ਼ੂਟਿੰਗ ਕਰਾਂਗੇ। ਆਈ ਵਾਸ ਸੋ ਐਕਸਾਈਟਡ। ਪੂਨਮ ਜੀ, ਤੁਸੀਂ ਸਿੱਖ ਜੱਟ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਐਂਡ ਆਈ ਨੋ ਕਿ ਤੁਹਾਡਾ ਪੰਜਾਬੀਅਤ ਨਾਲ ਕਿੰਨਾ ਪਿਆਰ ਹੈ। ਐਮ ਆਈ ਰਾਈਟ? ਬਿਲਕੁਲ, ਐਬਸੋਲੂਟਲੀ। ਪਰ ਇੰਨਾ ਪਿਆਰ ਹੋਣ ਦੇ ਬਾਵਜੂਦ ਤੁਸੀਂ ਸਿਰਫ ਸੈਕਿੰਡ ਇਹ ਪੰਜਾਬੀ ਫਿਲਮ ਹੈ ਤੁਹਾਡੀ, ਇਹ ਕਿਉਂ? ਸਿਰਫ ਇੱਕੋ ਪੰਜਾਬੀ ਫਿਲਮ ਕੀਤੀ ਹੈ, ਸੈਕਿੰਡ ਆ ਰਹੀ ਹੈ। ਟੂ ਬੀ ਓਨੈਸਟ ਮੈਨੂੰ ਬਹੁਤ ਜ਼ਿਆਦਾ ਪੰਜਾਬੀ ਫਿਲਮਾਂ ਆਫਰ ਹੀ ਨਹੀਂ ਹੋਈਆਂ ਸਨ। ਪਹਿਲੇ ਮੈਂ ਹਿੰਦੀ 'ਚ ਬਹੁਤ ਜ਼ਿਆਦਾ ਹੀ ਬਿਜ਼ੀ ਸੀ। ਇੱਕ ਜ਼ਮਾਨਾ ਸੀ ਅਸੀਂ 2-3 ਸ਼ਿਫਟ ਕਰਦੇ ਸੀ ਦਿਨ 'ਚ। ਸੋ ਇੱਕ ਸਟੂਡੀਓ ਤੋਂ ਦੂਸਰੇ ਸਟੂਡੀਓ, ਦੂਸਰੇ ਤੋਂ ਤੀਸਰੇ, ਤੇ ਟਾਈਮ ਸੀਗਾ ਹੀ ਨਹੀਂ। ਲਿਟਰਲੀ ਪਤਾ ਨਹੀਂ ਕਿਸ ਤਰ੍ਹਾਂ ਕਰਦੇ ਸੀ ਅਸੀਂ ਉਸ ਟਾਈਮ। ਅੱਜ ਤੇ ਕੋਈ ਨਹੀਂ ਕਰਦਾ ਹੈ, 2 ਸ਼ਿਫਟਸ ਵੀ ਨਹੀਂ ਹੁੰਦੀਆਂ ਨੇ, 3 ਤਾਂ ਇੰਪੋਸੀਬਲ। ਅਸੀਂ ਲਿਟਰਲੀ 3 ਸ਼ਿਫਟਸ, ਸਵੇਰੇ ਸ਼ੁਰੂ ਕਰਦੇ ਸੀ ਇੱਕ ਫਿਲਮ, ਫਿਰ ਦੁਪਹਿਰੀ ਦੂਸਰੀ, ਸ਼ਾਮੀ ਨਾਈਟ ਸ਼ਿਫਟ ਦੂਸਰੀ, ਤੇ ਦੇयर ਵਾਸ नो ਕੁਐਸਚਨ। ਤੇ ਤਦ ਕਿਸੇ ਨੇ ਆਫਰ ਵੀ ਨਹੀਂ ਕੀਤਾ। ਤੇ ਪਹਿਲੀ ਵਾਰ ਮੈਨੂੰ ਜਦ ਸੁਭਾਸ਼ ਗਈ ਜੀ ਨੇ ਫਿਲਮ ਆਫਰ ਕੀਤੀ ਸੀ, ਉਹਨਾਂ ਨੇ ਬਣਾਈ ਡਬਲ ਦ ਟਰਬਲ, ਤੋ ਧਰਮਜੀਤ ਸੀਗੇ ਤੇ ਗਿੱਪੀ ਗਰੇਵਾਲ ਸੀਗਾ। ਤੇ I really enjoyed it ਕਿਉਂਕਿ ਫਨ ਐਂਡ ਕ੍ਰੇਜ਼ੀ ਟਾਈਪ ਦੀ ਪਿਕਚਰ ਸੀਗੀ। ਐਂਡ ਦਿਸ ਫਿਲਮ ਇਜ਼ ਅ ਕੈਰੈਕਟਰ ਬੇਸਡ ਫਿਲਮ। ਦੋਨੋਂ ਕੈਰੈਕਟਰਸ, ਮਤਲਬ ਸਟੋਰੀ ਸਿਰਫ ਇਨ 2 ਕੈਰੈਕਟਰਸ ਦੀ ਨੇ, ਤੇ ਅੱਛਾ ਸਬਜੈਕਟ ਹੋਏ, ਅੱਛਾ ਸੈਟਅਪ ਹੋਏ, ਤੇ ਆਈ ਵੁੱਡ ਲਵ ਟੂ ਡੂ ਪੰਜਾਬੀ ਫਿਲਮ। ਇਹ ਨਹੀਂ ਕਿ ਤੁਸੀਂ ਅੱਛਾ 2 ਦਿਨ ਦਾ ਕੰਮ ਹੈ, ਤੁਸੀਂ ਆ ਕੇ ਇੱਕ ਰੋਲ ਕਰਕੇ ਚਲੇ ਜਾਓ, ਉਸ ਤਰ੍ਹਾਂ ਮਜ਼ਾ ਨਹੀਂ ਆਉਂਦਾ। ਫਿਲਮ ਸ਼ੁੱਡ ਬੀ ਫਨ ਐਂਡ ਇਟ ਸ਼ੁੱਡ ਬੀ ਅੱਛਾ ਰੋਲ ਹੋਣਾ ਚਾਹੀਦਾ ਹੈ। ਤੇ ਮੈਂ ਬਹੁਤ ਕਰਨਾ ਚਾਹਾਂਗੀ ਮੇਰੀ ਪੰਜਾਬੀ, ਆਈ ਵੁੱਡ ਲਵ ਟੂ ਬੀ ਦੇयर। ਮੈਂ ਟ੍ਰੇਲਰ ਵੇਖ ਰਹੀ ਸੀ ਤੇ ਰਾਜੀ ਤੁਸੀਂ ਬਹੁਤ ਡਰਦੇ ਪ੍ਰਪੋਜ਼ ਕੀਤਾ ਪੂਨਮ ਜੀ ਨੂੰ, ਹੈ? ਤੁਹਾਨੂੰ ਪਤਾ ਨਹੀਂ ਮੈਂ ਇੱਥੇ ਕਹਤਾ ਸੀ ਆਈ ਲਵ ਯੂ, ਮੈਂ ਕਿਹਾ ਬਾਅਦ ਚ ਕਰਾਂਗਾ। ਤੇ ਮੈਂ ਕਿੰਨਾ ਡਰ ਗਿਆ ਸੀ, ਮੈਂ ਹੁਣ ਵੀ ਡਰਿਆ ਹੋਇਆ ਕਿ ਮੈਂ ਬਾਹਰ ਵੀ ਜਾਣਾ। ਅੱਛਾ ਜੀ। ਫਿਰ ਮੈਂ ਤੁਹਾਡੇ ਪੰਜਾਬੀ ਫਿਲਮੀ ਸਫ਼ਰ ਦੀ ਗੱਲ ਕਰਾਂ, ਚੰਨ ਪਰਦੇਸੀ, ਮੜੀ ਦਾ ਦੀਵਾ, ਸ਼ਹੀਦ ਊਧਮ ਸਿੰਘ, ਬਾ ਕਮਾਲ ਫਿਲਮਾਂ ਕੀਤੀਆਂ ਨੇ ਤੁਸੀਂ ਰਾਜੀ, ਸੱਚੀ। ਬਟ ਮੈਨੂੰ ਇੰਝ ਲੱਗਦਾ ਕਿ ਤੁਸੀਂ ਬਹੁਤ ਚੂਜ਼ੀ ਰਹੇ ਹੋ ਆਪਣੀ ਫਿਲਮਾਂ ਦੇ ਸਬਜੈਕਟਸ ਨੂੰ ਰਹਿ ਕੇ। ਐਮ ਆਈ ਰਾਈਟ? ਦੇਖੋ, ਚੂਜ਼ੀ ਲਫ਼ਜ਼ ਕੋ ਜਾਂ ਮੈਂ ਪਹਿਲਾਂ ਕਿਹਾ ਨਾ, ਚੂਜ਼ੀ ਮੈਂ ਨਹੀਂ ਜਾਣਦਾ ਕੀ ਹੁੰਦਾ, ਲੇਕਿਨ ਜਿਹੜੀ ਇੱਥੇ ਲੱਗ ਗਈ ਉਹ ਕੰਮ ਕਰੀਦਾ। ਔਰ ਹਿੰਦੀ ਫਿਲਮਾਂ 'ਚ ਮੈਂ ਨਹੀਂ ਕਰ ਸਕਿਆ ਇਸ ਤਰ੍ਹਾਂ ਦਾ ਕੰਮ, ਕਿਉਂਕਿ ਮੇਰੇ ਜ਼ਿੰਮੇਦਾਰੀਆਂ ਬਹੁਤ ਸਨ। ਉੱਥੇ ਦੀ ਮਾਰਕੀਟ ਦਾ ਇੱਕ ਡਿਫਰੈਂਟ ਤਰ੍ਹਾਂ ਦਾ ਇੱਕ ਮਾਹੌਲ ਹੈ ਉੱਥੇ। ਜਿਹਨੂੰ ਲੋਕਾਂ ਨੇ ਪਸੰਦ ਕਰ ਲਿਆ ਤੇ ਉਹਨੂੰ ਬਹੁਤ ਜ਼ਿਆਦਾ ਕੰਮ ਮਿਲਦਾ, ਤੇ ਜਿਹਨੂੰ ਕੰਮ ਨਹੀਂ ਪਸੰਦ ਕਰਦੇ ਉਹ ਵਿਚਾਰਾ ਠੋਕਰਾਂ ਹੀ ਖਾਂਦਾ ਰਹਿੰਦਾ, ਕੰਮ ਹੀ ਢੂੰਡਦਾ ਰਹਿੰਦਾ। ਸੋ ਗੋਡ ਵਾਸ ਵੈਰੀ ਕਾਈਂਡ, ਅਜੇ ਤੱਕ ਈਸ਼ਵਰ ਦੀ ਮਿਹਰ ਹੈ ਕਿ ਕੰਮ ਮਿਲ ਜਾਂਦਾ ਸੀ, ਔਰ ਕੰਮ ਮਿਲਦਾ ਹੀ ਰਹਿੰਦਾ ਸੀ। ਤੇ ਇੱਥੇ ਤੱਕ ਹੋ ਗਿਆ ਸੀ ਕਿ ਅਸੀਂ ਆਪਣੀ ਇੰਸਟਾਲਮੈਂਟ 'ਤੇ ਨਹੀਂ,
ਸਾਈਨਿੰਗ ਅਮਾਉਂਟ ਆਉਂਦਾ ਸੀ ਉਸ ਦੀ ਘਰ ਦਾ ਖਰਚੇ ਚੱਲਦੇ ਜਾਂਦੇ ਸਨ। 1 2 3 5 7 ਸਾਈਨਿੰਗ ਅਮਾਉਂਟ ਆ ਗਏ। तो ना एक बड़ी इंटरेस्टिंग जी वो थी इंडस्ट्री का माहौल। आजकल डिफरेंट हो गया है, अच्छी गल है, आजकल बहुत बैलेंस्ड हो गया है, बहुत सिस्टमैटिक हो गया। तो मैं स्क्रीन टेस्ट का एक्टर सा, मेरे बड़े स्क्रीन टेस्ट हुए हैं 2000 है ना 1974 तो लैके 79 तक। किसी ने मेरा प्ले वेख्या, उन्हें मुझे बुला लिया बंबई, उन्हें मेरा स्क्रीन टेस्ट ले लिया। किसी ने कुछ किया कि यूनाइटेड प्रोड्यूसर्स टैलेंट कॉन्टेस्ट दे विच होया, जिस च असी सारे गए। किरण खेर उस वक्त मैं जानता सा कि किरण भी इत्थे ही सन। मैं भी थिएटर करता था पंजाब च ही, पटियाला, इत्थे चंडीगढ़ करते सन। तो असी अप्लाई किया, वो भी यूनाइटेड प्रोड्यूसर्स टैलेंट कॉन्टेस्ट वाले ने बुला लिया, उन्होंने भी बुला लिया, उन्होंने भी, मैं भी गया। तो अच्छी होर भी बंदे गए, सिलेक्ट भी हो गए। दीपक पराशर, किरण जी, मैं, वी ऑल सिलेक्टेड देयर। लेकिन वो कुछ लेवी वेवी का चक्कर आ गया सी प्रोड्यूसर का आपस के विच, तो वो सानू उन्होंने फिल्मां शुरू नहीं की, फिर असी घर वापस आ गए। सो दैट काइंड ऑफ अ थिंग हैपन इन मेरी लाइफ च होंदियां रहियां ने। फिर एक बहुत बड़ी फिल्म जिसका जिक्र मैं कभी मैं नहीं किया, लेकिन जावेद अख्तर साहब अक्सर हूँ करना शुरू करता। उन्होंने लिखा भी एक फिल्म सी मैं दिलीप साहब के नाल कर रहा था, इट वाज अ मेजर मेन रोल। ਉਹਦਾ स्क्रीन टेस्ट होया, ਉਹ स्क्रीन टेस्ट होया, मैं सिलेक्ट कर लिया। दिलीप साहब ने भी देखा स्क्रीन टेस्ट, मैं सिलेक्ट हो गया। ਉਹਦੇ ਬਾਅਦ ਜਿਹੜਾ फिर दिन कुछ कमर्शियल एंगल सन। दिलीप साहब की फिल्म बैराग फ्लॉप हो गई सी, तो उन्होंने फिर बड़ी स्टार, होर बड़ी स्टार को नवे मुड़े ट्राई कर रहे थे, पर उन्हें बहुत बड़ा स्टार लिया। तो मैं उनको बोलिया भी नहीं किसी ने, मैं बाहर हो गया। ये अक्सर होंदा सी। फिर आ गया अपने दिल्ली बह गए, काम कुम करते रहे। तो ਕਿਹੜੀ ਫਿਲਮ ਸੀ ਦੱਸਦੇ ਦਿਓ। मेरे को अच्छा नहीं लगता, लेकिन हुण तो जग जाहिर हो गई है लोगों ने करना। फिल्म सी शक्ति के बाद अमित जी ने वो रोल किया। खैर अमित जी के मतलब अमित जी ने बहुत अच्छा किया। मैं शायद मैं उस फिल्म के विच की करदा मुझे नहीं पता, लेकिन मेरी बड़ी बैंग नाल इंट्रोडक्शन होने वाली। यू मस्ट हैव बीन हार्ट ब्रोकन ना। क्यों, बहुत तकलीफ होती है तकलीफ यंग बहुत आर्टिस्ट स्ट्रगलिंग, मतलब इधर तक नवाला मुंह तक दे दे फिर ले जाना। और सब मनु साहब भी कहता है कि नहीं नहीं तुसी आना नहींगा, जो मुहूर्त होएगा ਉਹਦੇ 7 दिन पहले ਤੁਹਾਨੂੰ बुलावांगे। कपड़े कुपड़े आम दुनिया भर दे सब चीज़ां हो गई हैं। तो खैर इट वाज टाइम निकल गया। लेकिन वो कहते ना ਉਹਦੀ नज़र होए ਤੇ ਲੋਕਾਂ ਦਾ ਪਿਆਰ ਹੋਏ ਤੇ ਬੰਦਾ ਅੱਗੇ ਚੱਲਦਾ ਹੀ ਰਹਿੰਦਾ। ਤੇ ਮੇਰੇ ਹੀ ਦੋਸਤ ਸਨ ਇੱਥੇ ਪਟਿਆਲੇ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਫਿਲਮ ਸ਼ੁਰੂ ਕੀਤੀ। ਅੱਛਾ, ਮਨਮੋਹਨ ਸਿੰਘ ਨੇ ਮੇਰਾ ਸਕਰੀਨ ਟੈਸਟ ਉਹਦੇ ਸੈੱਟ ਤੇ ਲਿਆ ਸੀ, ਅਹਿਸਾਸ ਫਿਲਮ ਸੀ। ਓਕੇ। ਤੇ ਜਿਹੜਾ ਇਹਦਾ ਸ਼ਕਤੀ ਦਾ ਜਿਹੜਾ ਸਕਰੀਨ ਟੈਸਟ ਹੋਇਆ ਸੀ, ਉਹ ਮਨਮੋਹਨ ਸਿੰਘ ਫਿਲਮ ਕਰ ਰਹੇ ਸਨ, ਸੂਰੀ ਸਨ ਉਸ ਵਕਤ ਦੇ ਡਾਇਰੈਕਟਰ ਉਹਨਾਂ ਦੇ ਨਾਲ। ਅਹਿਸਾਸ ਫਿਲਮ ਸੀ, ਉਹਦੇ ਸੈੱਟ ਤੇ ਮੇਰਾ ਹੋਇਆ ਸੀ, ਬਟ ਰਮੇਸ਼ ਸਿੱਪੀ ਸਾਹਿਬ ਨੇ ਲਿਆ ਸੀ। then it happened, ਮਨਮੋਹਨ ਮਿਲੇ, ਅਰੇ ਉਹਦੇ ਬਾਅਦ ਸਾਰੇ ਇਕੱਠੇ ਹੋਣਾ ਸ਼ੁਰੂ ਹੋ ਗਏ। ਫਿਰ ਇਹ ਪਲਾਨ ਹੋਇਆ ਜੀ ਕਿ ਇੱਥੋਂ ਹੀ ਗਿੱਲ ਸਨ ਇੱਥੇ ਚੰਡੀਗੜ੍ਹ ਦੇ, ਯੋਗਰਾਜ ਸੀ ਪਟਿਆਲਾ, ਯੋਗਰਾਜ ਸਿੱਡਾ ਪਟਿਆਲਾ ਦੇ, ਬਲਦੇਵ ਗਿੱਲ ਸੀ ਉਹ ਇੰਡੀਅਨ ਥੀਏਟਰ ਤੋਂ। ਅਤੇ ਸਾਰੇ ਮਿਲ ਕੇ ਇਹ ਹੋਇਆ ਜੀ ਚਲੋ ਇੱਕ ਫਿਲਮ ਬਣਾਈ। ਅਤੇ ਫਿਲਮ ਜਿਹੜੀ ਹੋਈ ਉਹ ਦੀਪਕ ਸੇਠ ਵੀ ਸੀ, ਲੇਕਿਨ ਦੀਪਕ ਸੇਠ ਨੂੰ ਗੋਪੀ ਲਾਲ ਸਾਹਿਬ ਨੇ ਕਿਹਾ ਕਿ ਜੀ ਇਹ ਅਸ਼ੋਕਾ ਦੀ ਗ੍ਰੇਡ ਦੇ ਵਾਸਤੇ ਤੂੰ ਕਿਧਰੇ ਐਕਸਪੋਜ਼ ਨਹੀਂ ਕਰਨਾ। ਦੇਖੋ ਤਕਦੀਰ ਕੀ ਹੁੰਦੀ। ਫਿਲਮ ਸ਼ੂਟ 'ਚ ਸਿਲੈਕਟ ਹੋਇਆ ਦੀਪਕ, ਉਸ ਦੇ ਬਾਅਦ ਹਾਂ ਯੈਸ ਉੱਥੇ ਉਹਨੂੰ ਸਿਲੈਕਟ ਕਰ ਲਿਆ। ਸਿਲੈਕਟ ਕਰਨ ਦੇ ਬਾਅਦ ਕਿ ਅਸ਼ੋਕਾ ਦੀ ਗ੍ਰੇਡ ਤੋਂ ਕਰੇਗਾ, ਔਰ ਅਸ਼ੋਕਾ ਦੀ ਗ੍ਰੇਡ ਵਾਸਤੇ ਉਹਨੇ ਕਿੰਨੇ ਆਫਰ ਆਏ, ਉਹਨੇ ਛੱਡਤੇ। ਸੋ ਉਹਨਾਂ ਦਾ ਹੋਲ ਕੈਰੀਅਰ, ਔਰ ਇਹਨੇ ਇਹ ਵੀ ਪੰਜਾਬੀ ਫਿਲਮ ਸੀ। तो मैं तो स्क्रीन टेस्ट का एक्टर था, लेकिन चोपड़ा जी ने कहा कि भाई ये है फिल्म, कभी करते जाना, कभी कभी जाना, दोपहरे जाना, आ जाना, दोपहरे जाना, रोटी रोटी खा के आ जाना। देन आफ्टर दिस हैपन कि सारे असी पंजाबियां मुंडियां ने सब ने किया कि फिल्म बनावांगे, तो फिल्म बनावांगे थे। अच्छा मेरा सिलेक्शन विलेक्शन हो गया, खबर आ गई सी सब। बिया चोपड़ा, हाँ बिया जज्बात एक फिल्म मेरी शाइन हो गई सी, उत्थे राजश्री साहब नाल भी
ਰਾਸ਼ਟਰੀ ਦੀ ਪ੍ਰੋਡਕਸ਼ਨ ਨਾਲ ਜ਼ਰੀਨਾ ਵਹਾਬ ਦੇ ਨਾਲ, ਲੇਕਿਨ ਕੁਛ ਸ਼ੁਰੂ ਨਹੀਂ ਹੋਇਆ ਸੀ। ਲੇਟਰ ਔਨ ਜੀ ਉਹ ਫਿਲਮ ਚੰਦ ਪਰਦੇਸੀ ਦਾ ਸ਼ੁਰੂਆਤ ਹੋਈ ਤੇ ਮੇਰੀ ਜ਼ਿੰਦਗੀ ਦਾ ਪਹਿਲਾ ਸਕਰੀਨ ਤੇ ਰੱਖਿਆ ਗਿਆ ਸ਼ਾਟ, ਸਕਰੀਨ ਟੈਸਟ ਵਾਲਾ ਨਹੀਂ, ਇਹ ਸਕਰੀਨ ਤੇ ਰੱਖਿਆ ਗਿਆ ਸ਼ਾਟ ਜਿਹੜਾ ਹੈ, ਦ ਫਸਟ ਸ਼ੂਟਿੰਗ ਆਫ ਮਾਈ ਲਾਈਫ, ਇਹ ਪੰਜਾਬ 'ਚ ਜਗਰਾਵਾਂ 'ਚ ਪਿੰਡ ਸੀ, ਉਹ ਸਾਈਕਲ ਦਾ ਸ਼ਾਟ ਹੈ ਜਿਸ 'ਤੇ ਮੈਂ ਡਿੱਗਣਾ ਚੰਦ ਪਰਦੇਸੀ ਦੇ ਵਿੱਚ। ਤੇ ਇਸ ਤਰ੍ਹਾਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਪੰਜਾਬੀ ਥੀਏਟਰ ਤੋਂ ਹੋਈ, ਪਟਿਆਲਾ ਤੇ ਇੱਥੇ ਟੈਗੋਰ ਥੀਏਟਰ ਤੋਂ, ਮਤਲਬ ਥੀਏਟਰ ਦੀ। ਪੰਜਾਬੀ ਯੂਨੀਵਰਸਿਟੀ 'ਚ ਮੈਂ ਡਰਾਮਾ ਡਿਪਾਰਟਮੈਂਟ 'ਚ ਸਾਂ, ਉੱਥੋਂ ਸ਼ੁਰੂਆਤ ਹੋਈ। ਤੋ ਪੰਜਾਬ ਨਾਲ ਤੇ ਮੈਂ ਫਿਰ ਆਪਣੇ ਅੰਦਰ ਇੱਕ ਯਕੀਨ ਬਣਾਇਆ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਮਾਂ ਬੋਲੀ ਵਾਸਤੇ ਹਰ ਸਾਲ ਇੱਕ ਫਿਲਮ ਕਰਦਾ ਰਹਾਂ। ਇਤਫਾਕ ਐਸਾ ਹੋਇਆ ਕਿ ਮੈਂ ਚੰਦ ਪਰਦੇਸੀ ਇੱਥੇ ਕਰਕੇ ਗਿਆ ਤਾਂ ਉੱਥੇ ਚੋਪੜਾ ਜੀ ਨੇ ਇੱਕ ਦਿਨ ਕਿਹਾ ਕਿ ਬਈ ਮੈਂ ਅਸੀਂ ਫਿਲਮ ਸ਼ੁਰੂ ਕਰ ਰਹੇ ਹਾਂ, ਮੈਂ ਜ਼ੀਨਤ ਨੂੰ ਕਹਾਣੀ ਸੁਣਾਈ ਹੈ। ਤੇ ਮੈਂ ਫਿਰ ਨਰਵਸ ਹੋ ਗਿਆ, ਮੈਂ ਕਿਹਾ ਲਓ ਇੰਨਾ ਵੱਡਾ ਨਾਂ ਆ ਗਿਆ, ਫਿਰ ਗਏ ਰਾਜ ਬੱਬਰ खैर तकदीर थी, उन्होंने कहा जीनत ਨੂੰ ਸੁਣਾਈਏ, देखो जीनत किस तरह कहते क्या मैं दसनी है। तो एक दिन गए तो चोपड़ा जी ने कहा कि भाई मुबारक हो, जीनत तैयार हो गई, दोनों नवे लड़के ले रहे हैं, ਅਸੀਂ दोनों तैयार हो गए। मैंने कहा अच्छा जी, लेकिन मैं किसी से घबराया, मैंने कहा यार पता नहीं ਉਹਦਾ ਸਕਰੀਨ 'ਚ ਸਾਡੀ ਤਿੰਨਾਂ ਦੀ ਸ਼ੂਟ ਉਹ ਵੀ ਆ ਗਏ, ਫੋਟੋਗ੍ਰਾਫ ਵੀ ਆ ਗਏ। ਫਿਰ ਮੈਂ ਘਬਰਾਇਆ ਕਿ ਮੈਂ ਕਿਹਾ ਯਾਰ ਹੁਣ ਕੱਢਤਾ ਤੇ ਰਾਜ ਬੱਬਰ ਤੇਰਾ ਕੁਛ ਨਹੀਂ ਰਹਿਣਾ, ਕਿ ਮਤਲਬ ਸਕਰੀਨ 'ਚ ਛੱਪਣ ਦੇ ਬਾਅਦ ਵੀ ਨਹੀਂ ਹੋਇਆ ਕੁਛ। ਦੈਨ ਆਫਟਰ ਜਿਹੜੀ ਇੱਕ ਫਿਲਮ ਸ਼ੁਰੂ ਹੋਈ, ਫਿਰ ਚੰਦ ਪਰਦੇਸੀ ਥੋੜਾ ਜਲਦੀ ਫਾਸਟ ਹੋਣਾ ਸ਼ੁਰੂ ਹੋ ਗਏ, ਸਾਡੀ ਸ਼ੂਟਿੰਗ ਵੀ ਫਾਸਟ ਹੋਣਾ ਸ਼ੁਰੂ ਹੋ ਗਈ। ਫਿਲਮ ਬਣੀ, ਉਸ 'ਚ ਬੰਗਾਲ ਦੀ ਸੀ, ਬਾਲਕਾ ਬਧੂ ਸੀ ਫਿਲਮ ਸੀ, ਉਸ ਰਜਨੀ ਕਰਕੇ ਲੜਕੀ ਸੀ, ਉਹ ਲਈ ਰਮਾ ਵਿੱਚ ਸੀ, ਉਹ ਵੀ ਪੰਜਾਬ ਤੋਂ ਸੀ, ਉਹਨੇ ਮਦਰ ਦਾ ਰੋਲ ਕੀਤਾ। ਕੁਲਭੂਸ਼ਣ ਜੀ ਦੀ ਆਲਮੋਸਟ ਪਹਿਲੀ ਫਿਲਮ ਸੀ, ਇੱਕ ਫਿਲਮ ਆ ਚੁੱਕੀ ਸੀ ਲੇਕਿਨ ਆਲਮੋਸਟ ਪਹਿਲੀ ਫਿਲਮ ਸੀ। ਅਮਰੀਸ਼ ਜੀ, ਸੋ ਉਹਨੇ ਸਾਰੇ ਅਸੀਂ ਇੰਝ ਇਕੱਠੇ ਹੋਏ, ਅਮਰੀਸ਼ ਪੁਰੀ ਜੀ, ਓਮਪੁਰੀ ਦੀ ਵੀ ਸ਼ਾਇਦ ਪਹਿਲੀ ਫਿਲਮ ਸੀ। ਅਤੇ ਅਸੀਂ ਸਭ ਜਿਹੜੇ ਕਹਿਣਾ ਚਾਹੀਦਾ ਵੀ ਹੈਵ ਸਟਾਰਟਡ, ਅਸੀਂ ਆਪਣਾ ਕੈਰੀਅਰ, ਮਨਮੋਹਨ ਸਿੰਘ ਕੈਮਰਾਮੈਨ, ਚਿਤਰਾਰਥ ਸੀ ਉਹਦੇ ਨਾਲ ਦੋਸਤੀ, ਪੀਪਟ, ਰਵਿੰਦਰ ਪੀਪਟ ਦੀ ਸਕਰੀਨ ਪਲੇ, ਤੋ ਇੱਕ ਐਸਾ ਸਾਡਾ ਸਰਕਲ ਬਣ ਗਿਆ ਕਿ ਉਹ ਫਿਰ ਅਗਲੀ ਫਿਲਮ ਵੀ ਇੱਕ ਪਲਾਨ ਹੋ ਗਈ, ਲੌਂਗ ਦਾ ਲਿਸ਼ਕਾਰਾ। ਬਹੁਤ ਸੋਹਣੀ ਫਿਲਮ। ਇਤਫਾਕ ਇਹ ਸੀ ਕਿ ਅਸੀਂ ਇਹ ਫਿਲਮਾਂ ਜੋ ਕਰ ਰਹੇ ਸਾਂ ਅਤੇ ਨਾਲੇ ਨੈਸ਼ਨਲ ਅਵਾਰਡ ਵੀ ਮਿਲ ਰਹੇ ਸਨ ਅਤੇ ਕਮਰਸ਼ਲੀ ਬਹੁਤ ਚੱਲ ਰਹੀਆਂ ਸਨ। ਫਿਰ ਦਿਸ ਹੋ ਗਿਆ ਹੌਲੀ ਹੌਲੀ ਮੜੀ ਦਾ ਦੀਵਾ ਆ ਗਈ, ਊਧਮ ਸਿੰਘ ਆ ਗਈ। ਸੋ ਦੈਟ ਕਾਈਂਡ, ਗੋਡ ਇਜ਼ ਵੈਰੀ ਕਾਈਂਡ। ਮੈਂ ਪੰਜਾਬੀ ਸਿਨੇਮਾ ਦੇ ਨਾਲ ਕੋਈ ਐਸਾ ਨਹੀਂ ਕਿ ਪੰਜਾਬੀ ਫਿਲਮਾਂ ਕਰਨਾ, ਮੇਰੀ ਜ਼ਿੰਦਗੀ ਦੀ ਸ਼ੁਰੂਆਤ ਪੰਜਾਬੀ ਸਿਨੇਮਾ ਤੋਂ ਹੋਈ ਹੈ। ਹਾਂ, ਇਹ ਜਿਹੜੀ ਫਿਲਮ ਜਿਹੜੀ ਹੁਣ ਆਈ ਹੈ, ਜਿਹੜੀ ਉਮਰਾਂ 'ਚ ਕੀ ਰੱਖਿਆ, ਇਹ ਕ੍ਰੈਡਿਟ ਮੈਂ ਸੱਚੀ ਕਹਾਂ ਇਤਫਾਕ ਹੀ ਹੈ ਕਿ ਮੈਂ ਪੰਜਾਬੀ ਦੁਬਾਰਾ ਸ਼ੁਰੂ ਕਰ ਰਿਹਾ, ਇੱਕ ਰਿਵਾਈਵ ਕਰ ਰਿਹਾ ਉਹ ਸਿਨੇਮਾ 'ਚ ਇੱਥੇ, ਅਤੇ ਉਹ ਪੰਜਾਬੀ ਸਿਨੇਮਾ ਔਰ ਰੋਮਾਂਟਿਕ ਰੋਲ ਦੀ ਮੈਂ ਸ਼ੁਰੂਆਤ ਜਿਹਦੇ ਨਾਲ ਕੀਤੀ, ਉਹ ਮੇਰੇ ਨਾਲ ਪੂਨਮ ਜੀ ਬੈਕ ਸਰਕਲ। ਯੈਸ, ਸੋ ਨਵੀ ਯਾਰ ਨੇ ਬਿਲਕੁਲ ਬਕਾਇਦਾ ਸਾਡੀ ਸਾਈਕਲ ਬਿਲਕੁਲ ਕੰਪਲੀਟ। ਪੂਨਮ ਜੀ, ਤੁਸੀਂ ਦੱਸਿਆ ਸੀ ਕਿ ਤੁਸੀਂ ਆਪਣੇ ਕੈਰੀਅਰ ਦੀ ਪਹਿਲੀ ਫਿਲਮ ਜੋ ਹੈ ਉਹ ਐਡਵੈਂਚਰ ਦੇ ਤੌਰ ਤੇ ਕੀਤੀ ਸੀ, ਫਿਰ ਉਹ ਐਡਵੈਂਚਰ ਜੋ ਹੈ ਉਹ ਪ੍ਰੋਫੈਸ਼ਨ 'ਚ ਕਿਵੇਂ ਬਦਲ ਗਿਆ? ਹਾਂ, ਇਹ ਵੀ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਡੈਸਟੀਨੀ, ਆਪਣੀ ਪੂਰੀ ਜਰਨੀ ਦੱਸੀ, ਮੇਰੀ ਡੈਸਟੀਨੀ ਬਿਲਕੁਲ ਹੀ ਅਲੱਗ ਸੀ। ਮੈਂ ਫਿਲਮਾਂ 'ਚ ਬਿਲਕੁਲ ਵੀ ਸਟਰਗਲ ਨਹੀਂ ਕੀਤਾ, ਮੈਂ ਕਰਨਾ ਹੀ ਨਹੀਂ ਚਾਹੁੰਦੀ ਸੀ ਫਿਲਮਾਂ। ਅਤੇ ਪਹਿਲੀ ਵਾਰ ਮੈਨੂੰ ਆਫਰ ਹੋਈ ਮੋਹਨ ਕੁਮਾਰ ਜੀ ਦੇ ਨੈਫਿਊ ਦੀਪਕ ਪਰਾਸ਼ਰ, ਹਾਂ, ਉਹਦੇ ਨਾਲ ਆਈ ਹੈਡ ਕਮ ਫॉर ਮਿਸ ਯੰਗ ਇੰਡੀਆ ਐਂਡ ਆਈ ਗॉट ਸਿਲੈਕਟਡ ਮਿਸ ਯੰਗ ਇੰਡੀਆ, ਕਿਉਂਕਿ ਉਸ ਸਾਲ ਉਸ ਟਾਈਮ ਨਾ 18 ਦੇ ਯੰਗਰ ਜਿਹੜੇ ਹੁੰਦੇ ਸੀ ਮਿਸ ਯੰਗ ਇੰਡੀਆ 'ਚ ਜਾਂਦੇ ਸੀ, ਓਵਰ 18 ਵਾਜ਼ ਮਿਸ ਇੰਡੀਆ। ਅਤੇ ਮੈਨੂੰ ਆਫਰ ਹੋਇਆ ਸ਼ਸ਼ੀ ਕਪੂਰ ਨਾਲ ਇੱਕ ਪਿਕਚਰ ਆਫਰ ਹੋਈ, ਅਤੇ ਮੈਂ ਕਿਹਾ ਮੈਨੂੰ ਤਾਂ ਫਿਲਮਾਂ ਕਰਨੀਆਂ ਹੀ ਨਹੀਂ, ਆਈ ਵਾਂਟ ਟੂ ਸਟੱਡੀ। ਮੈਂ ਸਕੂਲ 'ਚ ਸੀ, 10th ਕਲਾਸ 'ਚ, ਆਈ ਵਾਂਟ ਟੂ ਡੂ ਮਾਈ ਸਟੱਡੀਜ਼। 16-18 years ਦੇ? 15 years ਦੇ। So I said no and I came back ਚੰਡੀਗੜ੍ਹ। ਮੈਂ ਆਪਣਾ ਉਸ ਵਕਤ ਮੈਂ ਆਪਣਾ ਕਾਲਜ ਦੀ ਐਡਮਿਸ਼ਨ ਲਿੱਤੀ 11th ਕਲਾਸ, ਜੋ +2 ਜਿਹੜਾ ਹੁੰਦਾ, and then I got an offer for Noori
sorry, for Trishul. Trishul. And ਉਹ ਵੀ ਫਰਸਟ ਰਿਐਕਸ਼ਨ ਸੀ ਨਹੀਂ ਕਰਨੀ ਤੇ ਮੇਰੇ ਫਰੈਂਡਸ ਕਹਿੰਦੇ ਤੁਹਾਨੂੰ ਪਤਾ ਹੈ ਯਸ਼ ਚੋਪੜਾ ਵਾਟ ਅ ਬਿਗ ਪ੍ਰੋਡਿਊਸਰ ਹੀ ਇਜ਼ ਵਾਟ ਅ ਬਿਗ ਡਾਇਰੈਕਟਰ आई नहीं आई डोंट नो उस वक्त ना कभी कभी रिलीज हुई सी कुछ साल पहले उस दैट वाज हिज लास्ट फिल्म एंड देन दीवार तो कहते ही इज सच अ बिग डायरेक्टर यू डोंट वांट टू वर्क विद हिम मैं कहना आई वांट टू स्टडी मैंने फिल्मां करनियां ही नहीं ते यश जी ने परसुएड कीता सानू मिले यश जी आई हैड गॉन टू दिल्ली ते उत्थे मिले उन्होंने कहा अच्छा एक काम करते हैं यू कंटिन्यू योर स्टडीज ते तुहाडी छुट्टियां होंदियां दिसंबर च वी आर शूटिंग इन दिल्ली इन दिसंबर ਤੁਹਾਡੀ ਛੁੱਟੀਆਂ ਦੇ ਵਿੱਚ ਵੀਲ ਫਿਨਿਸ਼ ਦ ਫਿਲਮ ਐਂਡ ਦੈਨ ਯੂ ਕੈਨ ਗੋ ਬੈਕ ਟੂ ਯੋਰ ਸਟੱਡੀਜ਼ ਤੇ ਮੈਂ ਕਿਹਾ ਅੱਛਾ ਠੀਕ ਹੈ ਆਲ ਮਾਈ ਯੂ نو ਉਸ ਉਮਰ ਚ when you're 15 16 friends ਬੜੀਆਂ ਇਨਫਲੂਐਂਸ ਕਰਦੀਆਂ ਨੇ ਨਹੀਂ whatever your friends say you want to do parents ਕੁਝ ਵੀ ਕਹਿਣ ਨਹੀਂ ਜੋ friends ਕਹਿਣਗੇ ਉਹੀ ਸੁਣਨਾ ਹੈ ਤੇ I said okay I'll do it and mummy of course my mother was shocked ਟੋਟਲੀ ਸ਼ੈਟਰਡ ਕਿ ਹੋ ਹੀ ਨਹੀਂ ਸਕਦਾ ਮੇਰੇ ਸਾਡੇ ਫੈਮਿਲੀ 'ਚ ਕਿਸੇ ਨੇ ਅਸੀਂ ਫਿਲਮਾਂ ਦੇਖਦੇ ਨਹੀਂ ਸੀ ਕੰਮ ਕਰੇਗੀ ਸਾਡੀ ਕੁੜੀ ਯੂ نو ਅਨਫੋਰਚੂਨੇਟਲੀ ਮੀਡੀਆ ਦੇ ਥਰੂ ਫਿਲਮ ਇੰਡਸਟਰੀ ਦੀ ਰੈਪਿਊਟੇਸ਼ਨ ਉਸ ਵਕਤ ਤੇ ਹੋਰ ਵੀ ਜ਼ਿਆਦਾ ਖਰਾਬ ਸੀ ਤੇ ਲੱਗਦਾ ਸੀ ਕਿ ਚੰਗੇ ਘਰ ਦੇ ਬੱਚੇ ਫਿਲਮਾਂ 'ਚ ਨਹੀਂ ਜਾਂਦੇ ਤੇ ਮੰਮੀ ਵਾਸ ਟੋਟਲੀ ਅਗੇਂਸਟ ਉਹਨਾਂ ਨੇ ਗੱਲ ਨਹੀਂ ਕੀਤੀ ਮੇਰੇ ਨਾਲ ਮਤਲਬ ਇੰਨੇ ਮਹੀਨੇ ਇੱਕ ਸਾਲ ਤੱਕ ਦੇ ਸ਼ੀ ਰਿਫਿਊਜ਼ ਟੂ ਟਾਕ ਟੂ ਮੀ ਸ਼ੀ ਇਜ਼ ਯੂ ਹੈਵ ਡਨ ਦਿਸ ਤੇ I came to the industry, I did my film, I went back, मैं जाके college join कर लेता and सोचा कि ਹੁਣ I'll study ਉਹਦੇ ਕੁਝ ਮਹੀਨੇ ਬਾਅਦ ਫਿਰ ਯਸ਼ ਜੀ ਨੇ ਦੂਜੀ ਫਿਲਮ ਵਾਸਤੇ ਮੈਨੂੰ ਆਫਰ ਕੀਤੀ ਨੂਰੀ ਕਹਿੰਦੇ ਨਿਊ ਕਮਰਸ ਦੀ ਫਿਲਮ ਹੈ ਤੇ ਉਹ ਵੀ ਅਸੀਂ ਤੁਹਾਡੀ ਸਮਰ ਵਕੇਸ਼ਨ ਸ਼ੂਟ ਕਰ ਲਵਾਂਗੇ when you have holidays ਨਾ in summer we'll shoot it at that time and one shot start to finish film ਹੋਏਗੀ okay and actually he kept that promise ਇੱਕ starting to beginning ਅਸੀਂ ਕਸ਼ਮੀਰ actually ਜੰਮੂ ਚ ਸ਼ੂਟਿੰਗ ਕੀਤੀ ਉਹਦੀ and I finished my film and I came back by then Trishul had become such a big hit and ਨੂਰੀ ਦੀ ਵੀ ਬਹੁਤ ਅੱਛੀ ਰਿਪੋਰਟਸ ਆਉਣ ਲੱਗੀਆਂ and I started little bit understanding acting ਹੁੰਦੀ ਕਿ ਮੈਨੂੰ ਬਿਲਕੁਲ ABC ਵੀ ਨਹੀਂ ਆਂਦਾ ਸੀ ਐਕਟਿੰਗ ਦਾ ਲਿਟਰਲੀ ਇਹਨਾਂ ਨੇ ਤੇ ਸਟੇਜ ਕੀਤਾ ਐਕਸਪੀਰੀਅੰਸ ਕੀਤਾ I knew nothing ਸੋ ਮੈਂ ਬਿਲਕੁਲ ਰॉ ਸੀ ਲਿਟਰਲੀ ਲਾਈਕ ਰॉ ਕਹਿੰਦੇ ਨਾ ਮਿੱਟੀ ਹੁੰਦੀ ਹੈ ਜਿਸ ਤਰ੍ਹਾਂ ਮੋਲਡ ਕਰਨਾ ਹੁੰਦਾ ਤੇ I started learning a little bit about acting ਤੇ ਨੂਰੀ ਦੇ ਬਾਅਦ ਉਸ ਦੀ ਰਸ਼ਿਜ਼ ਰਾਜੇਸ਼ ਖੰਨਾ ਜੀ ਨੇ ਦੇਖੇ ਅਸੀਂ ਡਬਿੰਗ ਕਰ ਰਹੇ ਸੀ and he said I think this girl is very good for Red Rose उन्होंने एक picture शुरू की थी सी and then Uncle Raj Kapoor ji saw some pictures and he said I want this girl for my film I had no idea मैं ते चंडीगढ़ वापस आ गई सी वो हो रहा सी बॉम्बे च ते उस टाइम ना इंडस्ट्री was not driven by media electronic media ते सीगा ही नहीं print media सी and आपस च इंडस्ट्री वाले गल करदे सी तो जो the word was report ਬੜੀ ਚੰਗੀ ਹੈ ਕੁੜੀ ਦੀ ਸੋ ਤੇ ਇਹ ਕਿੰਨੇ ਦੱਸਿਆ ਮੈਨੂੰ ਬਾਅਦ ਚ ਸਭ ਸਟੋਰੀਆਂ ਪਤਾ ਚੱਲਿਆ ਤੇ ਰਾਜ ਕਪੂਰ ਜੀ ਆਫਰਡ ਮੀ ਅ ਫਿਲਮ ਕਾਲ BVO BV ਐਂਡ ਤੀਜੀ ਫਿਲਮ ਮੈਨੂੰ ਨਾਲ ਤਿੰਨ ਫਿਲਮਾਂ ਵੱਡੀਆਂ ਵਿਦ ਜਤਿੰਦਰ ਜੀ ਕਾਲ ਨਿਸ਼ਾਨਾ ਤੇ ਰਾਘਵੇਂਦਰ ਰਾਓ ਸਾਊਥ ਦੇ ਵੱਡੇ ਡਾਇਰੈਕਟਰ ਨੇ ਤੇ So everybody told me you're going to say no to everything. Rajesh Khanna, Jitinder, Raj Kapoor banner. Are you mad? ते डरदे मैं फिल्म यश जी actually guided me. He says you can't get bigger than this. कर ले. God wants you to do it. ते मैं destiny च बहुत believe कर दिया. God च believe कर दिया कि इत्थे तक लेके आए ने किसी वजह ना लेके आए ने. So I started accepting films. तो फिर first film I did was I think Red Rose and then Nishana and BVO BV नालो same time ते शुरू हुई and then before I knew it मैं full time फिल्मां च आ गई but I must say मैं अपनी studies continue की थी 3 साल तक मैं पढ़ती रही I finished my graduation जिद च मैं ते पढ़ांगी I don't want to and बाकी मेरी heroines जड़ियां ने friends ने बाद च बनियां कहंदियां ਅਸੀਂ ते first opportunity मिली ਅਸੀਂ studies छड़ियां you're mad or what and my children also tell me mom really you are very strange कि ਤੁਸੀਂ ਫਿਲਮਾਂ ਚ ਕੰਮ ਕਰਦੇ you insisted on doing and to some extent I'd say ਮੈਨੂੰ ਵੀ ਪੜ੍ਹਾਈ ਤਾਂ ਬੜਾ ਸ਼ੌਕ ਸੀ but also I wanted to make my mother happy ਉਹਨਾਂ ਦਾ ਸਭ ਤੋਂ ਬੜਾ ਗਮ ਇਹ ਸੀ ਕਿ ਪੜ੍ਹਾਈ ਛੱਡ ਦੇਗੀ ਸਾਡੀ ਕੁੜੀ and my mother after marriage ਉਹਨਾਂ ਨੇ ਆਪਣੀ MA ਕੀਤੀ B.Ed ਕੀਤੀ so our education was part of our family so my brother became a doctor my sister's a doctor so for me
ਇਟ ਵਾਸ ਕਿ ਪੜ੍ਹਾਈ ਇਜ਼ ਅ ਇੰਪੋਰਟੈਂਟ ਪਾਰਟ ਆਫ ਲਾਈਫ। ਤੇ ਹੁਣ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਰੂਲ ਦਿੱਤਾ ਹੈ ਮੈਂ ਸਨ ਉਹ ਫਿਲਮਾਂ 'ਚ ਆਇਆ ਹੈ ਕਿ ਉਹਨੂੰ ਪਹਿਲੇ ਗ੍ਰੈਜੂਏਸ਼ਨ ਕਰੋ ਆਪਣੀ, ਫਿਰ ਉਹਦੇ ਬਾਅਦ ਜੋ ਕਰਨਾ ਕਰੋ। ਐਂਡ ਮਾਈ ਡਾਟਰ ਆਲਸੋ, ਬੋਥ ਆਫ them have done their graduation. So I feel education ਬੜੀ ਜ਼ਰੂਰੀ ਹੈ ਲਾਈਫ 'ਚ। ਉਹਦੇ ਬਗੈਰ ਨਾ you can't really understand what is going on in the world. ਪੂਨਮ ਜੀ ਇਨੀਸ਼ੀਅਲੀ ਤੁਸੀਂ ਦੱਸਿਆ ਜਦੋਂ ਤ੍ਰਿਸ਼ੂਲ ਹੋਈ, ਨੂਰੀ ਹੋਈ, ਬਟ ਇਨੀਸ਼ੀਅਲੀ ਤੁਹਾਨੂੰ ਯਸ਼ਰਾਜ ਜੀ ਨੇ ਕਿਵੇਂ ਅਪਰੋਚ ਕੀਤਾ? ਉਹ ਵੀ ਬੜੀ ਸਟ੍ਰੇਂਜ ਐਂਡ ਇੰਟਰਸਟਿੰਗ ਸਟੋਰੀ ਹੈ। ਉਹਦਾ ਕਨੈਕਸ਼ਨ ਵੀ ਚੰਡੀਗੜ੍ਹ ਤੋਂ ਹੀ ਹੈ ਕਿ ਮੇਰੇ ਮੈਂ ਜਦ ਪੜ੍ਹ ਰਹੀ ਸੀ ਇੱਕ ਫੋਟੋ, ਜਿਸ ਤਰ੍ਹਾਂ ਮੈਂ ਕਿਹਾ ਮੈਂ ਮਿਸ ਯੰਗ ਇੰਡੀਆ 'ਚ ਹਿੱਸਾ ਲਿੱਤਾ ਸੀ, ਦੈਟਸ ਅ ਸਟੋਰੀ ਜੋ ਲੋਕਾਂ ਨੇ ਕਈ ਵਾਰ ਸੁਣ ਲਈ ਹੋਏਗੀ। ਉਹ ਤੇ ਅਸੀਂ ਫਨ ਵਾਸਤੇ ਕੀਤਾ ਕਿ ਬੱਚਿਆਂ ਨੂੰ ਕੌਣ ਬੁਲਾਏਗਾ ਫੈਸ਼ਨ ਸ਼ੋ ਦੇਖੋ ਜਾਂ ਬਿਊਟੀ ਕੰਟੈਸਟ। ਉਸ ਟਾਈਮ ਤੇ ਟੀਵੀ 'ਚ ਵੀ ਕੁਝ ਨਹੀਂ ਆਉਂਦਾ ਸੀ ਇਸ ਤਰ੍ਹਾਂ ਦੇ ਸ਼ੋਜ਼, ਤੇ ਅਸੀਂ ਕਿਊਰੀਅਸ ਸੀਗੇ ਹਾਂ ਦੇਖਣਾ ਹੈ ਕਿਸ ਤਰ੍ਹਾਂ ਹੁੰਦਾ ਹੈ, ਸਾਰੇ ਮਾਡਲ ਕਿਸ ਤਰ੍ਹਾਂ ਹੁੰਦੇ ਨੇ। ਤੇ ਮੈਂ ਸੋਚਿਆ ਕਿ ਹਿੱਸਾ ਲੈ ਕੇ ਹੀ ਦੇਖ ਸਕਦੇ ਹਾਂ, ਸਾਨੂੰ ਤੇ ਕੋਈ ਇਨਵਾਈਟ ਨਹੀਂ ਕਰਨ ਵਾਲਾ ਚੰਡੀਗੜ੍ਹ ਤੋਂ ਕਿ। ਐਂਡ ਉਸ ਟਾਈਮ ਤੇ ਚੰਡੀਗੜ੍ਹ 'ਚ ਕੋਈ ਹੁੰਦਾ ਵੀ ਨਹੀਂ ਸੀ ਕੁਝ ਇਸ ਤਰ੍ਹਾਂ ਦੀ ਚੀਜ਼ਾਂ, ਸਭ ਕੁਝ ਦਿੱਲੀ 'ਚ ਹੀ ਹੁੰਦਾ ਸੀ, ਚੰਡੀਗੜ੍ਹ 'ਚ ਮਤਲਬ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਹੀ ਨਹੀਂ ਸੀ। ਤੇ ਯਸ਼ ਚੋਪੜਾ ਜੀ ਨੇ ਉਸ ਇਵੈਂਟ ਦੀ ਇੱਕ ਫੋਟੋ ਦੇਖੀ ਸੀ ਤੇ ਉਹਨਾਂ ਨੇ ਕਿਹਾ ਇਹ ਕੁੜੀ ਚਾਹੀਦੀ ਹੈ ਮੈਨੂੰ ਆਪਣੀ ਨਈ ਫਿਲਮ, ਨਿਊ ਕਮਰ ਚਾਹੀਦੀ ਸੀ ਉਹਨਾਂ ਨੂੰ। ਸੇ ਉਹਨਾਂ ਨੇ ਅਪਰੋਚ ਕੀਤਾ ਬਲਵੰਤ ਗਾਰਗੀ ਜੀ ਨੂੰ, ਜਿਹੜੇ ਪੰਜਾਬ ਯੂਨੀਵਰਸਿਟੀ ਦੇ ਹੈਡ ਆਫ ਡਿਪਾਰਟਮੈਂਟ ਸੀ ਆਰਟ ਦੇ। ਤੁਸੀਂ ਤੇ ਜਾਣਦੇ ਹੋਗੇ ਬਲਵੰਤ ਜੀ ਨੂੰ। ਤੇ ਬਲਵੰਤ ਗਾਰਗੀ ਜੀ ਮੇਰੇ ਪੇਰੈਂਟਸ ਨੂੰ ਜਾਣਦੇ ਸੀ, ਉਹ ਸਾਡੇ ਘਰ ਆਏ ਤੇ ਉਹਨਾਂ ਨੇ ਕਿਹਾ ਇਹ ਇਸ ਤਰ੍ਹਾਂ ਦਾ ਫਿਲਮ ਆਫਰ ਹੈ, ਮੇਰੇ ਫਰੈਂਡ ਯਸ਼ ਚੋਪੜਾ ਜੀ ਫਿਲਮ ਬਣਾ ਰਹੇ ਹਨ। ਨੋ ਨਹੀਂ ਇੰਟਰਸਟਿਡ ਨਹੀਂ ਹੈ, ਕਰਨਾ ਨਹੀਂ ਸਾਡੀ ਘਰ ਸੇ। ਤਾਂ ਦੂਜੀ ਵਾਰ ਫਿਰ ਤੋਂ ਆਏ ਕਿ ਕਹਿੰਦੇ ਦੇਖੋ ਉਹਨਾਂ ਨੇ ਬੋਲਿਆ ਤੁਹਾਡੀ ਸੂਟੇਬਿਲਿਟੀ ਦੇ ਅਕੋਰਡਿੰਗ ਕਰਾਂਗੇ, ਤੁਹਾਨੂੰ ਸਕੂਲ ਨਹੀਂ ਮਿਸ ਕਰਨਾ, ਕਾਲਜ ਨਹੀਂ ਮਿਸ ਕਰਨਾ, ਵੀਲ ਡੂ ਇਟ ਅਕੋਰਡਿੰਗਲੀ। ਤੇ ਆਈ ਥਿੰਕ ਉਹੀ ਡੈਸਟੀਨੀ ਸੀਗੀ ਕਿ ਮੈਂ ਹਰ ਚੀਜ਼ ਠੀਕ ਬੈਠ ਗਈ ਤੇ ਪਹਿਲੀ ਫਿਲਮ ਕਰ ਲਿੱਤੀ। ਔਰ ਪਹਿਲਾ ਸ਼ਾਟ ਜੇ ਇਹਨਾਂ ਨੇ ਦੱਸਿਆ ਆਪਣਾ ਸਾਈਕਲ ਗਿਰੀ ਸੀ, ਮੈਨੂੰ ਪਹਿਲਾ ਸ਼ਾਟ ਹੋਇਆ ਕਿ ਅਮਿਤਾਭ ਬੱਚਨ ਜੀ ਮੈਨੂੰ ਉਠਾ ਕੇ ਘਰ ਲੈ ਕੇ ਆਉਂਦੇ ਨੇ। ਸੰਜੀਵ ਕੁਮਾਰ ਨਾਲ ਉਹਨਾਂ ਦਾ ਕਨਫਰੰਟੇਸ਼ਨ ਸੀਨ ਸੀ, ਬੜਾ ਫੇਮਸ ਸੀਨ ਸੀ ਕਿ ਉਹਨਾਂ ਦੇ ਹੱਥ 'ਚ ਕੁਝ ਚੋਟ ਲੱਗੀ ਹੈ ਤੇ ਉਹ ਹੱਥ ਮਿਲਾਉਂਦੇ ਨੇ। ਮੇਰਾ ਐਕਸੀਡੈਂਟ ਹੋ ਜਾਂਦਾ ਗੱਡੀ ਦਾ ਐਂਡ ਪਹਿਲੀ ਵਾਰ ਉਹਨਾਂ ਦਾ ਹੱਥ ਮਿਲਾਉਂਦੇ ਨੇ ਸੰਜੀਵ ਕੁਮਾਰ ਨਾਲ, ਕਹਿੰਦੇ ਉਹ ਮੈਨੂੰ ਲੱਗਿਆ ਮੇਰਾ ਆਪਣਾ ਹੀ ਖੂਨ ਹੈ, ਇੱਕ ਡਾਇਲੌਗ ਸੀ ਉਹਦਾ, ਬਹੁਤ ਫੇਮਸ ਡਾਇਲੌਗ ਸੀ। ਐਂਡ ਐਕਚੁਅਲੀ ਅਮਿਤਾਭ ਬੱਚਨ ਜੀ ਸੰਜੀਵ ਕੁਮਾਰ ਦੇ ਬੇਟੇ ਨੇ ਤੇ ਉਹ ਡਰਾਮੈਟਿਕ ਡਾਇਲੌਗ ਸੀ। ਮੈਂ ਖੂਨ ਦੇਖ ਕੇ ਲੱਗਿਆ ਮੇਰਾ ਆਪਣਾ ਹੀ ਖੂਨ ਹੈ। ਤੇ ਉਹ ਸੀਨ ਕਿਸੇ ਨੂੰ ਪਤਾ ਹੀ ਨਹੀਂ ਜੀ, ਮੈਂ ਤੇ ਇੱਕ ਬੋਰੀ ਦੇ ਵਾਂਗ ਮੈਨੂੰ ਚੁੱਕਿਆ ਅਮਿਤਾਭ ਜੀ ਨੇ ਰੱਖ ਦਿੱਤਾ ਔਰ ਮੈਂ ਕੰਪ ਰਹੀ ਅੰਦਰ ਕਿ ਇੰਨੇ ਵੱਡੇ ਵੱਡੇ ਐਕਟਰਸ ਨੇ ਔਰ ਆਈ ਡੋਂਟ ਇਵਨ ਨੋ ਕੀ ਕਰਨਾ ਕੀ ਹੈ ਮੈਨੂੰ। ਤੇ ਮੇਰੀ ਲਾਈਫ ਉੱਥੋਂ ਸ਼ੁਰੂ ਹੋਈ। ਫਿਰ ਥੱਪੜ ਵੀ ਪਏ ਸ਼ਸ਼ੀ ਕਪੂਰ ਜੀ ਦੇ ਨਾਲ, ਸਭ ਕੁਝ ਹੋਇਆ। ਐਂਡ ਗਾਣਾ ਸੀਗਾ ਬੜਾ ਫੇਮਸ ਉਸ ਫਿਲਮ ਦਾ, ਗਾਪੂਚੀ ਗਾਪੂਚੀ ਗਾਣਾ, ਦਿਖਣ 'ਚ ਬੜਾ ਚੰਗਾ ਲੱਗਦਾ ਹੈ ਬਟ ਮੇਰੇ ਤੋਂ ਪੁੱਛੋ ਮੈਨੂੰ ਕਿੰਨਾ ਡਰ ਲੱਗਿਆ ਪਬਲਿਕ 'ਚ ਖੜੇ ਹੋ ਕੇ ਡਾਂਸ ਕਰਨਾ। ਮੈਨੂੰ ਡਾਂਸ ਵੀ ਨਹੀਂ ਆਉਂਦਾ ਸੀ ਪਬਲਿਕ 'ਚ, ਯੂ ਨੋ ਆਈ ਵਾਜ਼ ਵੈਰੀ ਯੰਗ, ਐਕਸਪੀਰੀਅੰਸ ਵੀ ਨਹੀਂ ਸੀਗਾ ਬਿਲਕੁਲ ਵੀ। ਤੇ ਉਸ ਤਰ੍ਹਾਂ मतलब डरते डरते फिल्म खत्म हुई पर बड़ी वड्डी हिट हो गई फिल्म। नॉट बिकॉज ऑफ मी मेरे बट अमिताभ बच्चन, शशि कपूर, संजीव कुमार, हेमा मालिनी, राखी, इन्नी वड्डी स्टार कास्ट वाली फिल्म आई थिंक पहली बार। आई थिंक उसके बाद भी इतने बड़े स्टार्स एक फिल्म, सलीम जावेद, यश चोपड़ा, बहुत दिन नहीं आए। हाँ बहुत दिनों के बाद बहुत ही बहुत सेंसिबल फिल्म, एक एक डायलॉग उस फिल्म दा आई थिंक इट वाज ब्यूटीफुल। ते बस बोलते ना ऊपर वाले दी मेहर सीगी, इत्थे आ गई बेस्ट फिल्म, स्ट्रगल नहीं करना पिया। तो इट वाज आई थिंक मेरे वास्ते तो बहुत ही। अच्छा राज जी, NSD ਦੀ ਨਾ ਦੋ ਚੀਜ਼ਾਂ ਬਹੁਤ ਮਸ਼ਹੂਰ ਨੇ ਤੇ ਇਹ ਗੱਲ ਤੁਹਾਡੇ ਤੋਂ ਜ਼ਿਆਦਾ ਚੰਗੀ ਕੌਣ ਸਮਝ ਸਕਦਾ ਹੈ। ਪਹਿਲੀ ਤਾਂ ਉੱਥੋਂ ਦੇ ਪਾਸ ਆਊਟ ਤੁਹਾਡੇ ਵਰਗੇ ਸ਼ਾਨਦਾਰ ਐਕਟਰਸ ਐਂਡ ਦੂਜੀ NSD ਦੇ ਕਿੱਸੇ। ਤੇ ਇੰਜ ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡੇ ਕੋਲ ਕੋਈ ਯਾਦਗਾਰ ਕਿੱਸਾ ਨਾ ਹੋਵੇ NSD ਦਾ, ਪਲੀਜ਼ ਸ਼ੇਅਰ ਕਰੋ। ਦੇਖੋ ਜੀ ਤੁਸੀਂ ਪੂਨਮ ਜੀ ਦੇ ਸਾਹਮਣੇ ਤੁਸੀਂ ਮੈਨੂੰ ਕੁਝ ਕਹਿ ਰਹੇ, ਪਰ ਮੈਂ ਦੇਖੋ ਜੀ ਪੂਨਮ ਜੀ ਦੀ ਕਹਾਣੀ ਸੁਣ ਕੇ ਮੈਨੂੰ ਇੰਨਾ ਪਤਾ ਨਹੀਂ ਸੀ, ਲੇਕਿਨ ਹੈ ਤੇ ਅੱਜ ਦੇ ਜ਼ਮਾਨੇ 'ਚ ਗੱਲ ਚੱਲਦੀ ਨਹੀਂ ਗੀ, ਲੇਕਿਨ ਬਜ਼ੁਰਗ ਪੁਰਾਣੇ ਜ਼ਮਾਨੇ 'ਚ ਸਹੀ ਕਹਿੰਦੇ ਸਨ ਕਿ ਕੁੜੀ ਸੋਹਣੀ ਹੋਏ ਤੇ ਘਰ ਲੁਕਾ ਕੇ ਰੱਖੋ। ਤੁਸੀਂ ਦੇਖਿਆ ਨਾ ਇਹ ਸੋਹਣੀ ਕੁੜੀ ਸੀ, ਤੂੰ ਇਹ ਸਟਰਗਲ ਕਰ, ਇਹਨੂੰ ਸਟਰਗਲ ਦੀ ਲੋੜ ਹੀ ਨਹੀਂ ਸੀ, ਉਹ ਆਪਣੇ ਆਪ ਹੀ ਪਿੱਛੇ ਆਈ ਜਾ।
ਸਾਡੇ ਵਾਸਤੇ ਤੇ ਨਾਂ ਹੀ ਬੜੇ ਵੱਡੇ ਸਨ, ਯਸ਼ ਚੋਪੜਾ, ਰਾਜ ਕਪੂਰ। ਅਸੀਂ ਘਰ ਬੈਠ ਕੇ ਸਾਰੇ ਸੋਚਦੇ ਹੀ ਰਹਿੰਦੇ ਸੀ, ਐਨਰਜੀ 'ਚ ਬਹਿ ਕੇ ਅਸੀਂ ਸੋਚਦੇ ਹੀ ਰਹਿੰਦੇ ਸੀ ਕਿ ਇਹ ਕਿੰਨੇ ਇਹ ਨਾਂ ਕਿਸ ਤਰ੍ਹਾਂ ਬਣ ਜਾਂਦੇ ਨੇ, ਹੈ ਨੱਸਦੇ। ਸੋ ਇਹ ਇਟਸ ਏ ਗ੍ਰੇਟ ਥਿੰਗ। ਇਹਨਾਂ ਕਿੱਸਿਆਂ 'ਚ ਹੀ ਇੱਕ ਇਹ ਵੀ ਕਿੱਸਾ ਦੇਖੋ, ਕਿਆ ਤੁਸੀਂ ਕਹਿ ਰਹੇ ਤੁਹਾਡੀ ਬਹੁਤ ਸਿਮਿਲੈਰਿਟੀ। ਉਹ ਪੂਨਮ ਜੀ ਦੀ ਜਿਸ ਫਿਲਮ 'ਚ ਕੰਮ ਕਰ ਰਹੇ ਸਨ, ਉਸ ਫਿਲਮ ਦਾ ਸੰਜੀਵ ਕੁਮਾਰ ਸਾਹਿਬ ਦਾ ਲੰਬਾ ਡਾਇਲੋਗ ਹੈ ਨਾ, ਕਨਫਰੰਟੇਸ਼ਨ ਵਾਲਾ, ਉਸ ਜਿਸ ਦਾ ਤੁਸੀਂ ਜ਼ਿਕਰ ਵੀ ਕੀਤਾ ਹੈ, ਉਸ ਡਾਇਲੋਗ ਦੇ ਨਾਲ ਮੈਨੂੰ ਨਹੀਂ ਪਤਾ ਸੀ ਤ੍ਰਿਸ਼ੂਲ ਦਾ ਡਾਇਲੋਗ ਹੈ। ਉਹ ਬਾਅਦ 'ਚ ਜਦੋਂ ਫਿਲਮ ਵੇਖੀ ਤਾਂ ਪਤਾ ਲੱਗੀ। ਸਕਰੀਨ ਟੈਸਟ ਕੀਤਾ? ਮੇਰਾ ਸਕਰੀਨ ਟੈਸਟ ਹੋਇਆ ਸੀ ਸ਼ਕਤੀ ਵਾਸਤੇ ਉਸ ਫਿਲਮ ਦੇ, ਔਰ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ, ਸਿਰਫ ਪਲੇਨ ਟਾਈਪ ਕਰਕੇ ਮੈਨੂੰ ਦਿੱਤਾ ਕਿ ਮੈंने कहा जी ठीक है। मैं ਕੀਤਾ, ਜਾਵੇਦ ਅਖਤਰ ਸਾਹਿਬ ਨੇ ਉਹਨਾਂ ਡਾਇਲੋਗ ਦਿੱਤੇ ਤੇ ਸ਼ਾਮੀ ਦਿੱਤੇ, ਨੈਕਸਟ ਡੇ ਉਸੇ ਤੇ ਮੈਂ ਕਰ ਲਿਆ। ਤੇ ਉਹਨੇ ਕਦੀ ਕਦੀ ਜ਼ਿੰਦਗੀ ਦੇ ਵਿੱਚ ਮੈਂ ਸੁਣ ਕੇ ਮੈਨੂੰ ਲੱਗ ਰਿਹਾ ਕਿ ਮੈਂ ਬੜਾ ਪਿੱਛੇ ਜਿਹਾ ਚਲਾ ਗਿਆ। ਓਨੈਸਟਲੀ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਕਿਸ ਤਰ੍ਹਾਂ ਜੁੜੀਆਂ ਹੋਈਆਂ ਨੇ। ਔਰ ਐਨਐਸਡੀ ਦੇ ਵਿੱਚ ਇਹ ਤੁਹਾਡੀ ਗ੍ਰੇਟਨੈਸ ਹੈ, ਤੁਹਾਡੇ ਪਬਲਿਕ ਦੀ, ਲੋਕਾਂ ਦੀ, ਸਭ ਕਹਿੰਦੇ ਨੇ ਕਿ ਅਸੀਂ ਚੰਗੇ ਐਕਟਰ। ਅਸੀਂ ਕੋਸ਼ਿਸ਼ ਕੀਤੀ, ਉੱਥੇ ਬੜਾ ਸਿੰਸੀਅਰਿਟੀ ਨਾਲ ਅਸੀਂ ਕੰਮ ਕੀਤਾ। ਔਰ ਸਭ ਤੋਂ ਪਹਿਲਾਂ ਐਨਐਸਡੀ ਦਾ ਕਿੱਸਾ ਕਹੋ ਤੁਸੀਂ ਜਾਂ ਇੱਕ ਗੁਰ ਕਹੋ, ਐਨਐਸਡੀ ਸੇ ਵੜਦਿਆਂ ਹੋਇਆ ਕੋਈ ਆਦਮੀ ਆਪਣੇ ਆਪ ਨੂੰ ਇਹ ਸੋਚੇ ਕਿ ਮੈਂ 30ਵਾਂ ਰੱਖਾਂ। ਉਹ ਸਭ ਤੋਂ ਪਹਿਲਾਂ ਫਸਟ ਈਅਰ ਦੇ ਵਿੱਚ ਸਾਡੇ ਉਸ ਵਕਤ ਇਬਰਾਹਿਮ ਅਲਕਾ ਜੀ ਸਨ, ਸਾਡੇ ਡਾਇਰੈਕਟਰ, ਸਾਡਾ ਟੀਚਰ, ਦਾ ਗ੍ਰੇਟ ਟੀਚਰ। ਉਹ ਸਭ ਨੂੰ ਪਹਿਲਾਂ ਕਹਿੰਦੇ ਸਨ ਕਿ ਟਰਾਈ ਟੂ ਲਰਨ, ਇਹ ਸਫੇਦ ਪੇਪਰ ਦਿਖਾਉਂਦੇ ਸਨ, ਪਲੇਨ ਪੇਪਰ। ਉਹ ਕਹਿੰਦੇ ਸਨ ਕਿ ਦੇਖੋ ਇੱਥੇ ਆਇਓ, ਇਸ ਨੂੰ ਦੇਖ ਲਓ। ਔਰ ਜ਼ਿੰਦਗੀ ਦੇ ਵਿੱਚ ਜੋ ਵੀ ਰੋਲ ਤੁਹਾਨੂੰ ਮਿਲਦਾ ਹੈ, ਐਜ਼ ਐਨ ਐਕਟਰ ਮਿਲਦਾ ਹੈ, ਜਾਂ ਜ਼ਿੰਦਗੀ 'ਚ ਕੋਈ ਵੀ ਕਦਮ ਚੁੱਕਦੇ ਹੋ, ਆਪਣੇ ਆਪ ਨੂੰ ਸਮਝੋ ਕਿ ਤੁਸੀਂ ਸਭ ਕੁਝ ਲਿਖ ਪੜਿਆ ਹੈ, ਨਾ ਸੋਚੋ, ਪਲੇਨ ਕੋਰੇ ਕਾਗਜ਼ ਦੀ ਤਰ੍ਹਾਂ ਹੀ ਚਲੋ। ਐਂਡ ਥਿੰਕ ਕਿ ਜੋ ਤੁਸੀਂ ਕਰੋਗੇ, ਐਸੇ ਜ਼ੀਰੋ ਲਿਖਤਾ ਤੁਸੀਂ ਜ਼ੀਰੋ ਹੋ ਜਾਓਗੇ। ਤਾਂ ਤੁਸੀਂ ਕੀ ਲਿਖਣਾ ਹੈ, ਆਪਣੇ ਆਪ ਨੂੰ ਤਿਆਰ ਕਰੋ। ਤਾਂ ਇਹਨੂੰ ਕਿੱਸਾ ਕਹਿ ਲਓ ਜਾਂ ਜ਼ਿੰਦਗੀ ਦੀ ਸ਼ੁਰੂਆਤ ਕਹਿ ਲਓ। ਬੜਾ ਅਜੀਬ ਸੁਣਾ ਕੇ ਤੁਹਾਨੂੰ ਲੱਗੇਗਾ ਕਿ ਐਨਐਸਡੀ ਦੇ ਵਿੱਚ ਮੇਰੇ ਸੀਨੀਅਰ ਸਨ, ਮੇਰੇ ਤੋਂ ਇੱਕ ਸਾਲ ਸੀਨੀਅਰ ਸਨ ਨਸੀਰੁद्दीन शाह, ਨਾ 2 ਸਾਲ ਸੀਨੀਅਰ ਸੀ। 1 ਸਾਲ ਸੀਨੀਅਰ ਸੀ ਰੋਹਿਣੀ ਅਥੰਗੜੀ ਵਗੈਰਾ, ਸਭ ਜਾਂਦੇ ਆ। ਇੱਕ ਬਾਹਰ ਦੇ ਪ੍ਰੋਫੈਸਰ ਆਏ ਸਨ, ਪ੍ਰੋਫੈਸਰ ਸੋਜ਼ੋ ਸਾਤੋ, ਤੇ ਅਮਰੀਕਾ ਤੋਂ ਆਏ ਸਨ, ਜੈਪਨੀਜ਼ ਸਨ। ਜੈਪਨੀਜ਼ ਟ੍ਰੈਡੀਸ਼ਨਸ ਦੇ ਉੱਤੇ ਕਾਬੂ ਕੀ ਪਲੇ ਸੀ। ਉਹ ਅਸੀਂ ਉਸ 'ਤੇ ਇੱਕ ਓਪਨ ਵਰਕਸ਼ਾਪ ਸੀ, ਉਹਦੇ ਵਿੱਚ ਕੁਝ ਸਿਲੈਕਸ਼ਨ ਹੋਈ ਤੇ ਇਤਫਾਕ ਸੀ, ਕੋਈ ਤਕਦੀਰ ਦੀ ਗੱਲ ਕਹਿ ਲਓ ਜਾਂ ਜਨੂਨ ਸੀ ਜੋ ਦੱਸ ਰਹੇ ਸਨ, ਅਸੀਂ ਕਰ ਰਹੇ ਸਾਂ, ਸਿੱਖ ਕੇ ਉਹਨਾਂ ਨੂੰ ਅਬਜ਼ਰਵ ਕਰ ਰਹੇ ਸਾਂ। ਤੇ ਮੈਨੂੰ ਵਨ ਆਫ ਦਾ ਮੇਜਰ ਰੋਲ ਮਿਲ ਗਏ। ਮਤਲਬ 2-3 ਰੋਲ ਸਨ, ਉਸ 'ਚ ਇੱਕ ਬਹੁਤ ਇੰਪੋਰਟੈਂਟ ਰੋਲ ਸੀ, ਉਹ ਮਿਲ ਗਿਆ। ਉਸ 'ਚ ਮੇਰੇ ਸੀਨੀਅਰ ਐਕਟਰ ਨਾਰਾਜ਼ ਵੀ ਹੋ ਗਏ, ਜਿਹੜੇ ਐਕਟਿੰਗ ਦੇ ਕੋਰਸ ਕਰ ਰਹੇ ਸੀ। ਉਹ ਗੁੱਸੇ 'ਚ ਵੀ ਆ ਗਏ, उन्होंने एक्टिंग छड़ती और डायरेक्शन से चले गए कि वो फर्स्ट ईयर के आते ही बंदे को काम मिल गया। तो मतलब एक पहले कभी होया नहीं सी हो गया। तो मैं सा एक और भी सी सानू 2-3 लोगों को मिल गया सी काम फर्स्ट ईयर के आया था। तो ये किस्से तो शुरुआत कर दिया जिंदगी की जो शुरुआत हुई तुसी यकीन कर सकते हो। साड़ी ट्रेनिंग की, साड़ी ट्रेनिंग रविंद्र भवन दे जिस फ्लोर ते असी पढ़ते सा, अलकाई साहब उस ते आके नहीं कहते तुसी करो। अलकाई साहब जानते सन जनरल टॉयलेट जोड़ा होंदा सी ना, 5-3-4 टॉयलेट होंदे सन, वो जाके साफ करना शुरू कर दिया। असी गंद कर देने ना कभी साफ नहीं, टॉयलेट साफ करना, खिड़की साफ, तो सर 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 प्लीज सर नो नो यू डू योर सर। वो एक ते लगे होंगे, दूजा आके लग गया, तीजा और लग गया। सो ना ही यूज्ड टू मेक टू अंडरस्टैंड कि तनु समझाने की कोशिश करते सर कि टॉयलेट साफ कर रहे हैं, अपने जो
ਸ਼ੀਸ਼ੇ ਸਾਫ਼ ਕਰ ਰਹੇ ਹਾਂ, ਖਿੜਕੀਆਂ ਦੇ ਸ਼ੀਸ਼ੇ ਸਾਫ਼ ਕਰ ਰਹੇ ਹਾਂ, ਕਬੂਤਰ ਜਿਹੜੇ ਸਨ ਬਿੱਟਾਂ ਕਰ ਜਾਂਦੇ ਸਨ ਉਹਨਾਂ ਨੂੰ ਸਾਫ਼ ਕਰ ਰਹੇ ਹਾਂ। ਸੋ ਇਹ ਟ੍ਰੇਨਿੰਗ ਸੀ, ਇਹਨੂੰ ਕਿੱਸੇ ਕਹਿ ਲਓ ਜਾਂ ਇੱਕ ਜ਼ਿੰਦਗੀ ਦੀ ਇੱਕ ਸ਼ੁਰੂਆਤ ਕਹਿ ਲਓ, ਟ੍ਰੇਨਿੰਗ ਕਹਿ ਲਓ। ਲੋਕੀ ਕਹਿੰਦੇ ਨੇ ਕਿ NSD ਦੇ ਲੋਕ ਕਿਉਂ? NSD ਦੇ ਜਿਹੜੇ ਵੀ ਐਕਟਰਸ ਜਿਹੜੇ ਨੇ, ਦੇਖੋ ਐਕਟਿੰਗ ਜਿਸ ਤਰ੍ਹਾਂ ਪੂਨਮ ਜੀ ਨੇ ਕਿਹਾ, ਠੀਕ ਹੈ, ਟ੍ਰੇਨਿੰਗ ਆਪਕੋ ਤੁਹਾਨੂੰ ਜਿਹੜੀ ਹੈ ਇੱਕ ਨੌਲੇਜ ਦਿੰਦੀ ਹੈ, ਤੁਹਾਨੂੰ ਸਟੈਨਿਸਲਵਾਸਕੀ, ਬ੍ਰੈਖਟ ਇਹ तमाम ਚੀਜ਼ਾਂ ਪੜ੍ਹਾਉਂਦੀ ਹੈ। ਲੇਕਿਨ ਜੇ ਤੁਸੀਂ ਕਰਨ ਜਾਂਦੇ ਹੋ ਨਾ, ਉਹ ਬੈਕ ਆਫ ਦਾ ਮਾਈਂਡ ਤੁਹਾਡੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੀ ਸਿਰਫ ਇੱਕ ਨੌਲੇਜ ਹੁੰਦੀ ਹੈ, ਤੁਸੀਂ ਇਹਨੂੰ ਕਿਸ ਤਰ੍ਹਾਂ ਡਿਵੈਲਪ ਕਰਨਾ। ਉਹ ਇਹਨਾਂ ਨੇ ਵੱਡੇ ਵੱਡੇ ਉਸਤਾਦਾਂ ਕੋਲੋਂ ਸਿੱਖਿਆ। भाई यश चोपड़ा जैसे आदमी, मनमोहन कृष्ण जैसे सीनियर परफॉर्मर, डायरेक्टर कैसे थे वो तो इनको पता होगा, लेकिन सच्चाई तो ये है कि उस बहुत गुणी एक्टर थे, वो पढ़े लिखे एक्टर थे। राज कपूर साहब है ना, उनका प्रोडक्शन हाउस, तो ये सारिया चीज़ा उस्तादा ने सिखाई, सानू भी उस्ताद मिल गया इब्राहिम अलका जी। उन्होंने को सीखते सीखते हम मान लो हॉस्टल से उन्होंने आना है, हॉस्टल च आके हूँ साढ़े सब दी साड़ी आदत होंदियां ने कि सवेरे उठे चादर छड़ के चले गए, है ना, और बाथरूम च बड़ो तो अपने सॉरी साढ़े जेडे भी दिलन होते गंदे वो तो सुटते, है ना, अंडरगारमेंट सुट के चले गए। अलका साहब ने कभी नहीं किया कि तुसी चुको इन्हों, आंदे सन अपने आप चुकते सन। उसने साढ़े कमरे से आके साढ़े अंडरगारमेंट चुकना, चुक के उन्होंने देखना सर्फ वो होंदा सी ਜਿਹੜਾ ਬਹਾਦਰ ਜਿਹੜਾ ਰਿਮੇਟ ਬੜੇ ਸਰਫ ਲਾਓ, ਸਰਫ ਪਾ ਸੌਰੀ ਸਰ ਅਸੀਂ ਕੰਬੀ ਜਾਂਦੇ ਸਾਂ। ਫਿਰ ਆਣਾ ਔਰ ਆ ਕੇ ਜਲਦੀ ਨਾਲ ਉਹਨੇ ਚਾਦਰ ਬਹਾਦਰ ਚਾਦਰ ਖੁਦ ਹੀ ਕਰਨਾ ਸ਼ੁਰੂ ਕਰ, ਕਿਸੇ ਦਾ ਕਬਰਡ ਖੋਲ ਲੈਣਾ, ਕਬਰਡ 'ਚ ਉਹਨਾਂ ਨੇ ਕੱਪੜੇ ਠੀਕ ਤਰ੍ਹਾਂ ਤੈ ਲਾ। ਉਸ ਬੰਦੇ ਨੇ ਕਦੀ ਸਾਨੂੰ ਇਹ ਕਹੋ ਕਿ ਸਭ ਐਕਟਿੰਗ ਅਸੀਂ ਐਕਟਿੰਗ ਹੀ ਸਿੱਖ ਰਹੇ ਸਾਂ। NSD 'ਚ ਅਸੀਂ ਤਿਆਰ ਹੋ ਰਹੇ ਸਾਂ ਇੱਕ ਬਿਹਤਰ ਇਨਸਾਨ ਬਣਨ ਵਾਸਤੇ। ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਕਿੱਸਿਆਂ ਦੇ ਵਿੱਚ ਸ਼ਾਇਦ ਉਹ ਚੀਜ਼ ਹੈ ਜੋ ਸਾਨੂੰ ਪਲੇਨ ਪੇਪਰ ਕਰਕੇ ਸੱਚੀ ਪਹੁੰਚੇ। ਅੱਜ ਵੀ ਮੈਂ ਓਨੈਸਟਲੀ ਕਹਿ ਰਿਹਾ, ਕੋਈ ਨया ਕੰਮ ਸਾਹਮਣੇ ਆਉਂਦਾ ਮੈਂ ਘਬਰਾਨਾ, ਕੋਈ ਇਸ ਗੱਲ ਨੂੰ ਮੰਨਦਾ ਨਹੀਂ ਕੋਈ, ਬਟ ਉਹ ਨਰਵਸਨੈਸ ਬਹੁਤ ਅੱਛੀ ਹੈ। ਓਵਰ ਕੌਨਫੀਡੈਂਸ ਆਪकी ਸਾਡੀ ਜ਼ਿੰਦਗੀ ਨੂੰ ਖਤਮ ਕਰ ਦਿੰਦੀ। ਬੰਦਾ ਨਰਵਸ रह के चंगे काम करता है। आकड़ के काम किए थे वो बताया यार ठीक है बताओ क्या है, नहीं ऐसे काम वो फिर जरा बताओ क्या है वो ऑडियंस कहती तू कर जा। नहीं यही चीज़ जो तुसी कही है, मैं यश चोपड़ा जी की ऐसी गल कर रही सी, सैट च कदी इत्थे पिया है कुछ गंद है, कोई समान उठाना है, इत्थे उत्थे करना है, खुद जाके करते सी। 5 असिस्टेंट होंगे, किसी नूं नहीं कहेंगे करो। कई बार तो उन्होंने लिटरली झाड़ू उठा के अच्छा थोड़ी सेट मिट्टी दिख रही है तो कर लो। अजकल दा जमाने बहुत अलग हो गया है, मतलब असिस्टेंट का भी असिस्टेंट है, असिस्टेंट का भी असिस्टेंट है, सब सोचते मेरा कम नहीं है और कोई करे। सो यू नो दैट असी उस स्कूल तो आए कि खुद हर कुछ मैं भी अपना कंटिन्यूटी खुद लिख लैंदी सी। मैंने कहा किसी को बुलाओ कि अच्छा मेरे बाल इस साइड ने कंटिन्यूटी रेड बिंदी है, किसी तो 6 महीने बाद वही सेम शूटिंग आएगी तो किसी ਨੂੰ ਪਤਾ ਹੀ ਨਹੀਂ ਕੀ ਪਾਇਆ ਸੀ, ਇਸ ਹੱਥ 'ਚ ਇਹ ਪਾਇਆ ਸੀ ਕਿ ਕੀ ਪਾਇਆ ਸੀ। ਅਸੀਂ ਲਿਖ ਕੇ ਉਸ ਟਾਈਮ ਤੇ ਇਨਸਟੈਂਟ ਕੈਮਰਾ ਤੇ ਸੀਗਾ ਨਹੀਂ ਕਿ ਫੋਨ 'ਚ ਫੋਟੋ ਲੈ ਕੇ ਰੱਖ ਲਓ, ਤੇ ਅਸੀਂ ਫਿਰ ਉਹ ਵੀ ਨਹੀਂ ਹੁੰਦੇ ਤੇ ਜਾ ਕੇ ਮੋਨੀਟਰ ਥੋੜੀ ਹੁੰਦੇ ਸਨ। ਅਸੀਂ ਡਰਾ ਕਰਕੇ ਕਿ ਇੱਕ ਇਸ ਤਰ੍ਹਾਂ ਦੀ ਚੂੜੀ ਪਾਈ ਹੈ, ਇਸ ਸ਼ੇਪ ਦੀ ਬਿੰਦੀ ਲਾਈ ਹੈ, ਈਅਰਿੰਗਸ ਇਹ ਪਾਈਆਂ ਨੇ, ਹਰ ਚੀਜ਼ ਦਾ ਡਿਸਪਲਿਨ ਖੁਦ ਐਜ਼ ਐਕਟਰਸ ਅਸੀਂ ਰੱਖਦੇ ਸੀ ਐਂਡ ਫੁੱਲੀ ਕਮਿਟਡ ਹੁੰਦੇ ਸੀ। ਤੇ ਮੈਨੂੰ ਲੱਗਦਾ ਡਿਸਪਲਿਨ ਵਰਡ ਜਿਹੜਾ ਯੂ نو ਹਰ ਚੀਜ਼ ਨੂੰ बहुत सीरियसली करना, ते ये नहीं सोचना कि मैं तो स्टार हाँ, मैं तो ये नहीं कर सकती, ये मेरे वास्ते कोई होर करेगा। सब कुछ खुद करो, फुल आई वुड से कमिटमेंट नाल करो कि मैं ये कर सकती हाँ, अच्छी तरीके नाल कर सकती हाँ। तो उन्होंने वही सीखिया, NSD सीखिया, असी भी फिल्मां च काम करते सीखिया। बराबर जिस तरह के डायरेक्टर्स नाल काम कीता है इन्होंने, नहीं मैनू याद है मैं पहली फिल्म जिससे सीरियस सी मतलब कहते ने डिसिपलिन सीखिया, कमल हसन साउथ के वड्डे स्टार ने, उन्होंने मैं फिल्म कर रही सी मद्रास च, ते 7 बजे की सवेरे की शिफ्ट सी, ते बॉम्बे के स्टार थोड़े विगड़े हुए होंगे ने टाइम वास्ते। हाँ कभी टाइम च नहीं पहुँचते बिकॉज 7 o'clock शिफ्ट रखता ही नहीं कोई। 7 बजे उन्होंने पता है 7 बजे शूटिंग शुरू करने वास्ते
ਤੁਹਾਨੂੰ 5 ਵਜੇ ਉੱਠਣਾ ਪਏਗਾ ਤੇ 6 ਵਜੇ ਤੱਕ ਰੈਡੀ ਹੋ ਕੇ ਸ਼ੂਟਿੰਗ ਤੇ ਪਹੁੰਚਣਾ ਪਏਗਾ ਤੇ ਸਭ 9 ਵਜੇ ਦੀ ਸ਼ਿਫਟ ਰੱਖਦੇ ਨੇ ਉੱਥੇ 7 ਵਜੇ ਦੀ ਸ਼ਿਫਟ ਤੇ ਮੈਂ ਬੰਬੇ ਦੇ ਐਕਟਰ 8 ਵਜੇ ਪਹੁੰਚ ਗਈ ਮੈਂ ਸੋਚਿਆ ਬੜਾ ਟਾਈਮ 'ਚ ਆ ਗਈ ਮੈਂ ਜਲਦੀ ਆ ਗਈ 9 ਵਜੇ ਦੀ ਸ਼ਿਫਟ ਤੇ ਮੈਂ ਤੇ ਗੁੱਡ ਮਾਰਨਿੰਗ ਕਰਕੇ ਆਏ ਤੇ ਸਾਰੇ ਕਮਲ ਮੈਨੂੰ ਕਹਿੰਦਾ ਪੂਨਮ it's 8 o'clock. मैं कहा I know but you know ਕੁੜੀਆਂ ਨੂੰ ਜ਼ਿਆਦਾ ਟਾਈਮ ਲੱਗਦਾ ਹੈ ਮੇਕਅਪ ਕਰਨੇ ਹੀ ਸੇ ਯੂ نو ਤੁਸੀਂ ਤੇ ਗੱਡੀ 'ਚ ਬੈਠ ਕੇ ਆ ਗਏ ਹੋ ਇੱਥੇ ਹੋਟਲ ਤੋਂ ਇਹ ਜਿਹੜੇ ਲੋਕ ਆਏ ਨੇ ਉਹ ਕੋਈ ਬੱਸ ਪਕੜ ਕੇ ਆਇਆ ਹੈ ਕੋਈ ਕਿੱਥੋਂ ਆ ਰਿਹਾ ਹੈ 1.5-2 ਘੰਟੇ ਦੂਰ ਆ ਰਿਹਾ ਹੈ ਇਹ 7 ਵਜੇ ਸਾਰੇ ਪਹੁੰਚ ਗਏ ਨੇ ਤੇ ਤੁਸੀਂ ਐਜ਼ ਐਨ ਐਕਟਰ ਤੁਹਾਨੂੰ ਕੋਈ ਇਹ ਸਟਰਗਲ ਨਹੀਂ ਹੈ ਉਤਰੋ ਹੋਟਲ ਤੋਂ ਆਏ ਹੋ ਸਿੱਧਾ ਇੱਥੇ ਪਹੁੰਚ ਗਏ ਹੋ you should be in time ਇਹਨਾਂ ਸਭ ਦੀ ਰਿਸਪੈਕਟ ਕਰਨੀ ਪਏਗੀ ਟਾਈਮ ਕਿੰਨਾ ਵੱਡਾ ਇੰਪੋਰਟੈਂਟ ਚੀਜ਼ ਹੈ ਤਾਂ that was ਮੇਰਾ ਬਹੁਤ ਬੜਾ ਲੈਸਨ ਕਿ ਅਸੀਂ ਪੈਕਅਪ ਕਰਕੇ ਸਿੱਧਾ ਕਰ ਜਾਂਦੇ ਆ ਜ਼ਿਆਦਾ ਯੂਨਿਟ ਦੇ ਲੋਕ ਹੁੰਦੇ ਨੇ ਉਹ ਨਾ ਬ੍ਰੇਕ ਵਿੱਚ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਲਾਈਟਮੈਨ ਸਪੈਸ਼ਲੀ ਜਿੰਨੇ ਯੂਨਿਟ ਦੇ ਲੋਕ ਹੁੰਦੇ ਨੇ ਇਹ ਬਹੁਤ ਕਮ ਲੋਕ ਸਮਝਦੇ ਨੇ ਐਂਡ ਆਈ ਐਮ ਸੋ ਗਲੈਡ ਕਿ ਕਮਲ ਹਸਨ ਨੇ ਮੈਨੂੰ ਇਹ ਚੀਜ਼ ਬਿਗਨਿੰਗ ਆਫ ਮਾਈ ਕੈਰੀਅਰ ਮੈਨੇ ਆਈ ਥਿੰਕ ये तो कमाल हो गया एक फिल्म कर रही थी मैं उन्होंने नाल साउथ की फिल्म एंड इस वास्ते साउथ वालियां दा डिसिप्लिन कुछ हो रही है दे रिस्पेक्ट द टेक्नीशियंस जेडे हुंदे ने काम करन यूनिट च यू नो मेकअप आर्टिस्ट ने कैमरा पीपल ने लाइटमैन ने बहुत सारे होर काम जो दिखते नहीं ने पर वही सानू खूबसूरत दिखाते ने वही सानू प्रेजेंट करते ने स्टेज ते और क्रेडिट सब एक्टर ले जाते ने सही बात सब मिल के जे उन्होंने प्रेजेंट करते ना दैट इज द टीम ते that is I think ਮੈਨੂੰ ਤੁਸੀਂ ਸਟੇਜ ਤੇ ਥੀਏਟਰ ਨਾਲ ਸਿੱਖਿਆ ਇਹ ਵੀ ਚੀਜ਼ਾਂ ਸਿੱਖੀਆਂ ਇਸ ਤਰ੍ਹਾਂ ਹੀ ਦੇਖੋ ਸਿੱਖਿਆ ਔਰ ਮੈਂ ਆਪਣਾ ਚੀਜ਼ਾਂ ਤੋਂ ਲੈ ਕੇ ਨਾ ਮੈਂ ਦੇਖੋ ਆਕੜ ਹੁੰਦੀ ਹੈ ਨਾ ਬੰਦੇ ਨੂੰ ਕੋਈ ਇਤਫਾਕ ਐਸਾ ਸੀ ਤਕਦੀਰ ਕਹਿ ਲੋ ਟਾਈਮ ਕਹਿ ਲੋ ਫਸਟ ਈਅਰ 'ਚ ਮੈਂ ਆਇਆ ਆਉਂਦਿਆਂ ਮੈਨੂੰ ਬੜੇ ਮੇਜਰ ਪਲੇਸ ਤੇ ਮੇਜਰ ਰੋਲ ਮਿਲ ਗਏ ਸੈਕੰਡ ਈਅਰ 'ਚ ਆਇਆ ਤਾਂ ਮੈਂ ਹੋਰ ਵੀ ਆਲ ਦਾ ਮੇਜਰ ਰੋਲਸ ਮੈਂ ਕਰ ਰਿਹਾ NSG ਦੇ ਵਿੱਚ ਔਰ ਨਸੀਰ ਡਾਇਰੈਕਸ਼ਨ 'ਚ ਚਲੇ ਗਏ ਸਨ ਜਸਪਾਲ ਹੁੰਦਾ ਸੀ ਐਕਟਰ ਪੰਜਾਬ ਦਾ ਸੀ ਪਟਿਆਲੇ ਦਾ ਇਹ ਸਭ ਜਿਹੜੇ ਚੰਗੇ ਐਕਟਰ ਸਨ ਉਹ ਡਾਇਰੈਕਸ਼ਨ 'ਚ ਚਲੇ ਗਏ ਸਨ ਤੇ ਮੋਸਟਲੀ ਰੋਲ ਜਿਹੜੇ ਮੇਜਰ ਰੋਲ ਸਨ ਮੇਨ ਰੋਲ ਸਨ ਉਹ ਮੈਂ ਹੀ ਕਰ ਮੈਨੂੰ ਬਹੁਤ ਮਿਲੇ ਮੈਨੂੰ ਮਿਲੇ ਬਾਦਸ਼ਾਹ ਨੂੰ ਮਿਲੇ ਐਸਾ ਕੁਝ ਦਿਮਾਗ ਖਰਾਬ ਹੋ ਜਾਂਦਾ ਹੈ ਮੇਰਾ ਵੀ ਹੋ ਗਿਆ ਅੱਛਾ ਕਿ ਜਿਹੜਾ ਮੇਨ ਰੋਲ ਮੇਰੇ ਤੋਂ ਇਲਾਵਾ ਕੌਣ ਕਰੇਗਾ मतलब मैं ही करना थोड़ा अहंकार आ जाता है एरोगेंस और मतलब बैठे हुए हैं ऐसे ठीक है रीडिंग हाँ जी बैठे कर लेंगे लाओ देखो नहीं इतना मतलब नहीं आज तो इस तरह से स्टाइल मार रहा हूँ ऐसे स्टाइल करने की तो लड़का जी के सामने हिम्मत ही नहीं पड़ती थी पर दिमाग और दिल में ये था लो जी रीडिंग हुई तो अश्वत्थामा ऐसी अंधा योगिक प्ले सी धर्मवीर भारती था है मतलब ਉਸ 'ਚ ਮੇਨ ਰੋਲ ਸੀ ਜਿਹੜਾ ਅਸ਼ਵਤਥਾਮਾ ਦਾ ਹਲਕੇ ਸਾਹਿਬ ਮੇਰੇ ਕੋਲ ਉਹਦੀ ਰੀਡਿੰਗ ਨਹੀਂ ਕਰਾ ਰਿਹਾ ਉਹਨਾਂ ਨੇ ਪਹਿਚਾਨ ਲਿਆ ਹੋਣਾ ਕਿ ਰੀਡਿੰਗ ਐਂਡ ਕੋਈ ਮੈਂ ਕਿਸੇ ਨਾਲ ਬਦਤਮੀਜ਼ੀ ਨਹੀਂ ਕਰਦਾ ਸੀ ਕੁਝ ਨਹੀਂ ਕਰਦਾ ਮੈਂ ਇਸ ਮਾਮਲੇ 'ਚ ਬੜਾ ਅਜੀਬ ਲੇਕਿਨ ਅੰਦਰ ਸੀ ਮੈਂ ਜੀ ਕੋਈ ਕੁਛ ਨਹੀਂ ਕਰ ਨਵਾਂ ਪਲੇ ਸੀ ਮਰਹੂਮ ਦੋਨੋਂ ਨਹੀਂ ਰਹੇ ਗੁਰਚਰਨ ਕੋਹਲੀ ਥੇ ਚੰਡੀਗੜ੍ਹ 'ਚ ਬਹੁਤ ਵੱਡਾ ਨਾਂ ਹੈ ਥੀਏਟਰ ਦਾ ਉਹਨਾਂ ਨੇ ਜੀ ਇਵੈਂਚੁਅਲੀ ਅਲਕਾਈ ਸਾਹਿਬ ਜਾਪਾਨ ਜਾ ਰਹੇ ਸਨ ਉਹਨਾਂ ਦਾ ਕੁਝ ਟੂਰ ਸੀ ਉਸ ਕਰਕੇ ਲੈਕਚਰਸ ਵਾਸਤੇ ਉੱਥੋਂ ਵਾਪਸ ਆਏ ਸਨ ਤੇ ਉਹ 7 ਦਿਨ ਵਾਸਤੇ ਜਾ ਰਹੇ ਸਨ ਉਹ ਕਹਿ ਕੇ ਗਏ ਬਈ ਕਿ ਗੁਰਚਰਨ ਐਂਡ ਰਾਜੇਸ਼ ਵਿਵੇਕ ਤੇ ਮੈਨੂੰ ਅਗਲਾ ਉੱਤੇ ਹੁਣ ਐਸੇ ਹੋ ਰਿਹਾ ਨਾ ਹੀ ਨਹੀਂ ਲਿੱਤਾ ਨਾ ਜੀ ਨਾ ਹੀ ਨਹੀਂ ਮੈਨੂੰ ਮਤਲਬ ਰੀਡਿੰਗ 'ਚ ਕਿਤੇ ਇਹ ਵੀ ਨਹੀਂ ਕਿਸੇ ਮੈਨੂੰ ਕੋਈ ਰੋਲ ਵੀ ਦੇ ਰਹੇ ਨੇ ਕੁਛ ਦਿਨ अलकाई साहब जा रहे हैं चले गए ਹੁਣ ਸਾਡੀ ਬਲੌਕਿੰਗ ਹੁੰਦੀ ਸੀ ਉਸ ਬਲੌਕਿੰਗ 'ਚ ਦੇਖਿਆ ਕਿ ਭਈ ਇਹ ਕੀ ਕਰ ਰਹੇ ਨੇ ਕਿਸ ਤਰ੍ਹਾਂ ਕਰ ਰਹੇ ਨੇ ਬਲੌਕਿੰਗ ਤੇ ਅਸਲ 'ਚ ਦੇਖ ਬੈਠਾ ਹੁੰਦਾ ਚੁੱਪਚਾਪ ਬੈਠਾ ਹੁੰਦਾ ਸੀ ਅੱਖਾਂ ਮੇਰੀਆਂ ਲਾਲ ਹੋ ਜਾਂਦੀਆਂ ਸੀ ਤੇ ਦੈਨ ਆਈ ਡਿਡ ਕਿ ਮੈਂ ਫਿਰ ਜਦੋਂ ਗਏ ਉਹਨਾਂ ਦਿਨਾਂ 'ਚ ਮੈਂ ਸਾਰਾ ਪਲੇ ਦੀ ਆਪਣੀ ਅਸ਼ਵਤਥਾਮਾ ਦੀਆਂ ਸਾਰੀਆਂ ਲਾਈਨਾਂ ਸ਼ਾਈਨਾਂ ਯਾਦ ਕਰਕੇ ਔਰ ਆਪਣੇ ਆਪ ਨੂੰ ਤਿਆਰ ਕਰਕੇ और जो मूवमेंट वो जो मतलब मूव्स देखे गए सन उससे मूव्स तो मैं रिहर्सल करना शुरू किया रोज़ सवेरे निकल जाऊँगा 6 बजे रविंद्र भवन के गार्डन से उत्थे जाके मैं अपनी प्रैक्टिस करा और 8 बजे वापस आ जाना और आके फिर मैं जाना स्कूल जाना होता दैन आई डिड
अलकाई साहब आए, रिहर्सल फिर नहीं बुलाया उन्होंने। अच्छा मतलब और समझ लो कि 5 दिन के बाद शो है, पुराना किला, ग्रेट फेस्टिवल। हाँ मतलब मैं तुगलक च भी कर रहा, मैं रजिया सुल्तान बलवंत गार्गी जी का प्ले सी उस भी कर रहा मेन रोल। ਤੁਸੀਂ ਆਪ ਜਾ ਕੇ ਪੁੱਛਿਆ ਵੀ ਨਹੀਂ ਕਿ ਮੈਨੂੰ नहीं ਕਿਉਂ नहीं मतलब अब आएगा वो टाइम भी आया। और जी इन्होंने फिर रिहर्सल कराया, कोहली की रिहर्सल और गुरचरण की रिहर्सल और राजेश विवेक साहब की रिहर्सल हुई। और मैं देखो कुछ नहीं, गांधारी कर रही सी मेन रोल रोहिणी अतंगड़ी। मतलब कास्टिंग बिल्कुल ये था कि उन्हें कल अनाउंस करने वाले ने कि कौन फर्स्ट शो करेगा कौन सेकंड शो करेगा। मैंने जी देखा कुछ समझ ना है मेरे, मुझे लगा उन्हें स्कूलों ने कट देना, कोई नहीं मैं देखा जाए। मैं जी सारी क्लास बैठी हुई थी, मैं गया जी सर मैं एक सीन की रिहर्सल करना चाहता हूँ जो आप कहेंगे अश्वत्थामा की। ओके गो सर मुझे रिहर्सल करनी है। हाँ गट्स हो गई। अलकाई साहब में ऐसा कोई पै जाए एकदम किसी की हिम्मत से, लेकिन वो आदमी के अंदर ना बर्दाश्त थी, वो आप ਤੁਹਾਨੂੰ ਗੁੱਸਾ ਦਵਾਉਂਦਾ ਸੀ। ਗੁੱਸਾ ਦਵਾਉਂਦਾ ਸੀ ਕਿ ਤਿਆਰ ਹੋ। रिहर्सल खत्म होने उसके बाद मैंने कहा ठीक है जी। गए पाया जी कि सब हम जी कास्ट होएगी आफ्टरनून लंच ब्रेक से कमन मिस्टर बब्बर राज बब्बर कम गया जी। मैंने जड़ा सीन तुसी कहो ठीक है करो मैंने स्पीच करो। मैं खड़ा हो गया कोई कहो कुछ नहीं किया। मैं फिर क्या मैंने कहा और देख लो कुछ अपना किताब डायरी वारी चुकी चले गए अपने ऑफिस। अच्छा किसी की हिम्मत ही नहीं होती थी कि ऑफिस जाए। ऑफिस शीशा लगा आया सी तो मैं शीशे के बाहर रोके कुछ तो कहे भाई खैर नहीं किया उन्होंने। मैं चला आया लंच के बाद में फिर रिज्यूम की थी असी तो अलकाई साहब कास्ट अनाउंस हो रही 1 2 3 ਉਸ ਦੇ ਵਿੱਚ ਰਾਜ ਬੱਬਰ ਰਾਜੇਸ਼ ਵਿਵੇਕ ਐਂਡ ਗੁਰਚਰਨ ਕੋਹਲੀ। ਹੁਣ ਇਹ ਨਹੀਂ ਪਤਾ ਕੌਣ ਕਿਹੜਾ ਸ਼ੋ ਕਰੇਗਾ। अच्छा हाँ जी अश्वत्थामा जी कास्टिंग अनाउंस हो गए। चलो मैं इज्जत रह गई ਹੁਣ कराए ना कराए किहड़ा तीजा शो ना तो ले लिया। सब 2 दिन रिहर्सल करवाई मुझसे। 2 दिन रिहर्सल करवाने के बाद फिर पुराना किला खैर मैंने पहला शो दिता उन्होंने। वाह जी। और उसके बाद मैंने उन्होंने क्या try to understand why it happened with you. मैंने कहा it will never happen. कि ज्यादा ही उड़ रहे सी पहला। अच्छा किसी ਨੂੰ ਨਹੀਂ ਪਤਾ ਮੈਂ ਕਦੀ ਬਦਤਮੀਜ਼ੀ ਨਹੀਂ ਕੀਤੀ ਉਸਨੇ। मैंने कहा जी उन्होंने ਤੁਹਾਡੇ ਰੂਹ ਨੂੰ ਦੇਖ ਪਤਾ ਨਹੀਂ देख लिया पता चल गया। ਟੀਚਰ ਜਿਹੜਾ ਹੁੰਦਾ ਸੀ ਲਾਈਕ ਕਹਿੰਦੇ ਨੇ ਕਿ ਪਹਿਲੇ ਮਾਂ-ਬਾਪ ਹੁੰਦੇ ਨੇ ਉਹ ਸਮਝਦੇ ਨੇ ਬੱਚਿਆਂ ਨੂੰ ਫਿਰ ਟੀਚਰ ਸਮਝਦਾ। टीचर समझता है अच्छी टीचर होए ਤਾਂ। और वो बंदा वाकई मेरी जिंदगी से जो टीचर आए हैं वो ही इज़ वन ऑफ देम। और फिल्म इंडस्ट्री के जो टीचर मिले मुझे तो वी आर चोपड़ा साहब। मैं इन दोनों का मतलब जिंदगी बनाने से मेरा नाँ जमया तो माँ बाप ने सी ना तो मिल गया सी राज बब्बर लेकिन मैं जमया लिटरली बंबई जरा जमया वो बी आर चोपड़ा करके। सो आई हैव दैट कुछ ऊपर वाली थी मेरे। ਇਹ ਵੀ ਇੱਕ ਹੋਰ ਕੋਇਨਸੀਡੈਂਸ ਦੇਖਾ ਵੱਡੇ ਭਰਾ ਨਾਲ मैं कह रही हूं ना ਤੁਹਾਡੇ ਦੋਵਾਂ 'ਚ ਬਹੁਤ ਸਾਰੀ ਸਿਮਿਲੈਰਿਟੀ। ਦੂਜੇ ਭਰਾ ਨਾਲ ਯਸ਼ ਚੋਪੜਾ ਬੀਆਰ ਚੋਪੜਾ ਰੀਅਲੀ पूनम जी मैं ना कॉम्प्लीमेंट जरूर देना चाहूंगी कि जिन्ने खूबसूरत तुसी 90s च दिखदे सी ना ओने ही खूबसूरत तुसी आज भी दिखदे हो। एम आई राइट राज जी? मैंने तो पहले ही कहा है। ਥੈਂਕ ਯੂ दैट्स सो स्वीट थैंक यू। एंड आई एम श्योर उस वेले ਤੁਹਾਡੇ ਬਹੁਤ ਤੁਸੀਂ बहुत ਲੋਕਾਂ ਦੇ ਕ੍ਰਸ਼ ਰਹੇ ਹੋਵੋਗੇ एंड ਹੁਣ ਵੀ ਹੋ। हाँ मतलब ये क्या हो रहे होंगे बट मैं सवाल ये पूछना चाहूंगी कि
ਤੁਹਾਡਾ 90s ਚ ਕ੍ਰਸ਼ ਕੌਣ ਰਿਹਾ? 90s ਕ੍ਰਸ਼ ਕੌਣ ਰਿਹਾ? ਇੱਕ ਤੁਹਾਨੂੰ ਬਿਫੋਰ ਆਈ ਆਨਸਰ ਦੈਟ ਮੈਂ ਤੁਹਾਨੂੰ ਇਹ ਦੱਸਾਂ, ਜ਼ਿਆਦਾਤਰ ਹੁਣ ਮੈਂ ਦੇਖਦੀ ਹਾਂ ਜਦ ਮੈਂ ਕਿਸੇ ਮੇਰੇ ਬੱਚਿਆਂ ਦੇ ਫਾਦਰ ਫਰੈਂਡਸ ਦੇ ਫਾਦਰ ਮਿਲਦੇ ਨੇ, ਉਹ ਸਭ ਮਿਲਦੇ ਨੇ, ਉਹ ਕਹਿੰਦੇ ਨੇ ਵੀ ਗਰੂ ਅਪ, ਤੁਹਾਡੀ ਫੋਟੋ ਸਾਡੀ ਕਬਰਡ 'ਚ ਲੱਗੀ ਹੁੰਦੀ ਸੀ, ਤੁਹਾਡੇ ਬਲੋ ਅਪਸ ਲੱਗੇ ਹੁੰਦੇ ਸੀ। ਮੈंने ਕਹਾ ਕਿੱਥੇ ਸੀਗੇ ਤੁਸੀਂ ਜਦ ਮੈਂ ਯੰਗ ਸੀਗੀ? ਕੋਈ ਨਹੀਂ ਮਿਲਿਆ ਮੈਨੂੰ। ਬਟ ਇਹ ਬਾਤ ਹੈਗੀ, ਤੁਸੀਂ ਵੀ ਦੇਖਿਆ ਹੋਏਗਾ ਫਿਲਮਾਂ 'ਚ ਕੰਮ ਕਰ ਰਹੇ ਹੋ ਨਾ, ਤਾਂ ਲੋਕਾਂ ਨੂੰ ਮਿਲਣਾ ਬਹੁਤ ਘੱਟ ਹੋ ਜਾਂਦਾ ਹੈ। ਸਵੇਰੇ ਤੋਂ ਰਾਤੀ ਤੱਕ ਕੰਮ ਕਰ ਰਹੇ ਹੁੰਦੇ ਅਸੀਂ, ਔਰ ਬਾਹਰ ਜਾਣਾ ਨਾਰਮਲ ਲੋਕਾਂ ਨੂੰ ਮਿਲਣਾ ਇੰਨਾ ਘੱਟ ਜਾਂਦਾ ਹੈ ਕਿ ਲਿਟਰਲੀ ਮੈਂ ਦੇਖਦੀ ਹਾਂ ਅੱਜ ਕੱਲ੍ਹ ਫਿਲਮ ਇੰਡਸਟਰੀ ਆਪਸ 'ਚ ਹੀ ਰੋਮਾਂਸ ਹੁੰਦਾ ਹੈ, ਉੱਥੇ ਹੀ ਵਿਆਹ ਹੋ ਜਾਂਦਾ ਹੈ, ਬਿਕੋਜ਼ ਨਾਰਮਲ ਲੋਕਾਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਦਾ। ਔਰ ਮੇਰੇ ਨਾਲ ਵੀ ਇਹੀ ਹੋਇਆ ਸੀ ਕਿ ਮਿਲਦਾ ਹੀ ਨਹੀਂ ਸੀ। ਤੇ ਹੁਣ ਜਦ ਮਿਲਦੇ ਨੇ ਨਾ ਕਹਿੰਦੇ ਨੇ ਵੀ ਹੈਡ ਸੱਚ ਅ ਕ੍ਰਸ਼ ਔਨ ਯੂ। ਅਸੀਂ ਆਪਣੀ ਮੰਮੀ ਨੂੰ ਕਿਹਾ ਸੀ ਪੂਨਮ ਢਿੱਲੋਂ ਜਿਸ ਤਰ੍ਹਾਂ ਕੁੜੀ ਚਾਹੀਦੀ ਹੈ ਮੈਨੂੰ। ਮੈਂ ਕਿਹਾ ਤੁਸੀਂ ਕੋਈ ਮੈਨੂੰ ਕੋਈ ਨਹੀਂ ਮਿਲਿਆ ਉਸ ਵਕਤ। ਝੂਠ ਬੋਲੇ ਨਹੀਂ, ਬਹੁਤ ਮਿਲੇ ਸਨ। ਬਿਲਕੁਲ ਨਹੀਂ। ਇਹ ਕਾਈ ਨਹੀਂ ਪਾਉਂਦਾ, ਇੰਨੀ ਮੋਟੀ ਕਿਤਾਬ ਲੈ ਕੇ ਬਹਿ ਜਾਂਦੇ ਸੀ। ਕੌन है ना वर्कर? बेचारा दिल की दिल में रखता है, ਇੰਨੀ ਮੋਟੀ ਕਿਤਾਬ ਕੌਣ ਪੜ੍ਹੇ? ਨਹੀਂ, ਉਹ ਇਹਨਾਂ ਦੇ ਸਾਰੀ ਮੇਰੀ ਫਰੈਂਡਸ ਵੀ ਇਹੀ ਕਹਿੰਦੀ, ਪਦਮਨੀ ਹਮੇਸ਼ਾ ਮੈਨੂੰ ਛੇੜਦੀ ਹੈ, ਕਹਿੰਦੀ ਅਸੀਂ ਸੋਚਦੇ ਸੀ ਤੂੰ ਬੜੀ ਅਕੜੀ ਹੈ, ਸਭ ਤੋਂ ਇਸ ਤਰ੍ਹਾਂ ਬੈਠ ਕੇ ਬੁੱਕ ਕਿੰਨਾ ਗੱਲ ਨਹੀਂ ਕਰਦੀ ਸੀ। ਬਟ ਅਕੜੂ ਨਹੀਂ ਸੀਗੀ, ਮੈਂ ਬੜੀ ਸ਼ਰਮੀਲੀ ਸੀਗੀ। ਗੱਲ ਕਰਨ ਦਾ ਸਮਝ ਨਹੀਂ ਆਉਂਦਾ ਕਿਸ। ਔਰ ਜ਼ਿਆਦਾਤਰ ਮੇਰੇ ਹੀਰੋ ਸਾਰੇ ਮੇਰੇ ਤੋਂ ਉਮਰ 'ਚ ਬਹੁਤ ਵੱਡੇ ਸੀਗੇ। ਮਤਲਬ ਮੈਂ 16 ਸਾਲ ਦੀ ਤੇ ਮੇਰੇ ਹੀਰੋ ਸਾਰੇ 30-40 ਇਅਰਸ ਦੇ ਸੀਗੇ। ਤਾਂ ਕੀ ਗੱਲ ਕਰਾਂ, ਮਤਲਬ ਨਾਰਮਲੀ ਲੋਕਾਂ ਨੂੰ ਮਿਲਿਆ ਤਾਂ ਅਸੀਂ ਸੌਰੀ ਟੂ ਸੇ ਅੰਕਲ ਹੀ ਕਹਿੰਦੇ ਸੀ ਉਸ ਉਮਰ 'ਚ, ਪਰ ਇਹਨਾਂ ਨਾਲ ਮੈਂ ਸਭ ਨਾਲ ਰੋਮਾਂਸ ਕਰ ਰਹੀ ਸੀਗੀ। ਤੇ ਕੋਈ ਹੈਲਦੀ ਫਲੋਟ ਵੀ ਕਰਦਾ ਹੁੰਦਾ ਸੀ ਉਸ ਟਾਈਮ 'ਚ? ਹੁਣ ਕਿ ਰਾਜੇਸ਼ ਖੰਨਾ ਜੀ ਜਾਂ ਕੌਣ ਮੇਰੇ ਨਾਲ ਰੋਮਾਂਸ ਕਰਨਗੇ ਜਾਂ ਫਲੋਟ ਕਰਨਗੇ। ਹਾਂ, ਪਰ ਪਹਿਲੀ ਵਾਰ ਮੈਂ ਆਪਣੀ ਹਮ ਉਮਰ ਨਾਲ ਕੰਮ ਕੀਤਾ ਤੇ ਕੁਮਾਰ ਗੌਰਵ ਸੀਗਾ ਮੇਰੇ ਤੋਂ 4-5 ਸਾਲ ਵੱਡਾ ਸੀ। ਦੈਟਸ ਮਾਈ ਏਜ। ਫਿਰ ਅਨਿਲ ਕਪੂਰ, ਸਨੀ ਦਿਓਲ, ਸੰਜੇ ਦੱਤ, ਫਿਰ ਕਾਫੀ ਸਾਰੇ young heroes ਆ ਗਏ ਤੇ ਮੈਨੂੰ ਲੱਗਿਆ now I can talk to them। but best part ਸੀਗਾ most of them ਸਭ ਦੀ ਆਪਣੀ ਆਪਣੀ ਗਰਲਫ੍ਰੈਂਡ ਸੀਗੀ ਐਂਡ ਬਹੁਤ ਓਪਨਲੀ ਕਹਿੰਦੇ ਸੀ। ਕੁਮਾਰ ਗੌਰਵ ਦੀ ਕੋਈ ਗਰਲਫ੍ਰੈਂਡ ਸੀ, ਸੰਜੇ ਦੱਤ that time ਡੇਟ ਕਰ ਰਿਹਾ ਸੀ ਸਾਡੀ ਇੱਕ ਇੰਡਸਟਰੀ ਦੀ ਕੁੜੀ ਨੂੰ, ਤੇ ਉਹਨਾਂ ਦਾ ਲਾਈਫ ਬਿਲਕੁਲ ਅਲੱਗ ਸੀਗਾ। ਅੱਜ ਕੱਲ੍ਹ ਵੀ ਇਸ ਤਰ੍ਹਾਂ ਹੋ ਗਿਆ ਆਈ ਥਿੰਕ। ਪਰ ਮੇਰਾ ਕ੍ਰਸ਼ ਤੇ ਆਈ ਥਿੰਕ ਸਿਰਫ ਆਈ ਥਿੰਕ ਰਿਸ਼ੀ ਕਪੂਰ ਮੇ ਬੀ, ਕਿਉਂਕਿ ਹੀ ਵਾਜ਼ ਮੇਰੇ ਹਿਸਾਬ ਨਾਲ ਸਭ ਤੋਂ ਚਾਰਮਿੰਗ ਐਕਟਰ ਸੀਗਾ। ਸਹੀ ਗੱਲ ਹੈ। ਆਈ ਵਾਜ਼ ਅ ਰੀਅਲ ਫੈਨ ਕਿ ਉਹ ਸਕਰੀਨ 'ਚ ਜੋ ਰੋਮਾਂਸ ਕਰਦੇ ਸੀ, ਆਈ ਥਿੰਕ ਉਸ ਤੋਂ ਬੈਟਰ ਰੋਮਾਂਸ ਕੋਈ ਨਹੀਂ ਕਰ ਸਕਦਾ ਸੀ। ਪਰ ਫੈਨ ਮੈਂ ਸੀਗੀ ਮੀਨਾ ਕੁਮਾਰੀ ਤੇ ਮਧੂਬਾਲਾ ਦੀ। ਦੇ ਵਰ ਦ ਟੂ ਐਕਟ੍ਰੈਸਿਸ। ਹੀਰੋਜ਼ ਦੀ ਬਹੁਤ ਜ਼ਿਆਦਾ ਕ੍ਰਸ਼ ਨਹੀਂ ਸੀਗਾ, ਬਟ ਹੀਰੋਇਨਸ ਖੂਬਸੂਰਤ। ਨੂਤਨ ਜੀ, ਮਾਈ ਗॉड, ਉਸ ਟਾਈਮ ਦੀਆਂ ਸਭ ਤੋਂ ਜ਼ਿਆਦਾ ਬਿਹਤਰੀਨ ਐਕਟਰਸ ਉਹੀ ਸੀਗੀਆਂ। ਹੁਣ ਅਸੀਂ ਦੇਖੀਆਂ ਸਕਰੀਨ ਤੇ, ਮੈਂ ਕਿਸੇ ਨੂੰ ਨੂਤਨ ਜੀ ਨੂੰ ਮਿਲੀ, ਬਟ ਮਧੂਬਾਲਾ ਜੀ, ਮੀਨਾ ਕੁਮਾਰੀ ਆਈ ਥਿੰਕ ਦੋਨੋਂ ਮੇਰੇ ਟਾਈਮ ਤੋਂ ਪਹਿਲਾਂ ਸੀਗੇ। ਆਈ ਵੁੱਡ ਹੈਵ ਲਵਡ ਕਿ ਉਹ ਮਿਲਦੀਆਂ ਸੀ ਮੈਨੂੰ। ਤੁਹਾਡੀ ਵੀ ਕ੍ਰਸ਼ ਤੇ ਉਹੀ ਹੋਣਗੀਆਂ। ਮੈਂ ਪੁੱਛ ਨਹੀਂ ਪਾਈ। ਇੰਨੀਆਂ ਖੂਬਸੂਰਤ ਹੀਰੋਇਨਸ। ਦੱਸੋ ਰਾਜ ਜੀ। ਦੇਖੋ ਜੀ, ਫੜਾ ਜਾਵਾਂਗਾ। ਚਲੋ ਠੀਕ ਹੈ, ਹੁਣ ਤੇ ਉਮਰ ਹੋ ਗਈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਮਧੂਬਾਲਾ ਜੀ ਸ਼ਕੀਲਾ ਹੁੰਦੀ ਸੀ। ਬੜੀ ਤਿੱਖੀ ਹੀਰੋਇਨ ਸੀ ਉਹ। ਹਾਂ, ਮਤਲਬ ਉਹ ਉਸ ਜ਼ਮਾਨੇ 'ਚ ਔਰ ਇਹ ਕੁਛ ਐਸੇ ਜਿਨ੍ਹਾਂ ਨੇ ਫਿਲਮਾਂ ਦੇਖ ਦੇਖ ਕੇ ਅਸੀਂ ਵੱਡੇ ਹੋਏ ਹਾਂ, ਅਸੀਂ ਵੱਡੇ ਹੋਏ ਹਾਂ, ਤੇ ਇਹ ਕੁਛ ਐਸੀ ਐਕਟਰੈਸਿਸ ਸਨ ਜਿਨ੍ਹਾਂ ਨੂੰ ਦੇਖ ਕੇ ਚੰਗਾ ਲੱਗਦਾ ਸੀ। ਫਿਰ ਤੇ ਜਦੋਂ ਥੋੜ੍ਹੇ ਜਿਹੇ ਕੰਮ ਕਾਜ 'ਚ ਲੱਗ ਗਏ ਤੇ ਕ੍ਰਸ਼ ਤੇ ਨਹੀਂ ਹੋਇਆ। ਜਿਹੜੀ ਸੋਹਣੀ ਕੁੜੀ ਲੱਗਦੀ ਸੀ ਉਹਨੂੰ ਦੇਖਦੇ ਰਹਿੰਦੇ ਸਨ। ਨਹੀਂ, ਬਟ ਕ੍ਰਸ਼ ਦੀ ਗੱਲ ਕੀਤੀ ਮੈਂ ਐਕਚੁਅਲੀ, ਹੁਣ ਮੈਂ ਕਿਸ਼ੋਰ ਕੁਮਾਰ ਸੀਗੇ ਕੰਪਲੀਟ ਐਕਟਰ, ਹੀ ਉਹਨਾਂ ਦੇ ਕ੍ਰਸ਼ ਸੀਗਾ ਮੈਨੂੰ। ਗਾਉਂਦੇ ਸੀ, ਕਾਮੇਡੀ ਕਰਦੇ ਸੀ, ਡਾਂਸ ਕਰਦੇ ਸੀ। ਆਈ ਥਿੰਕ ਹੀ ਵਾਜ਼ ਫੈਂਟੈਸਟਿਕ, ਆਲ ਰਾਊਂਡ ਐਕਟਰ ਸੀਗੇ। ਆਈ ਥਿੰਕ ਇਸ ਤਰ੍ਹਾਂ ਦੇ ਐਕਟਰ ਜੋ ਮਤਲਬ ਗਾਣੇ ਕੰਪਲੀਟ ਐਕਟਰ ਜਿਹੜੇ ਨੇ, ਅਮੇਜ਼ਿੰਗ, ਮੈਨੂੰ ਬਹੁਤ ਪਸੰਦ ਸੀਗੇ ਕਿਸ਼ੋਰ ਕੁਮਾਰ। ਤੁਸੀਂ ਕਿਹਾ ਕਿ ਮੈਂ ਦੇਖ ਲੈਣਾ ਸੀਗਾ ਜੋ ਪਸੰਦ ਆ, ਪਰ ਇੰਪ੍ਰੈਸ ਕਰਨ ਦੀ ਵੀ ਕਦੇ ਕੋਸ਼ਿਸ਼ ਕੀਤੀ ਸੀ? ਨਹੀਂ ਕੀਤੀ, ਲੇਕਿਨ ਹੁੰਦੀਆਂ ਨਹੀਂ ਸਨ। ਜਿੰਨੀਆਂ ਸੋਹਣੀਆਂ ਕੁੜੀਆਂ ਹੁੰਦੀਆਂ ਸਨ ਉਨੀਆਂ ਹੀ ਜ਼ਿਆਦਾ ਆਕੜਦੀਆਂ ਸਨ। ਹਾਂ, ਲੇਕਿਨ ਮੇਰੀ ਆਕੜ ਕੱਢ ਵੀ ਦਿੱਤੀ ਸੀ ਇਹਨਾਂ ਨੇ। ਕਿੰਨੇ? ਐਸੇ ਚੰਡੀਗੜ੍ਹ 'ਚ। ਅੱਛਾ। ਮੈਂ ਪ੍ਰੇਮ ਗੀਤ ਦੀ ਸ਼ੂਟਿੰਗ ਕਰਨ ਆਇਆ ਸੀ,
ਉਸ ਵਕਤ 5 ਸਟਾਰ ਹੋਟਲ ਇੱਕੋ ਹੀ ਹੁੰਦਾ ਸੀ ਇੱਥੇ ਉਹ ਮਾਊਂਟ ਵਿਊ, ਤੇ ਉਹ ਗਰਾਊਂਡ ਫਲੋਰ ਸੀ, ਕਮਰੇ ਹੁੰਦੇ ਸਨ। ਤੇ ਮੇਰੀ ਫਿਲਮ ਰਿਲੀਜ਼ ਹੋ ਗਈ ਸੀ ਇਨਸਾਫ ਦਾ ਤਰਾਜ਼ੂ, ਤੇ 2 ਹੋਰ ਫਿਲਮਾਂ ਰਿਲੀਜ਼ ਹੋ ਗਈਆਂ ਸਨ, ਚਲੀ ਵੀ ਬੜੀ ਸੀ। ਤੇ ਸਡਨਲੀ ਮੈਂ ਦੇਖਣਾ ਕਿ ਉਹ ਏਸੀ ਥੋੜਾ ਮੌਸਮ ਨਾ ਠੰਡਾ ਠੰਡਾ ਸੀ, ਤੇ ਜਦੋਂ ਹੇਠਾਂ ਦੀ ਪਹਿਲੇ ਏਸੀ ਹੇਠਾਂ ਲੱਗਦਾ ਹੈ, ਵਾਲ ਵਾਲੇ ਨਹੀਂ ਲੱਗਦੇ ਸਨ, ਉੱਤੇ ਵਾਲੇ। तो एसी सी, वो एसी वाली थां ते प्लाई लाई हुई सी। अच्छा। सवेरे सवेरे 7 बजे का टाइम सुता होया था मैं, थोड़े उस दिन शूटिंग लेट सी, शूटिंग मेरी शायद 2 बजे के बाद तो सडनली देखता हूँ कि आवाज़ आई, मैं आ रही हुई अगे गार्ड देखा जी, वो जो प्लाई सी वो हाँ किसी ने बाहर प्लाई कढ़ ली है। अच्छा। ते ਉਹਦੇ ਵਿੱਚੋਂ ਕੋਈ ਨਿਕਲ ਗਈ, ਪਰਦਾ ਹਿਲਿਆ, ਨਿਕਲੀ ਇੱਕ, ਤੇ ਮੈਂ ਡਰਿਆ। 2 3 4 ਕੁੜੀਆਂ ਅੰਦਰ ਆ ਗਈਆਂ। ਅੱਛਾ। ਔਰ ਅੰਦਰ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਦਰਵਾਜ਼ੇ ਦੀ ਚਟਕਣੀ ਖੋਲੀ। ਤੁਹਾਡੇ ਨਾਲ ਇਨਸਾਫ ਦਾ ਤਰਾਜ਼ੂ ਹੋ ਰਿਹਾ ਸੀ ਤੇ ਮੈਂ ਉਧਰ ਸ਼ਰਮਾ ਜਿਹਾ ਗਿਆ ਕਿਉਂ ਜੀ, ਉਹਨਾਂ ਨੇ ਖੋਲਿਆ, ਚਟਕਣੀ ਖੋਲੀ ਤੇ ਹੋਰ ਉਹਦੇ 10 12 ਕੁੜੀਆਂ ਅੰਦਰ ਆ ਗਈਆਂ। ਅੱਛਾ। अच्छा मैं थोड़े ਜਿਹੇ ਨਵੀਂ ਨਵੀਂ ਆਦਤ ਜੀ ਪਾਈ ਸੀ ਕਿ ਲੁੰਗੀ ਕੁੜਤਾ ਪਾ ਕੇ ਸੌਣਾ ਸੀ। ਹੁਣ ਮੇਰੇ ਕੋਲ ਕੁਝ ਨਾ ਸਮਝ ਆਇਆ ਤੇ ਮੈਂ ਡਰ ਗਿਆ, ਮੈਂ ਕਿਹਾ ਯਾਰ ਕੀ ਹੋਇਆ ਕੀ ਹੈ। ਔਰ ਉਹਨਾਂ ਨੇ ਜੀ ਜੋ ਫਿਰ ਕਾਂਡ ਕੀਤਾ, ਮੇਰਾ ਸੂਟਕੇਸ ਖੋਲਿਆ, ਉਹਦੇ ਵਿੱਚੋਂ ਜੋ ਜਿਸ ਦੇ ਹੱਥ ਪਿਆ, हाँ मजाक ना, मतलब सोवेनियर देकर, ऐसा नहीं, लेकिन ऐसा नहीं करना। तो फिर मैं उन्होंने हाथ जोड़ा और मैं कोशिश करें जिवें कुड़ियां नहीं कर जाए अपनी मैं इंज लेके ना मैं इंज बैठ ते वे रजाई खिंची, 2-3 ने मिल, फिर मैं इंज बैठा। इट वाज ब्यूटीफुल। लेकिन मैं कुछ नहीं कहते, गल कर साडे नाल, मैंने कहा जी तुसीं बोलो। तो मेरे कहते घिग्गी जी गुम हो जाती है। ਉਹਦੇ ਬਾਅਦ ਜੀ ਉਹਨਾਂ ਨੇ, ਮੈਂ ਕਿਹਾ ਜੀ, ਫਿਰ ਉਹਦੇ ਬਾਅਦ ਬਿਸਕੁਟ ਜੋ ਪਏ ਸਨ, ਸਭ ਫਲ ਵੱਲ ਪਏ ਸਨ, ਖਾਣਾ ਬਹੁਤ ਮਸਤ। ਕਹਿੰਦਾ ਕੁੜੀਆਂ ਜੋ ਇਕੱਠੀਆਂ ਹੋ ਜਾਣ ਨਾ ਤੇ ਫਿਰ ਤੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਮੁਕਾਬਲਾ ਕਰਨਾ ਬੜਾ ਮੁਸ਼ਕਿਲ ਹੁੰਦਾ। ਸੋ ਉਹਦੇ ਬਾਅਦ ਪਿੱਛੋਂ ਵਾਚਮੈਨ ਆ ਗਏ ਨੱਚਦੇ, ਉਹ ਕਿਸ ਤਰ੍ਹਾਂ ਅੰਦਰ ਗੇਟ ਕਰੈਸ਼ ਕਰਕੇ ਆਈਆਂ ਸਨ, ਹੌਲੀ ਹੌਲੀ 2-2 3-3 ਕਰਕੇ ਉਹ ਆਏ। ਤੇ ਫਿਰ ਮੇਰਾ ਕੁਝ ਕੀਤਾ, ਕੁਝ ਨਹੀਂ ਵਿਚਾਰਿਆ ਨਹੀਂ ਕੀਤਾ ਨਾ, ਮੈਂ ਉਮੀਦ ਕਰ ਰਿਹਾ ਸੀ ਬਚ ਗਏ ਤੇ ਕੁਝ ਨਾ ਹੋਇਆ। ਚਲੋ ਫਿਰ ਉਹਦੇ ਬਾਅਦ ਮੈਂ ਫਿਰ ਹੌਲੀ ਜਿਹੀ ਕੋਸ਼ਿਸ਼ ਕੀਤੀ। ਮੇਰੀ ਇੱਕ ਆਦਤ ਸੀ ਕਿ ਮੈਂ ਲੁੰਗੀ ਦੀ ਗੰਢ ਮਾਰ ਕੇ ਤੇ ਮੈਨੂੰ ਉਹ ਤਾਂ ਖਤਰਾ ਨਹੀਂ ਸੀ। ਮੈंने ਕਿਹਾ ਹੁਣ ਤੱਕ ਕੁਝ ਨਹੀਂ ਹੋਇਆ, ਤਾਂ ਠੀਕ। ਮੈਂ ਬਕਾਇਦਾ ਕਰਕੇ ਖੜਾ ਹੋਇਆ ਜੀ। ਫਿਰ ਉਹ ਫਿਲਮ ਦੀ ਗੱਲਾਂ ਵਾਲਾਂ ਕਰਦੇ ਰਹੇ, ਇਨਸਾਫ ਕੇ ਤਰਾਜ਼ੂ ਦੀ, तो कोई पिछे मजाक कर रहा है, कोई कुछ कमेंट कर रहा है, वो कमेंट बड़े इंटरेस्टिंग सन। जवान कुड़ियां दे कमेंट बड़े कमाल दे होंदे ने, इकट्ठियां होण जदों जिवें की कमेंट तो दे दियो ना, ज्यादा ना पिछे वो कमेंट जरा एक्चुअली बड़ी स्ट्रेंज गल है। कुड़ियां इस तरह दी कमेंट्स करन ते ह्यूमर ते फनी हुंदा है, आदमी इस तरह दी गल्लां कह देन ते बदमाश गुंडे। एग्जैक्टली। और ऐसी गल्लां मजाक च होईयां जी मेरे जी करदा रहा। ਪਰ ਐਕਚੁਅਲੀ ਮਾਊਂਟ ਵਿਊ ਤਾਂ ਬੜਾ ਇੰਟਰਸਟਿੰਗ, ਮੈਨੂੰ ਵੀ ਕਿੱਸਾ ਯਾਦ ਆਇਆ। ਮੈਂ ਜਦ ਸਕੂਲ 'ਚ ਪੜ੍ਹ ਰਹੀ ਸੀ ਇੱਥੇ ਚੰਡੀਗੜ੍ਹ ਦੇ ਕਾਮਲ ਕਨਵੈਂਟ 'ਚ, ਤੇ ਰਾਜੇਸ਼ ਖੰਨਾ ਜੀ ਦੀ ਸ਼ੂਟਿੰਗ ਹੋ ਰਹੀ ਸੀ। B.R. ਚੋਪੜਾ ਅੰਕਲ ਦੀ ਫਿਲਮ ਸੀਗੀ ਕਰਮ ਪਿਕਚਰ। ਤੇ ਸਾਰੀ ਕੁੜੀਆਂ ਮਿਲ ਜਾਣ ਨਾਲ ਤੇ ਤੁਸੀਂ ਸੋਚੋ ਕੀ ਤੂਫਾਨ ਹੁੰਦਾ। ਤੇ ਅਸੀਂ ਸਾਰੇ 8th ਸਟੈਂਡਰਡ ਤੋਂ ਮਤਲਬ ਸਾਰੇ 12-13 ਸਾਲ ਦੇ ਹੋਣਗੇ ਸੇ ਸ਼ੂਟਿੰਗ ਦੇਖਣ ਗਏ। तो शूटिंग ते ਅਸੀਂ ਪਹੁੰਚ ਹੀ ਨਹੀਂ ਪਾਏ ਤੇ ਬੋਲੇ ਰਾਜੇਸ਼ ਖੰਨਾ ਐਂਡ ਬਾਕੀ ਸਾਰੇ ਲੋਕ ਇੱਥੇ ਮਾਊਂਟ ਵਿਊ 'ਚ ਠਹਿਰੇ ਹੋਏ ਨੇ। ਤੇ ਅਸੀਂ ਕਿਸ ਤਰ੍ਹਾਂ ਦੇ ਅੰਦਰ ਘੁਸ ਕੇ ਜੁਗਾੜ ਕੀਤਾ ਤੇ ਪਹੁੰਚ ਗਏ ਦੇਖਣ ਵਾਸਤੇ। ਤੇ ਕਾਕਾ ਜੀ ਉੱਥੇ ਬੈਠੇ, ਯੂ نو ਵਿਦ ਹਿਸ ਸਟਾਈਲ ਵਿੱਚ, ਐਂਡ ਫੈਨਸ ਆਲ ਅਰਾਊਂਡ, ਤੇ ਉਹਨਾਂ ਨੂੰ ਬੜਾ ਚੰਗਾ ਲੱਗ ਰਿਹਾ ਹੈ। ਤੇ ਸਡਨਲੀ ਉਹਨਾਂ ਨੇ ਮੇਰੇ ਸਾਲ ਦੇਖ ਕੇ ਇਸ ਤਰ੍ਹਾਂ ਕਿਹਾ। ਅੱਛਾ। ਤੇ ਮੈਂ ਦੇਖ ਰਹੀ ਕਿਸ ਨੂੰ ਬੁਲਾ ਰਹੇ ਨੇ। then he says, I said ਮੈਂ ਇਸ ਤਰ੍ਹਾਂ ਹਾਂ ਇੱਥੇ ਆਓ। ਉਹਨਾਂ ਨੇ ਮੈਨੂੰ ਇੰਨੀ ਕਰਾਊਡ 'ਚ ਮੈਨੂੰ ਬੁਲਾ ਕੇ ਗੱਲ ਕੀਤੀ ਮੇਰੇ ਨਾਲ। ਤੋ ਮੈਂ ਪਾਣੀ ਬਹੁਤ ਸ਼ਰਮੀਲੀ ਸੀ, ਆਈ ਵਾਸ ਵੈਰੀ ਸ਼ਾਈ। ਤੇ ਕਹਿੰਦੇ ਯੂ ਗॉट ਬਿਊਟੀਫੁਲ ਆਈਜ਼, ਆਈ ਮਸਟ ਸੇ। ਰਾਜੇਸ਼ ਖੰਨਾ ਦਾ ਰੋਮਾਂਟਿਕ ਸਟਾਈਲ ਇਸ ਤਰ੍ਹਾਂ ਅੱਖਾਂ ਕਰਕੇ। ਤੇ ਮੈਂ ਤੇ ਕੁਝ ਬੋਲ ਹੀ ਨਹੀਂ ਪਾਈ। ਤੇ ਬਹੁਤ ਸਾਲ ਬਾਅਦ ਜਦ ਮੈਂ ਉਹਨਾਂ ਨਾਲ ਕੰਮ ਕੀਤਾ ਤਾਂ ਉਹਨਾਂ ਨੂੰ ਇਹ ਕਿੱਸਾ ਦੱਸਿਆ। ਮੈਂ ਕਿਹਾ ਤੁਸੀਂ
ਮੈਨੂੰ ਇਸ ਤਰ੍ਹਾਂ ਬੁਲਾ ਕੇ ਕਿਹਾ ਸੀ ਤੇ ਕਹਿੰਦੇ ਮੈਨੂੰ ਯਾਦ ਹੈ। ਮੈਂ ਕਿਹਾ ਕਾਕਾ ਜੀ ਹੋ ਹੀ ਨਹੀਂ ਸਕਦਾ ਨਾ, ਅਸੀਂ ਸ਼ੂਟਿੰਗ ਕਰਦੇ ਆ ਕਿੰਨੇ ਲੋਕ ਹੁੰਦੇ ਨੇ, ਇੱਕ ਕੁੜੀ ਨੂੰ ਦੂਸਰਾ ਕਿਸ ਤਰ੍ਹਾਂ ਯਾਦ ਰੱਖ ਕਰ ਸਕਦੇ ਹੋ। ਕਹਿੰਦੇ ਮੈਨੂੰ ਯਾਦ ਹੈ, ਮੈਂ ਤੈਨੂੰ ਬੁਲਾਇਆ ਸੀ। सी आई वाज राइट, तो आ गई ना फिल्म। और मेरी पहली बड़ी फिल्म रेड रोज राजेश खन्ना जी नाल सीगी से पता नहीं अभी तक मुझे पता नहीं कि उनको याद था कि ऐसे ही मुझे नहीं ऐसी बात नहीं, याद रहता है ऐसी ਇਹੋ ਜਿਹੀਆਂ ਘਟਨਾ ਹੁਣ ਦੇਖੋ ਉਸ ਦਿਨ ਉਹ ਮਿਲੀ ਮੈਂ ਤੇ ਕੁੜੀ ਕਹਾਂਗਾ ਜੀ ਤੁਸੀਂ ਲੇਡੀ ਕਹਿ ਸਕਦੇ ਹੋ ਹੈ ਨਾ। ਔਰ ਇਹਨਾਂ ਦੀ ਸਹੇਲੀ ਦੇ ਨਾਲ ਆਈ ਸੀ, ਇਹਨਾਂ ਦੇ ਫਰੈਂਡਸ ਸੀ, ਉਹਨਾਂ ਦੇ ਨਾਲ ਆਏ ਸੀ ਐਂਡ ਆਏ ਤੇ 2 ਦਿਨ ਆਏ। अच्छा फिर मेरे उन्होंने सब ने मुझे ऐसे क्या देखो हम ऐसी शूटिंग देखने आवांगे। मैंने कहा जी वो सारियां तो नहीं आई लेकिन कुछ आईयां शूटिंग देखन गार्डन जिन्हां ने ਤੁਹਾਡੇ ਕਮਰੇ हाँ अटैक किया ते मैं पवन जी सर प्रोड्यूसर ते मैं पवन जी ने कहा जी मेरे सब गेस्ट हैं ते मैं हुण किवें कहां कि मेरा कांड करके आईयां ने मैंने कहा जी मेरे गेस्ट हैं तो मैं आया बहुत जी चाय वाय कुछ तो उन्हें सब चाह पिया। उस मेरे एक दिल्ली भी मैं मिलियां सन लेकिन वो अपने हस्बैंड के नाल से खुल के गल नहीं की नहीं बस इस तरह दे हिस्से इस तरह दे फैंस आई थिंक बहुत ही स्पेशल ने एग्जैक्टली जे मतलब मैंने एक बार याद है कश्मीर च ਅਸੀਂ ਪਹਿਲਗਾਮ ਸ਼ੂਟਿੰਗ ਕਰ ਰਹੇ ਸੀ। ਪਹਿਲਗਾਮ ਹੋਟਲ ਛੋਟਾ ਜਿਹਾ ਸੀਗਾ ਉਸ ਦਾ ਹੁਣ ਤੇ ਸਰਦਾਰ ਦਾ ਹੋਟਲ ਸੀ ਹਾਂ ਤੇ ਸਵੇਰੇ मतलब मैं लिटरली ਅੱਖ ਖੋਲੀ ਤੇ 3 ਲੋਕ ਕਮਰੇ 'ਚ ਖੜੇ ਨੇ तो मैं एकदम घबरा गई। दिस इट आई सेड प्लीज मैं सो रही हां की करे नहीं नहीं ਤੁਸੀਂ ਸੋ ਬਸ ਤੁਹਾਨੂੰ ਦੇਖਣਾ ਚਾਹੁੰਦੇ ਸੀ ਦੇਖਣਾ ਚਾਹੁੰਦੇ ਸੀ मतलब ਕਿਸੇ ਦੇ ਕਮਰੇ 'ਚ ਘੁਸ ਕੇ ਕੋਈ ਸੋ ਰਿਹਾ ਬਸ ਤੁਸੀਂ ਸੋ ਮੈਂ ਅਸੀਂ ਦੇਖਣਾ ਚਾਹੁੰਦੇ ਸੀ। ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਸਨ। ਸੋ ਇਟ ਵਾਸ ਵੈਰੀ ਸਵੀਟ ਬਟ ਬਹੁਤ ਅੱਛਾ ਵੀ ਲੱਗਦਾ। ਹੁਣ ਡਬਲ ਬੈੱਡ ਤੇ 5-7 ਕੁੜੀਆਂ ਬਹਿ ਗਈਆਂ ਨੇ ਤੁਸੀਂ ਬੈਠੇ ਹੋ ਤੇ ਸੋ ਨਾ ਦਿਸ ਇਜ਼ ਵੈਰੀ ਇੰਟਰਸਟਿੰਗ ਵਿਜ਼ੂਅਲ ਜਿਹੜਾ ਅੱਜ ਵੀ ਮੈਂ ਜ਼ਿੰਦਗੀ 'ਚ ਯਾਦ ਰੱਖਣਾ। नहीं बट बाज होर अच्छियां लगदा ने उस वक्त ज्यादा अच्छी नहीं लगदी। ਤੁਹਾਡੇ ਕਮਰੇ 'ਚ 3 ਲੋਕ ਆਗੇ ਖੜੇ ਨੇ ਤੁਸੀਂ ਸੋ ਰਹੇ ਹੋ ਤੁਹਾਨੂੰ ਦੇਖ ਰਹੇ ਨੇ ਡਰ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਘੁਸ ਗਏ ਕਮਰੇ 'ਚ। ਇਨਾ ਮਜ਼ਾ ਆ ਰਿਹਾ ਨਾ ਮੈਨੂੰ ਤੁਹਾਡੇ ਦੋਵਾਂ ਦੇ ਕਿੱਸੇ ਸੁਣ ਕੇ। ਜ਼ਿਆਦਾ ਕਿੱਸੇ ਨਾ ਸੁਣੋ ਸਾਡੇ। ਤੇ ਹੁਣ ਵਾਰੀ ਹੈ ਫੈਨਸ ਦੇ ਕੁਝ ਕੁਐਸਚਨਸ ਦੀ, ਕਰੀਏ ਸ਼ੁਰੂ? ਬਿਲਕੁਲ ਪਲੀਜ਼। ਬਿਲਕੁਲ ਸਰ ਤੁਸੀਂ ਗੱਲ ਮੈਨੂੰ ਦੱਸੋ ਤੁਸੀਂ ਪੋਲਿਟਿਕਸ 'ਚ ਤੁਹਾਨੂੰ ਜ਼ਿਆਦਾ ਇੰਜੋਏ ਆ ਰਿਹਾ ਜਾਂ ਐਕਟਿੰਗ ਕਰ ਜ਼ਿਆਦਾ ਇੰਜੋਏ ਆ ਰਿਹਾ ਸੀਗਾ? ਕਿਉਂਕਿ ਦੋਨਾਂ 'ਚ ਮੇਜਰ ਡਿਫਰੈਂਸ ਹੈ ਨਾ। ਸਰਦਾਰ ਬਹਾਦਰ ਸਾਹਿਬ ਦਰਅਸਲ ਇੰਜੋਏ ਤੁਸੀਂ ਸ਼ਬਦ ਲਾ ਲਿਆ ਨਾ ਤੇ ਉਹ ਇੰਜੋਏ ਤੇ ਫਿਰ ਇੱਕੋ ਹੀ ਥਾਂ ਆਉਂਦਾ ਹੈ ਜਿੱਥੇ ਬੰਦੇ ਦੀ ਰੂਹ ਹੁੰਦੀ ਹੈ, ਜਿੱਥੇ ਬੰਦੇ ਦੀ ਸ਼ੁਰੂਆਤ ਹੁੰਦੀ ਹੈ। ਔਰ ਐਕਟਿੰਗ ਜਿਹੜੀ ਹੈ ਉਹ ਮੇਰੀ ਪਹਿਚਾਨ ਹੈ ਔਰ ਉਸੇ ਪਹਿਚਾਨ ਕਰਕੇ ਹੀ ਮੈਂ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਜ਼ਾਹਿਰ ਕੀਤਾ ਹੈ। ਖੁਸ਼ਕਿਸਮਤੀ ਕਹਿ ਲਓ ਜਾਂ ਚਾਂਸ ਕਹਿ ਲਓ, ਇਸ ਪਹਿਚਾਨ ਨੇ ਮੈਨੂੰ ਪੋਲਿਟਿਕਸ 'ਚ ਜਗ੍ਹਾ ਦਿੱਤੀ ਹੈ। ਅਦਰਵਾਈਜ਼ ਪੋਲਿਟਿਕਸ 'ਚ ਮੈਂ ਇੱਕ ਨਾਰਮਲ ਜਿਹਾ ਬੰਦਾ ਹੁੰਦਾ ਤਾਂ ਮੈਨੂੰ ਕਿੰਨੇ ਪੁੱਛਣਾ ਸੀ। ਸੋ ਮੇਰੇ ਵਾਸਤੇ ਮੈਂ ਇੰਜੋਏ ਵੀ ਮੈਂ ਆਪਣੇ ਪ੍ਰੋਫੈਸ਼ਨ ਨੂੰ ਕਰਨਾ, ਆਪਣੇ ਐਕਟਿੰਗ ਨੂੰ ਕਰਨਾ ਤੇ ਮੈਂ ਜੋ ਕੁਝ ਵੀ ਅੱਜ ਆਪਣੇ ਇਸ ਪਹਿਚਾਨ ਕਰਕੇ ਆਇਆ। ਮੈਂ ਬੇਸਿਕਲੀ ਪੂਨਮ ਜੀ ਨੂੰ ਇਹੀ ਪੁੱਛਣਾ ਚਾਹੂੰਗਾ ਕਿ ਮੈਮ ਤੁਸੀਂ ਜ਼ਿਆਦਾ ਥੀਏਟਰ ਕਿਉਂ ਨਹੀਂ ਕੀਤਾ? एक्चुअली एक क्वेश्चन बड़ा रेलेवेंट इस वास्ते है क्योंकि मैं फिल्मां 'ਚ जब काम कर रही सी बहुत सारे मेरे फ्रेंड्स ना थिएटर ਸੀਗੇ ਉਹ ਮੈਨੂੰ ਕਹਿੰਦੇ ਰਹਿੰਦੇ ਸੀ ਇਹ ਰੋਲ ਕਰ ਲਓ, ਬੜਾ ਚੰਗਾ ਰੋਲ ਹੈ ਕਰ ਲਓ। ਮੇਰੇ 'ਚ ਹਿੰਮਤ ਨਹੀਂ ਹੁੰਦੀ ਸੀ ਕਿਉਂਕਿ ਮੈਂ ਐਕਸਪੀਰੀਅੰਸਡ ਐਕਟਰ ਸੀਗੀ ਨਹੀਂ ਐਂਡ ਇਹ ਸੋਚ ਕੇ ਕਿ 2-2 ਘੰਟੇ ਲੰਬੇ ਲੰਬੇ ਡਾਇਲੌਗਸ ਯਾਦ ਕਰਨ ਵਾਸਤੇ ਗਟਸ ਚਾਹੀਦੀਆਂ ਨੇ। ਪਤਾ ਨਹੀਂ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਹੋ ਹੀ ਨਹੀਂ ਸਕਦਾ, ਇੰਪੋਸੀਬਲ ਹੈ। ਤੇ ਪਹਿਲੀ ਵਾਰ ਜਦ ਮੈਂ ਇੱਕ ਪਲੇ ਐਕਸੈਪਟ ਕੀਤਾ, ਹਾਂ ਤੇ ਕਹਿਤੀ, ਸਕ੍ਰਿਪਟ ਸੁਣਿਆ ਬੜਾ ਚੰਗਾ ਸੀ, ਪਰ ਅਗਲੇ ਦਿਨ ਆ ਕੇ ਮੈਨੂੰ ਉਹਨਾਂ ਨੇ ਕਾਪੀ ਦਿੱਤੀ ਪੂਰੀ, ਕੁਛ ਆਈ ਥਿੰਕ ਇੰਨੀ ਮੋਟਾ ਸਕ੍ਰਿਪਟ ਸੀਗਾ। मैं क्या मैंने पूरा याद करना पेगा? इम्पॉसिबल। नहीं नहीं प्लीज़ सॉरी, मैं हाँ तो कहता है आई कैन नॉट डू दिस। पर मैं कहांगी कि बहुत अच्छी डिसीजन सी मेरी कि मैं थिएटर एक्सेप्ट किया क्योंकि उन्ना मज़ा थिएटर जिन्ना इंजॉयमेंट ऑडियंस का प्यार फीडबैक होर किथे नहीं होंदा। तो मैं उस बाद 3-4 प्ले किए ने। एक नई पहला परफेक्ट हस्बैंड, फिर परफेक्ट वाइफ, फिर कभी कभी प्यार में, फिर एक होर मैं लास्ट किया सी आसिफ शेख नाल
ना भूल गई मैं प्ले दा, बट इट वाज बहुत ही अच्छा प्ले सी, 2 एक्टर्स दा प्ले सी एंड थिएटर ਜਿਹੜਾ ਰਿਸਪੌਂਸ ਮਿਲਦਾ ਹੈ ਉਹਦਾ ਨਸ਼ਾ ਕੁਝ ਹੋ ਰਹੀ ਹੈ। ਆਡੀਅנס ਦਾ ਰਿਸਪੌਂਸ ਮਿਲਦਾ ਹੈ, ਕੁਝ ਚਿੱਠੀਆਂ ਲਿਖਦੇ ਨੇ ਫੈਨਸ, ਕੁਝ ਅੱਜਕੱਲ ਤੇ ਇੰਸਟਾਗ੍ਰਾਮ 'ਚ ਇਮੀਡੀਏਟਲੀ ਰਿਸਪੌਂਸ ਮਿਲ ਜਾਂਦਾ ਹੈ ਜਾਂ ਟਵਿੱਟਰ ਤੇ ਮਿਲ ਜਾਂਦਾ ਹੈ। ਸਾਡੇ ਟਾਈਮ ਤੇ ਫਿਰ ਲੋਕ ਚਿੱਠੀਆਂ ਲੰਮੀਆਂ ਲੰਮੀਆਂ ਚਿੱਠੀਆਂ ਲਿਖਦੇ ਸੀ, ਤੁਹਾਡੀਆਂ ਫੋਟੋਜ਼ ਲਗਾ ਕੇ ਭੇਜਦੇ ਸਨ, ਤਦ ਮਿਲਦਾ ਸੀ ਜਾ ਕੇ ਰਿਸਪੌਂਸ। ਬਟ ਅੱਜ ਮੈਨੂੰ ਲੱਗਦਾ ਹੈ ਥੀਏਟਰ ਤੁਸੀਂ ਬੈਠੇ ਹੋ, ਤੁਸੀਂ ਇੱਕ ਲਾਈਨ ਥਰੋ ਕੀਤੀ ਤੇ ਆਡੀਅנס ਇਮੀਡੀਏਟਲੀ ਰਿਐਕਟ ਕਰਦਾ ਹੈ, ਤਾਲੀਆਂ ਪੈਂਦੀਆਂ ਨੇ। ਪਹਿਲੀ ਵਾਰ ਮੈਂ ਸ਼ੋਅ ਕੀਤਾ ਤੇ ਆਈ ਵਾਜ਼ਨਟ ਐਕਸਪੈਕਟਿੰਗ ਕਿ ਹਰ ਡਾਇਲੌਗ ਦੇ ਬਾਅਦ ਲੋਕ ਤਾਲੀਆਂ ਮਾਰਨਗੇ, ਹੱਸਣਗੇ ਤੇ ਗੈਪ ਲੈਣਾ ਪੈਂਦਾ ਹੈ। ਤੇ ਮੈਂ ਤਾਂ ਸੋਚੀ ਹੁਣ ਕਿਆ ਡਾਇਲੌਗ ਬੋਲਾਂ ਕਿ ਚੁੱਪ ਹੋ ਜਾਵਾਂ, ਕਿਉਂਕਿ ਸੁਣਾਈ ਤਾਂ ਦੇਗਾ ਨਹੀਂ ਡਾਇਲੌਗ ਇਨਾ। ਕਿਉਂਕਿ ਮੈਂ ਮੋਸਟਲੀ ਜੋ ਨਾਟਕ ਕੀਤੇ ਨੇ ਬਹੁਤ ਜ਼ਿਆਦਾ ਸੀਰੀਅਸ ਨਹੀਂ ਸੀਗੇ, ਕਾਮੇਡੀ ਸੀ। ਸੋ ਕਾਮੇਡੀ 'ਚ ਤੇ ਹੋਰ ਜ਼ਿਆਦਾ ਰਿਸਪੌਂਸ ਮਿਲਦਾ ਹੈ। ਸੀਰੀਅਸ ਵਾਲਾ ਕਰੋ ਤੇ ਲੋਕ ਸਭ ਸੁਣ ਕਰਕੇ ਦੇਖ ਰਹੇ ਹੁੰਦੇ ਨੇ। ਕਾਮੇਡੀ 'ਚ ਲੋਕ ਹੱਸਦੇ ਰਹਿੰਦੇ ਨੇ, ਤਾਲੀਆਂ ਮਾਰਦੇ ਨੇ, ਸੀਟੀਆਂ ਮਾਰਦੇ ਨੇ ਤੇ ਬਹੁਤ ਹੀ ਨਸ਼ਾ ਵਾਲਾ ਆਈ ਥਿੰਕ ਹੈ। ਤੇ ਤੁਹਾਡਾ ਜਵਾਬ ਮੈਂ ਇਹੀ ਦੇਵਾਂਗੀ, ਮੈਂ ਹੁਣ ਕਰ ਰਹੀ ਹਾਂ ਨਾਟਕ ਔਰ ਬਹੁਤ ਇੰਜੋਏ ਵੀ ਕਰ ਰਹੀ ਹਾਂ, ਬਹੁਤ ਮਜ਼ਾ ਆ ਰਿਹਾ ਮੈਨੂੰ। ਥੋੜੀ ਦੇਰ ਆਏ ਪਰ ਦਰੁਸਤ ਆਏ। ਸਵਾਲ ਪੁੱਛਣਾ ਹੈ ਵੀ ਇੰਨੀ ਦੇਰ ਤੱਕ ਇੰਡਸਟਰੀ 'ਚ ਟਿਕੇ ਰਹਿਣ ਦਾ ਕੋਈ ਰਾਜ ਬੱਬਰ ਜੀ ਦਾ ਕੋਈ ਰਾਜ ਓਹੋ ਇੰਡਸਟਰੀ 'ਚ ਟਿਕੇ ਰਹਿਣ ਦਾ? देखो जी, इसमें कोई राज नहीं गा। जब तक मेरा मानना है कि ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਕੰਮ ਕਰਨੇ ਆ, ਔਰ ਜਦ ਅਸੀਂ ਕੰਮ ਕਰਨੇ ਆ, ਕੰਮ ਕਰ ਸਾਹਮਣੇ ਤੁਹਾਡੇ ਨਜ਼ਰਾਂ 'ਚ ਜਾਂਦਾ ਹੈ ਜਾਂ ਤੁਸੀਂ ਦੇਖਦੇ ਹੋ, ਤੇ ਅਗਰ ਤੁਸੀਂ ਉਹਨੂੰ ਲਾਈਕ ਕਰਦੇ ਹੋ ਤੇ ਸਾਨੂੰ ਕੰਮ ਹੋਰ ਮਿਲਦਾ ਹੈ। ਇਹ ਬੇਸਿਕ ਰਾਜ ਤੇ ਵਈ ਤੇ, ਲੇਕਿਨ ਸਾਡੀ ਜੋ ਖੁਆਇਸ਼ ਹੈ, ਖਾਸ ਕਰ ਮੇਰਾ ਥੋੜ੍ਹਾ ਜਿਹਾ ਪੂਨਮ ਜੀ ਕੋਲੋਂ ਡਿਫਰ ਹੈ, ਕਿਉਂਕਿ ਇਹਨਾਂ ਦੀ ਲਾਈਫ ਕਿਸੇ ਹੋਰ ਤਰੀਕੇ ਸ਼ੁਰੂ ਹੋਈ ਹੈ, ਮੇਰੀ ਲਾਈਫ ਕਿਸੇ ਹੋਰ। ਅਸੀਂ ਲੋਅਰ ਮਿਡਲ ਕਲਾਸ ਦੇ ਬੰਦੇ ਆਪਣੇ ਘਰ ਨਹੀਂ ਕਹਿ ਸਕਦੇ ਸਾਂ ਕਿ ਅਸੀਂ ਐਕਟਰ ਬਣਨਾ ਹੈ, ਔਰ ਜਿਸ ਤਰ੍ਹਾਂ ਇਹਨਾਂ ਦੇ ਘਰ 'ਤੇ ਸਵਾਲ ਨਹੀਂ ਪੈਦਾ ਹੁੰਦੇ ਸੀ, ਪੜ੍ਹਿਆ ਲਿਖਿਆ ਘਰ ਸੀ, ਅਤੇ ਸਾਡੇ ਦੀ ਜ਼ਿੰਮੇਵਾਰੀ ਸੀ, ਸਭ ਤੋਂ ਵੱਡਾ ਬੇਟਾ ਸਾਂ ਮੈਂ, ਅਤੇ ਮੈਂ ਤਾਂ ਘਰ ਵੀ ਦੇਖਣਾ ਸੀ, ਅਤੇ ਮੈਂ ਤਾਂ ਨੌਕਰੀ ਕਰਨੀ ਸੀ। ਅਤੇ ਇਹ ਮੈਂ ਕਹਿ ਦਿਆਂ ਜੀ ਮੈਂ ਨੌਕਰੀ ਨਹੀਂ, ਮੈਂ ਤਾਂ ਐਕਟਰ ਬਣਨਾ ਹੈ, ਸਟਰਗਲ ਕਰਨਾ ਹੈ। ਹਾਂ, ਐਕਟਰ ਬਣਨਾ ਹੈ, ਤਾਂ ਕੁੱਟ ਖਾਂਦਾ ਉੱਥੇ ਹੀ। तो वो सब कुछ ना करके, लेकिन मैं शुरुआत की थी एक्टिंग तो, और कुछ मालिक की मेहर सी कि तुसी लोग आज तक पसंद कर रहे हो काम। मेरा जुनून सी, पहले मेरा जुनून सी कि मैं एक्टर बना, फिर मेरा जुनून जड़ा मेरा प्रोफेशन बन गया, पेशा बन गया, फिर मेरी ये पहचान बन गई। तो मेरी ज़िंदगी थी दी जो एक जर्नी है वो ऐसे एक्टिंग नाल जुड़ी हुई। और तुसी भी आज आई एम हैप्पी, मैं खुशी होंदी है कि जब पॉलिटिक्स में गया तो मैं बाद रियलाइज़ भी होना शुरू हो गया कि मैं कोई भी पहला ये मनते ने मैं कि मैं एक ईमानदार तरीके नाल मैं अपना पॉलिटिकल सोशल कैरियर में जिया है। मेरे उत्ते कोई किसी तरह का ईश्वर दी मेरे कोई दाग नहीं गा, कोई सवाल नहीं खड़े हुए मेरे उत्ते। लेकिन एक ये भी है कि मैं हमेशा कहते हैं कि एक्टर पॉलिटिशियन, तो कभी किसी ने ये नहीं किया कि पॉलिटिशियन एक्टर। तो ये मैं अपने आप में रियलाइज़ की थी यार बहुत दिनों के बाद कि मैंने कहा मेरे तो अजय भी पहचान लोग एक्टर पॉलिटिशियन है। मैं जिस प्लेटफॉर्म पर जाना जिथे जाना लोग मैं भी कहते हैं। तो पहले मैं जो मेरे चाहन वाले ने मेरे मेरे फैंस ने वो आते ने, जरूरी नहीं कि वो मैं किसी मंच पर खड़ा था वो जाके सब वोट भी दे देंगे वो नई क्राउड, लेकिन वो आते ने, वो मेरे को आते ने, मेरी गल्लां सुनते हैं, तो कुछ 5%, 10%, 15% शायद मोटिवेट भी हो जाते होंगे। लेकिन मेरी पहचान नूं उन्होंने मरण नहीं दिता। मेरे एक्टर दी उस पहचान नूं पॉलिटिशियंस ने भी अपने तरीके नाल उन्होंने को इस्तेमाल किया, या मैं खुद उन्होंने कोल गया, या उन्होंने मेरी रजामंदी नाल उन्होंने जो भी किया। तो मैं आई बिलीव इन दिस, आई एम एन एक्टर, और मैं काम जब तक मिलता रहेगा। कोई राज नहीं है दोस्त, मेहनत करो और मेहनत करते रहो तो सानू काम मिलता रहता है। लोग थोड़े वाल आते ने, तुसी चाहते रहोगे तो किस दी मजा आएगी सानू काम ना मिले। सही है ना? बिल्कुल सही है। मैं एक और चीज़ इस ऐड करांगी कि थोड़ा पर्सनल बिहेवियर किस तरह हैगा इंडस्ट्री वो बहुत इंपॉर्टेंट है कि तुसी अपने आप नू ग्राउंडेड रखो, अपने आप
ਥੋੜੀ ਹਿਊਮਿਲਿਟੀ, ਜਿਸ ਤਰ੍ਹਾਂ ਕਹਿੰਦੇ ਵਾਟ ਇਜ਼ ਹਿਊਮਿਲਿਟੀ ਕੀ ਇੱਕ ਨਮਰਤਾ ਹਾਂ, ਨਮਰਤਾ ਚਾਹੀਦੀ ਹੈ ਤੇ ਇੱਜ਼ਤ ਲੋਕਾਂ ਨੂੰ ਦਿਓ ਤਾਂ ਹੀ ਇੱਜ਼ਤ ਜਿਸ ਦੀ ਮਿਲਦੀ ਹੈ। ਦਿਓ ਇੱਜ਼ਤ ਉਹਨੂੰ ਦਿਓ। ਹਾਂ ਬਿਲਕੁਲ, ਤੇ ਹੰਕਾਰ ਬਿਲਕੁਲ ਨਹੀਂ ਚੱਲਦਾ ਇੰਡਸਟਰੀ 'ਚ। ਜੋ ਜ਼ਿਆਦਾ ਐਰੋਗੈਂਟ ਰਹਿੰਦੇ ਨੇ, ਜੋ ਬਹੁਤ ਅਕੜੀ 'ਚ ਰਹਿੰਦੇ ਨੇ, ਉਹਨਾਂ ਦਾ ਫਿਰ ਇੰਨੇ ਲੰਬੇ ਸਾਲਾਂ ਕੈਰੀਅਰ ਨਹੀਂ ਚੱਲਦਾ ਹੈ। ਸਹੀ ਗੱਲ। ਤੇ ਆਈ ਥਿੰਕ ਕੰਮ ਨਾਲ ਲਾਇਲਟੀ ਰੱਖੋ, ਬਹੁਤ ਪਿਆਰ ਨਾਲ ਲਗਨ ਨਾਲ ਕੰਮ ਕਰੋ, ਤੇ ਆਪਣੇ ਆਪ ਨੂੰ ਆਈ ਥਿੰਕ ਇੱਕ ਇਹ ਸੋਚੋ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਇੰਨੇ ਸਾਲਾਂ ਤੋਂ ਲੋਕਾਂ ਨੂੰ ਪਿਆਰ ਮਿਲ ਰਿਹਾ ਹੈ, ਤੇ ਆਪਣੇ ਆਪ ਨੂੰ ਥੋੜਾ ਸਾ ਗਰਾਊਂਡ ਕਰਕੇ ਰੱਖੋ, ਬਹੁਤ ਜ਼ਿਆਦਾ ਉੜੋ ਨਾ ਉੱਤੇ। ਵਰਕ ਡਿਸਪਲਿਨ ਬਹੁਤ ਇੰਪੋਰਟੈਂਟ ਹੈ। ਲੋਕ ਇੰਡਸਟਰੀ ਤਦ ਹੀ ਤੁਹਾਨੂੰ ਕੰਮ ਦਿੰਦੀ ਹੈ, ਤੁਸੀਂ ਆਪਣੇ ਕੰਮ ਨਾਲ ਸਿੰਸੀਅਰਲੀ ਕੰਮ ਕਰੋ ਔਰ ਡਿਸਪਲਿਨ ਰੱਖੋ, ਉਹ ਬੜਾ ਇੰਪੋਰਟੈਂਟ ਹੈ। ਰਾਜੀ, ਮੈਂ ਨਾ ਤੁਸੀਂ ਇੰਜ ਕੀਤਾ ਨਾ, ਇਹ ਨਾ ਮੈਂ ਉਸ ਦਿਨ ਸੋਚ ਰਹੀ ਸੀ ਕਿ ਮੇਰੇ ਫਾਦਰ ਵੀ ਐਵੇਂ ਕਰਦੇ ਨੇ, ਪਰ ਇਹਦਾ ਰੀਜ਼ਨ ਕੀ ਹੁੰਦਾ ਹੈ ਇਹ ਕਰਨ ਦਾ? ਡਰ ਕੇ ਚੱਲਣਾ ਚਾਹੀਦਾ, ਡਰ ਕੇ। ਔਰ ਜਦੋਂ ਕਿਸੇ ਉਸਤਾਦ ਦਾ ਨਾਂ ਲਈਦਾ ਨਾ, ਤੇ ਉਹਦਾ ਨਾਂ ਅਸੀਂ ਆਪਣੇ ਮੂੰਹ ਤੋਂ ਲੈ ਰਹੇ ਹਾਂ, ਤੇ ਕੰਨ ਪੜ ਕੇ ਲਈ ਕਿ ਸਾਡੇ ਕੋਲ ਕਦੇ ਗਲਤੀ ਨਾ ਹੋ ਜਾਏ। ਉਸਤਾਦ ਵੱਡੇ ਲੋਕ ਨੇ ਆਪਣਾ, ਜਿਸ ਜਿਨ੍ਹਾਂ ਕੋਲ ਅਸੀਂ ਤਰਬੀਅਤ ਸਿੱਖੀ ਹੈ, ਜ਼ਿੰਦਗੀ ਦੇ ਚੱਲਣਾ ਸਿੱਖਿਆ, ਉਹਨਾਂ ਦਾ ਅਸੀਂ ਨਾਂ ਲੈ ਰਹੇ ਹਾਂ। ਤੇ ਨਾ, ਤਾਂ ਇਸ ਲਈ ਇਟਸ ਇੰਪੋਰਟੈਂਟ ਟੂ ਗਿਵ ਦ ਰਿਸਪੈਕਟ, ਆਨਰ, ਉਹਨਾਂ ਨੂੰ ਮਾਣ ਦਿਓ, ਸਨਮਾਨ ਦਿਓ, ਹੈ ਨਾ, ਡਰ ਕੇ ਚੱਲੋ, ਹੈ ਨਿਮਾਣੇ ਹੋ ਕੇ ਚੱਲੋ। ਮੈਂ ਪੂਨਮ ਮੈਡਮ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਾਫੀ ਲੌਂਗ ਟਾਈਮ ਬਾਅਦ ਤੁਸੀਂ ਪੰਜਾਬੀ ਮੂਵੀਜ਼ ਬਣਾਉਣ ਲੱਗ ਰਹੇ ਹੋ, ਤੇ ਮੈਂ ਇਹ ਚਾਹੁੰਦਾ ਕਿ ਤੁਸੀਂ ਇਨ ਫਿਊਚਰ ਤੇ ਹੋਰ ਕਿਹੜੀ ਮੂਵੀਜ਼ ਔਰ ਕਿਹੜੇ ਹੀਰੋ ਔਰ ਕਿਹੜੇ ਕਰੈਕਟਰਸ ਨਾਲ ਤੁਸੀਂ ਮੂਵੀ ਕਰਨਾ ਚਾਹੁੰਦੇ, ਇਹ ਸਾਨੂੰ ਦੱਸ ਦਿਓ। ਸੀ ਪੰਜਾਬੀ ਫਿਲਮਾਂ 'ਚ ਤੇ ਮੈਂ ਬੜਾ ਆਈ ਥਿੰਕ 5-7 ਸਾਲ 8 ਸਾਲ ਬਾਅਦ ਆਈ ਹਾਂ, ਤੇ ਪਰ ਮੈਂ ਇਹ ਕਹਾਂਗੀ ਕਿ ਕੰਮ ਜਿਹੜਾ ਹੈਗਾ ਪੰਜਾਬੀ ਫਿਲਮ, ਹਿਊਮਰ ਹੁੰਦਾ ਹੈ, ਡੈਪਥ ਹੁੰਦੀ ਹੈ। ਅੱਜ ਕੱਲ੍ਹ ਦੁਨੀਆ ਭਰ 'ਚ ਲੋਕ ਕਹਿ ਰਹੇ ਨੇ ਕਿ ਪੰਜਾਬੀ ਫਿਲਮਾਂ ਬੜੀਆਂ ਅੱਛੀਆਂ ਬਣ ਰਹੀਆਂ ਨੇ, ਅੱਛੀਆਂ ਸਟੋਰੀਜ਼ ਨੇ, ਐਂਡ ਵਰਲਡ ਵਾਈਡ ਆਡੀਅנס ਹੀ ਹੋ ਗਿਆ ਉਹਨਾਂ ਵਾਸਤੇ। ਤੇ ਕਿਉਂਕਿ ਮੈਂ ਹਿੰਦੀ ਫਿਲਮਾਂ 'ਚੋਂ ਆਈ ਹਾਂ, ਤੇ ਨੈਚੁਰਲ ਇਹ ਹੁੰਦਾ ਸੀ ਕਿ ਹਿੰਦੀ ਫਿਲਮਾਂ 'ਚ ਹੀ ਕੰਮ ਕਰਾਂਗੀ, ਬਟ ਹੁਣ ਮੈਨੂੰ ਗਰਵ ਵੀ ਹੈ ਕਿ ਪੰਜਾਬੀ ਵਿੱਚ ਕੰਮ ਕਰ ਰਹੀ ਹਾਂ ਔਰ ਕਰਨਾ ਵੀ ਚਾਹਾਂਗੀ ਹੁਣ। ਪਰ ਮੈਂ ਤੁਸੀਂ ਦੂਸਰੀਆਂ ਫਿਲਮਾਂ ਦੇ ਬਾਰੇ ਪੁੱਛਿਆ ਹੈ, ਮੇਰੀ ਇੱਕ ਹੋਰ ਫਿਲਮ ਆਉਣ ਵਾਲੀ ਹੈ ਬਹੁਤ ਜਲਦ। ਇੱਕ ਦੋ ਅਸੀਂ ਵੈਬ ਸੀਰੀਜ਼ ਕੀਤੀਆਂ ਨੇ, ਤੇ ਇੱਕ ਅਲੱਗ ਮੋੜ 'ਚ ਆ ਕੇ ਲਾਈਫ 'ਤੇ, ਮਤਲਬ ਇੱਕ ਸੈਂਟਰਲ ਹੀਰੋਇਨ ਜੇ ਪੇੜ ਦੇ ਆਸ-ਪਾਸ ਰੋਮਾਂਟਿਕ ਗਾਣਾ ਨਹੀਂ ਗਾ ਰਹੀ ਹੈ, ਤੇ ਸਿਰਫ ਉਸ ਤਰ੍ਹਾਂ ਦਾ ਨਹੀਂ, ਕੈਰੈਕਟਰ ਰੋਲ 'ਚ ਆ ਕੇ ਇੱਕ ਅਲੱਗ ਤਰ੍ਹਾਂ ਦੇ ਕੰਮ ਹੁਣ ਕਰ ਰਹੇ ਹਾਂ। ਤੇ ਆਈ ਥਿੰਕ ਮੈਂ ਪੂਰੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਫਿਲਮ ਸਾਡੀ ਉਮਰਾਂ 'ਚ ਕੀ ਰੱਖਿਆ ਪਹਿਲਾਂ ਬਹੁਤ ਪਸੰਦ ਆਏਗੀ, ਤੇ ਉਹਦੇ ਬਾਅਦ ਜੋ ਵੀ ਅਸੀਂ ਕੰਮ ਕਰਦੇ ਰਹਾਂਗੇ ਤੁਸੀਂ ਉਨਾ ਹੀ ਪਸੰਦ ਕਰੋਗੇ ਔਰ ਕਰਦੇ ਰਹਿਣਾ ਪਲੀਜ਼। ਬਈ ਇਹ ਗੁਜ਼ਾਰਿਸ਼ ਮੇਰੀ ਜਿਹੜਾ ਉਹਨਾਂ ਦੀ ਖਾਸ ਆਪਣਾ ਜਿਹੜਾ ਉਹਨਾਂ ਦਾ ਅੰਦਾਜ਼ ਰਾਈਟ ਫਰੋਮ ਦਾ ਬਿਗਨਿੰਗ ਰਿਹਾ, ਮੈਂ ਜਿਹੜਾ ਦੇਖਿਆ ਉਹਨਾਂ ਦਾ, ਔਰ ਅੱਜ ਉਸ ਤੋਂ ਬਾਅਦ ਉਹ ਆਪਣਾ ਰਾਜਨੀਤੀ 'ਚ ਵੀ ਇਨਐਕਟਿਵ ਰਹੇ ਨੇ, ਤੇ ਐਸਾ ਕਿਆ ਖਾਸ ਉਹਨਾਂ ਦਾ ਜ਼ਿੰਦਗੀ ਦੀ ਕੀ ਦਿਨਚਰਿਆ ਹੈ, ਅਗਰ ਮੈਨੂੰ ਦੱਸ ਪਾਉਣ, ਸੋ ਦੈਟ ਕਿ ਕੁਝ ਚੀਜ਼ਾਂ ਅੱਛੀਆਂ ਚੀਜ਼ਾਂ ਕਿਸੇ ਕੋਲੋਂ ਵੀ ਲਈਆਂ ਜਾ ਸਕਦੀਆਂ ਨੇ, ਅਗਰ ਉਹ ਮੈਨੂੰ ਦੱਸਣ ਤਾਂ ਆਈ ਬੀ ਗ੍ਰੇਟਫੁਲ ਟੂ ਸ਼੍ਰੀ ਰਾਜ ਬੱਬਰ ਜੀ ਕਾਈਂਡਲੀ। ब्रदर सवाल बहुत खूबसूरत किया है, और देखो दिनचर्या साड़ी जी ऐसी कोई खास दिनचर्या ऐसी कोई स्पैशलाइज नहीं किया, लेकिन एक 30-40 साल तो जिंदगी जिस तरह जी रहे हैं, वो एक आदत जी बनी हुई है कि भाई जो असी लेट नाइट भी शूटिंग करके आने सां, तो सवेरे एक खासा एक डिसिपलिन ਹੁੰਦਾ ਸੀ। ਅਸੀਂ ਆਪਣਾ ਯੋਗਾ ਸ਼ੋਗਾ ਪਹਿਲਾਂ ਸਾਡੇ ਕੋਲ ਜਿਮ ਸ਼ੁਮ ਨਹੀਂ ਹੁੰਦੇ ਸਨ, ਨਾ ਜਿਮ ਦੀ ਆਦਤ ਹੈ ਸਾਨੂੰ ਅੱਜ, ਲੇਕਿਨ ਸਾਡੇ ਬੱਚੇ ਤੇ ਕਰਦੇ ਨੇ, ਯੋਗਾ ਵਗੈਰਾ ਕਰ ਲਈਦਾ, ਅਸੀਂ ਹੁਣ ਵੀ ਕਰੀਦਾ। ਥੋੜਾ ਜਿਹਾ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਅਗਰ ਰਾਤੀ ਜ਼ਿਆਦਾ ਖਾ ਲਿਆ ਤੇ ਫਿਰ ਸਵੇਰੇ ਨਾ ਖਾਓ, ਲੰਚ ਨਾ ਕਰੋ। ਔਰ ਬਾਕੀ ਜਿਹੜੇ ਸਿਸਟਮ ਜਿਹੜਾ ਹੈ कि बई सारी चीज़ा तुसी भावें सोशल लाइफ च हो भावें प्रोफैशनल लाइफ च हो, अपने आप नूं बैलेंस करन दी आदत होनी चाहिए। और जिस तरह पूनम जी ने कहा कि असीं 3-3 4-4 5-5 शिफ्टां करते सां, लेकिन बैलेंस करते सां। जदों असीं निकलते सां शूटिंग तो जब पहुँचते कदे 4-5 शिफ्टां करांगे तो लेट तो पहुँचांगे,
ਲੇਕਿਨ ਜਦੋਂ ਨਿਕਲਦੇ ਸਾਂ ਤੇ ਪ੍ਰੋਡਿਊਸਰ ਤੇ ਡਾਇਰੈਕਟਰ ਸਾਡਾ ਖੁਸ਼ ਹੁੰਦਾ ਸੀ ਤਾਂ ਕਿ ਉਹਦਾ ਕੰਮ ਛੱਡ ਕੇ ਨਾ ਜਾ। ਹੁਣ ਅਗਲੇ ਕੰਮ ਜੋ ਹੋਏਗਾ ਦੇਖਾਂਗੇ, ਜਿਹੜਾ ਅਗਲਾ ਪ੍ਰੋਡਿਊਸਰ ਸਾਨੂੰ ਗਾਲਾਂ ਕੱਢੇਗਾ ਉੱਥੇ ਫਿਰ ਹੋਰ ਐਕਸਟੈਂਡ ਕਰੋਗੇ। ਜਿੱਥੇ ਜਾਣਾ ਉਹਨੂੰ ਸੈਟੀਸਫਾਈ ਕਰਕੇ ਚਲੋ, ਅੱਗੇ ਦੇਖਾਂਗੇ ਕੀ ਹੁੰਦਾ। ਬਸ ਆਪਣੇ ਕੰਮ ਦੇ ਬਹੁਤ ਸਿੰਸੀਅਰਿਟੀ ਚਾਹੀਦੀ ਹੈ, ਇਹ ਜ਼ਰੂਰੀ ਹੈ। ਪਰ ਰਾਜ ਜੀ ਦਾ ਮੈਂ ਦੱਸਾਂਗੀ, ਇਹ ਤੇ ਬਹੁਤ ਹੀ ਜ਼ਿਆਦਾ ਡਿਸਪਲਿਨ ਨੇ। ਅੱਜ ਦੇ ਰਾਜ ਬੱਬਰ ਪਹਿਲਾਂ ਤੋਂ ਜ਼ਿਆਦਾ ਡਿਸਪਲਿਨ ਨੇ, ਹੈ ਨਾ ਰਾਜ ਜੀ? ਮੈਂ ਦੇਖਿਆ, ਮੈਂ ਨੋਟਿਸ ਕੀਤਾ ਹੈ। ਆਈ ਐਮ ਇਨ ਫੈਕਟ ਕੁਆਇਟ ਇੰਪ੍ਰੈਸਡ। ਥੈਂਕ ਯੂ ਬਹੁਤ ਜ਼ਿਆਦਾ ਡਿਸਪਲਿਨ ਨੇ। ਤੇ ਹੁਣ ਜ਼ਰਾ ਇਧਰ ਨੂੰ ਗੌਰ ਕਰੋ, ਮੈਂ ਤੁਹਾਨੂੰ ਕੁਝ ਪਿਕਚਰਸ ਵਿਖਾਉਣ ਜਾ ਰਹੀ ਹਾਂ ਤੇ ਤੁਸੀਂ ਉਸ ਪਿਕਚਰ ਦੇ ਪਿੱਛੇ ਦੀ ਸਟੋਰੀ ਦੱਸਣੀ ਹੈ। ਪਹਿਲਾਂ ਤਾਂ ਮੈਨੂੰ ਮਤਲਬ ਅਮਿਤ ਜੀ ਤੇ ਦਿਖ ਰਹੇ ਨੇ, ਅਮਿਤ ਖੰਨਾ ਵੀ ਦਿਖ ਰਹੇ ਨੇ, ਪਿੱਛੇ ਅਫਗਾਨੀ ਕਬਾਬ ਲਿਖਿਆ ਹੋਇਆ ਹੈ। ਉਹਦੇ ਵੀ ਨਜ਼ਰ ਜਾ ਰਹੀ ਹੈ। ਆਈ ਥਿੰਕ ਇਹ ਕਿਸੇ ਫੰਕਸ਼ਨ ਦੀ ਫੋਟੋ ਹੈ। ਮੈਨੂੰ ਲੱਗਦਾ ਹੈ ਸ਼ਹਿਨशाह ਫਿਲਮ ਦੇ ਟ੍ਰਾਇਲ ਦੀ ਸ਼ਾਇਦ ਉੱਥੇ ਮਿਲੇ ਸੀ ਅਮਿਤ ਜੀ। ਆਫ ਕੋਰਸ the great superstar, exactly। बड़ी fan हाँ मैं उन्हें काम दी and personality दी, बहुत ही कमाल की personality, really मतलब all rounded जेड़े होंदे ने actor and evergreen and everlasting। जब मैं शुरू किया कैरियर, पहली फिल्म पहला शॉट इन्हां नाल सी, हुण तक he is going strong, fantastic, really। ਤੇ ਤੁਹਾਨੂੰ ਯਾਦ ਹੈ ਕਿ ਤੁਸੀਂ ਕੀ ਗੱਲਬਾਤ ਕਰ ਰਹੇ ਸੀ? नहीं वो तो याद नहीं है, बट मैनू लगता है ਉਹਨਾਂ ਦੀ ਫਿਲਮ ਦੀ ਗੱਲ ਕਰ ਰਹੀ ਹਾਂ, ਉਹਨਾਂ ਨੂੰ ਦੱਸ ਰਹੀ ਹਾਂ ਹਾਊ ਫੈਂਟੈਸਟਿਕ ਹੀ ਇਜ਼। ਬਟ ਬੜੀ ਕਿਊਟ ਜੀ ਪਿਕਚਰ ਹੈ। ਕਿੰਨੇ ਐਕਸਾਈਟਡ ਲੱਗ ਰਹੇ ਹੋ। ਨਹੀਂ ਅਮਿਤਾਭ ਜੀ ਜਾ ਰਹੇ ਸਨ ਨੇ ਕਿਹਾ ਤੁਸੀਂ ਕਬਾਬ ਖਾਦੇ ਨਹੀਂ, ਅਫਗਾਨੀ ਕਬਾਬ ਖਾਦੇ ਨਹੀਂ ਕਿ ਨਹੀਂ ਖਾਦੇ? ਐਮ ਆਈ ਹੋਲਡਿੰਗ ਹਿਸ ਹੈਂਡ? ਵੀ ਆਰ ਸ਼ੇਕਿੰਗ ਹੈਂਡਸ। ਨਹੀਂ ਜੀ ਹੋਲਡਿੰਗ ਰੁਕ ਜਾਓ, ਕਬਾਬ ਖਾ ਕੇ ਜਾਓ। ਉਹ ਮੈਂ ਨਹੀਂ ਨੋਟਿਸ ਕੀਤਾ, ਅਫਗਾਨੀ ਕਬਾਬ ਖਾ ਕੇ ਜਾਓ ਤੁਸੀਂ। ਨੈਕਸਟ पिक्चर। ये कौन है? ये दो बच्चे कौन हैं? ये कौन सी फिल्म का है राज जी? पूनम का है? माय गॉड। राजी आपके बाल कुछ अलग थे उस टाइम पे, बहुत सोने लग रहे दोनों जाने। ये पूनम का है। पूनम फिल्म में हरमेश जी, हरमेश मल्होत्रा मेरे बहुत फेवरेट थे एज अ पर्सन, बहुत ही अच्छे ह्यूमन बीइंग। हम लोगों ने 2-3 फिल्में करी हैं। 3 फिल्में करी। मैंने भी 2-3 तीन आपके साथ ही। आपस की बात में भी थे ना? आपस की बात में, पूनम में, और फिर वो अमीरी गरीब, लेकिन मेरे साथ आप नहीं थी उसमें। अमीरी गरीब आई डोंट नो हु इन अमीरी गरीब। मेरे ख्याल से जितेंद्र नहीं, जीतू भाई के साथ। आप पूछिए बात क्या की थी, मुझे तो याद भी नहीं कौन सी फिल्में की। अमीरी गरीब, अमीरी गरीबी ऐसे नाल काफी फिल्में की थी एंड वेरी गुड म्यूजिक। 6-7 फिल्में की थी हरमेश जी की हर फिल्म में। ये फिल्म सी एवरी फिल्म सी पूनम जिससे अन्नू मलिक पहली बार उन्हें ब्रेक मिले। अच्छा। यस। और वो गाना जड़ा सी वो हसीना खोल दरवाजा दिल, हसीना खोल दरवाजा दिल का, और ऐसे आते थे ठोकते रहते थे, जहाँ बैठते थे गाड़ी के ऊपर गाना सुनाते थे। वो गाना बस that was his first film, it was first song recorded। और मैं उस जो कुछ डायलॉग ही बोले, हाँ। कौन है बाबा कौन है, ऐसा कुछ डायलॉग सीखा। बट बहुत ही टैलेंटेड मुंडा है, कमाल, पर इन्ना फोकस, इन्ना डेडिकेटेड टू द पॉइंट के ਤੁਹਾਡੀ मतलब पूरी अटेंशन ਉੱਤੇ ਜਾਂਦਾ है। थोड़ा कई बार ओवरडू कर देंगे ने, पर बहुत ही मेरे साथ बहुत इंटरेस्टिंग वाकया जिस ये गाना बनाया अन्नू मलिक ने ते राजी तो मैं रहना था इतना ग्राउंड फ्लोर ते एक ਥਾਂ ਲਈ ਸੀ ਨਵੇਂ ਗੈਰੇਜ ਦੇ ਵਿੱਚ ਛੋਟਾ ਜਿਹਾ ਇੱਕ ਕਮਰਾ ਇੱਕ ਬਣਾਇਆ ਸੀ ਤੇ ਬਾਥਰੂਮ ਐਕਚੁਅਲੀ ਬਾਹਰ ਦੀ ਸਾਈਡ ਤੇ ਜਿੱਥੇ ਪਾਰਕਿੰਗ ਸੀ ਤੇ ਇਹ मैंने कहा यार मैं नहा रहा हूँ, खोले तो मैंने मैं नहा रहा, तो कहना कोई बात नहीं आप नहाते रहो, मैं गाना सुनाता हूँ। तो ਗੱਡੀ ਦੇ ਉੱਤੇ ਉਹਨੇ ਹੱਥ ਰੱਖ ਕੇ ਗਾਣਾ ਸੁਣਾਉਣਾ ਕੀਤਾ ਤੇ ਮੈਂ ਨਾ ਸ਼ਾਵਰ ਬੰਦ ਕਰਨਾ ਪਿਆ। ਮੈਂ ਕਿਹਾ ਯਾਰ बेचारा सीरियसली सुना रहे, तो ਮੈਨੂੰ गाना बहुत चंगा लगे। तो मैं आया फिर मैं खोलिया, उन्होंने कहा गाना तो बहुत अच्छा है, तो कहना मैं बस मैं जा रहा हूँ हरमेश जी को सुनाने के। मैंने कहा ठीक है भाई, ऑल द बेस्ट। इनफैक्ट अन्नू का ये फेमस था, आपकी गाड़ी बचा के रखो, बिकॉज वो पूरा ठोक ठोक के मेरी नई गाड़ी थी उन डेज में, आई रिमेम्बर। एंड आते ही पूनम जी जस्ट हियर
व्हाट अ सॉन्ग व्हाट अ सॉन्ग और पता नहीं किसकी गाड़ी पे बजा रहा था वो वो तो मेरी में ही बजाया था नहीं मेरे घर के नीचे बट आई थिंक हाँ, बहुत अच्छी मेमोरीज है Yeah. क्योंकि हम लोग इतने मासूम लग रहे हैं ना बहुत राजी सुंदर। दोनों दोनों एकदम भोले बहुत भाले सोने लग रहे हो। मासूम अच्छा ये हम लोगों के लिए ना पहले पब्लिसिटी के लिए फोटोग्राफ ऐसे ही होते थे नेक्स्ट पिक्चर ओह Oh my गेम्स कैप्टन भाई ये इस पे तो बुलाया होगा राजेश खन्ना ने ये मेरी स्कूल की फोटोग्राफ है मैं बहुत स्पोर्टी थी गेम्स का बहुत शौक था आई वाज द गेम्स कैप्टन ऑफ माय स्कूल ਤੇ ਇਹ ਫੋਟੋ ਖਾਸ ਤੌਰ ਤੇ ਮੈਂ ਕਹਾਂਗੀ ਸੈਕਟਰ 9 ਚ ਇੱਕ ਰੋਸ਼ਨ ਸਟੂਡੀਓ ਸੀਗਾ अच्छा ਆਈ ਡੋਨਟ ਨੋ ਹੁਣ ਵੀ ਹੋਏਗਾ ਸ਼ਾਇਦ हाँ ਸਟੂਡੀਓ ਜਾ ਕੇ ਲਿੱਤੀ ਸੀ ਫੋਟੋ ਬਿਕੋਜ਼ ਆਈ ਥਿੰਕ ਸਕੂਲ ਚ ਰਿਕੁਆਇਰਮੈਂਟ ਸੀ ਸਕੂਲ ਦੀ ਮੈਗਜ਼ੀਨ ਜਾਂ ਕਿਸ ਮੈਗਜ਼ੀਨ ਵਾਸਤੇ ਚ ਛਪਦੀਆਂ ਸਨ ਨਾ ਹਾਂ ਕਿਤਾਬਾਂ ਤੇ ਜਾ ਕੇ ਅਸੀਂ ਫੋਟੋ ਲਿੱਤੀ ਐਂਡ ਇਹ ਹੋਣ ਤੋਂ ਬਾਅਦ ਦੋ ਗੁੱਤਾ ਬਣਾ ਕੇ ਜਿਸ ਤਰ੍ਹਾਂ ਸਕੂਲ ਯੂਨੀਫਾਰਮ ਚ ਗਈ ਸੀ ਮੈਂ ਉਹਦੇ ਬਾਅਦ ਰੋਸ਼ਨ ਸਟੂਡੀਓ ਵਾਲੇ ਜਿਹੜੇ ਸੀਗੇ ਫੋਟੋਗ੍ਰਾਫਰ ਬਹੁਤ ਹੀ ਟੈਲੈਂਟਡ ਆਦਮੀ ਆਈ ਥਿੰਕ ਮੇਰੀ ਲਾਈਫ ਦੀਆਂ टॉप बेस्ट फोटोग्राफ्स उन्होंने लितियां ने तो उन्होंने कहा पूनम एक दिन ना कम वेल जस्ट डू सम फोटोज विद यू इनका ऐसे फोटो हाँ नहीं बस ते बिल्कुल विदाउट मेकअप नो लिपस्टिक नो आई मेकअप मस्कारा कुछ नहीं उन्होंने मेरी इन्नियां खूबसूरत फोटोज लितियां ने आई चेरिश देम ओ मैनू लगता है बहुत ही टैलेंटेड फोटोग्राफर सी ये मेरी स्कूल दी है यूनिफॉर्म की फोटो ये मेमोरीज हैं एब्सोल्युटली नेक्स्ट ओह जी ओम जी स्वीट भाई मेरी ज़िंदगी में ओमपुरी का बहुत बड़ा रोल है मैं थे पंजाबी यूनिवर्सिटी पढ़ता था वो ख़त्म करके फिर मैं पंजाब कला मंच आ गया पंजाब कला मंच में काम करता था मतलब अब मैं उथे बकायदा पंजाब कला मंच रिहर्सल रहना चाह पियानी सब नू रिहर्सल से और ਉਹਨੂੰ ਸਟਾਈਪੈਂਡ ਵੀ ਦਿੰਦੇ ਸਨ ਇੱਕ ਮਹੀਨੇ ਦਾ ਮੈਂ ਰਹਿੰਦਾ ਵੀ ਉੱਥੇ ਹੀ ਸਾਂ ਮਿਸ ਤੋਂ ਪਹਿਲਾਂ ਪੁਰੀ ਸਾਹਿਬ ਉੱਥੇ ਕੰਮ ਕਰਦੇ ਸਨ ਸੇਮ ਜੌਬ ਪੁਰੀ ਸਾਹਿਬ ਕਰਦੇ ਸਨ ਅਤੇ ਉੱਥੋਂ NSD ਗਏ ਸਨ ਅਤੇ ਉਹ ਆਏ ਸਨ ਇੱਥੇ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਤੂੰ ਉੱਥੇ ਆ ਦਿੱਲੀ NSD अच्छा तो मैं जी ठीक है तो मैं दिल्ली गया तो दिल्ली गया तो मैं छुट्टियां तो उन्होंने तो कोई घर घुर नहीं सी उत्थे रहिंदे सन ते बंसी कॉल होंदे सन उन्हां दा कमरा बाहर वाला खुलिया होंदा सी उस शेयर रहिंदे सन बाकी होर भी तो मैनूं भी उन्होंने बिठाया तो उन्होंने कहा तू तैयारी कर तो मैंने कुछ उन्होंने स्पीचां कह दित्तियां मैं याद करना शुरू कर दिया मैं कहंदे कि तू आ तू पढ़ दे फॉर्म पढ़ दे मैंने कहा ठीक है दीपक सेठ फिल्म इंस्टीट्यूट पूना च पढ़ रहा सी ਉੱਥੇ ਸਕਾਲਰਸ਼ਿਪ 2-3 ਸਨ ਬਾਕੀ ਸਰ ਆਪਣੇ ਪੈਸੇ ਤੇ ਜਾਣਾ ਸੀ NSD ਦੇ ਵਿੱਚ ਜਿਹੜੇ ਸਨ ਕੋਈ 7 ਜਾਂ 8 ਸਕਾਲਰਸ਼ਿਪ ਸਨ ਤੇ ਉਹਦੀ ਤਿਆਰੀ ਕਰਨੀ ਸੀ ਤੇ ਸਾਡੇ ਵਾਸਤੇ ਤੇ ਸਾਡੇ ਪੈਸੇ ਕੌਣ ਦੇਗਾ ਤੇ ਉਹ ਸਕਾਲਰਸ਼ਿਪ ਵਾਸਤੇ ਤੇ ਫਿਰ ਪੁਰੀ ਸਾਹਿਬ ਨੇ ਮੈਨੂੰ ਕਿਹਾ ਤੂੰ ਮੇਰੇ ਕੋਲ ਆ ਜਾ ਤੂੰ ਤਿਆਰ ਹੋ ਕੇ ਆ ਮੈंने कहा ठीक है जी मैं आ तैयार हो गया फिर आया दिल्ली गया उन्होंने सिखाया फिर मैं किया सो ही इज़ इन माई लाइफ पुरी साहब जिस दिन मैं गया उत्थे टैस्ट देने वास्ते भी उदों भी राती एक रात पहले मैं इन्होंने कुड़ी ठहरिया सा हॉस्टल के कमरे च ही मैं दिता फिर उसके बाद वो सिलेक्ट होया थे मतलब आई कैन से दिस कि पूरी साहब मेरी जिंदगी दे विच एक स्रोत बन के आए बाकी जो भी काम वाम भी करते रहे असी अगे ही इज़ वेरी ग्रेट सोल ईश्वर उन्होंने अच्छी जगह दे ਇਹ ਮੈਨੂੰ ਯਾਦ ਹੈ ਹਮੇਸ਼ਾ ਮੇਰੇ ਨਾਲ ਪੰਜਾਬੀ ਚ ਹੀ ਗੱਲ ਕਰਦੇ ਸੀ अच्छा ਪੰਜਾਬੀ ਚ ਹਮੇਸ਼ਾ ਪੰਜਾਬੀ ਚ ਹੀ ਕਰਦੇ ਜੀ ਸਨ ਹਮੇਸ਼ਾ ਪੰਜਾਬੀ ਚ ਗੱਲ ਕਰਦੇ ਸੀ ਔਰ ਬਹੁਤ ਅਸੀਂ ਤੇ ਬਹੁਤ ਉਹਨਾਂ ਨਾਲ ਟਾਈਮ ਬਿਤਾਇਆ ਬਹੁਤ ਅੱਛਾ ਲੱਗਿਆ आई थिंक बंदे दी सक्सेस पिछे बहुत सारे लोगों का हाथ हुंदा है बिल्कुल जी मेरी पहली फिल्म चंद परदेसी सी उसी इन्हां दी भी ऑलमोस्ट पहली फिल्म सी पहली सी इन्हां दी फिर उसके बाद जो भी मैं अपनी फिल्मां बनाईयां जो प्रोड्यूस कीतियां उस ओम जी डेफिनेटली होंदे सी पर ਇਹਨਾਂ ਨੇ ਹੀ ਵਾਸ ਵਨ ਆਫ ਦਾ ਫਰਸਟ ਐਕਟਰਸ ਜਿਹੜੇ ਇੰਟਰਨੈਸ਼ਨਲ ਸਕਸੈਸ ਪਾਇਆ ਉਹਨਾਂ ਨੇ ਸਿਟੀ ਆਫ ਜੋਏ ਔਰ ਕਿੰਨੀਆਂ ਹੋਰ ਉਹਨਾਂ ਨੇ ਪ੍ਰੋਜੈਕਟਸ ਕੀਤੇ मतलब he was a real actor ਇੰਟਰਨੈਸ਼ਨਲ ਲੈਵਲ ਦੇ from ਐਕਟਰ Bombay ਸੀਗੇ ਜਿਹੜੇ ਉੱਥੇ ਗਏ बा कमाल एक्टर
God bless you. थैंक यू सो मच राज जी, थैंक यू जीते रहो, खुश रहो, बहुत मजा आया। ਮੈਨੂੰ ਬਹੁਤ ਮਜ਼ਾ ਆਇਆ ਤੁਹਾਡੇ ਦੋਵਾਂ ਨਾਲ ਗੱਲਬਾਤ ਕਰਕੇ। ਥੈਂਕ ਯੂ ਫॉर ਕਮਿੰਗ। ਔਰ ਜਾਣ ਤੋਂ ਪਹਿਲਾਂ ਅਸੀਂ ਸਭ ਨੂੰ ਕਹਾਂਗੇ 11 ਮਾਰਚ ਨੂੰ ਕਿੱਥੇ ਦੇਖਣਗੇ ਸਾਡੀ ਫਿਲਮ? ਚੌਪਾਲ OTT ਪਲੇਟਫਾਰਮ ਤੇ। ਥੈਂਕ ਯੂ ਸੋ ਮਚ, ਥੈਂਕ ਯੂ ਐਵਰੀਬਾਡੀ। ਤੁਸੀਂ ਲੋਕਾਂ ਨੇ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ, ਲੇਕਿਨ ਦੇਖੋ ਇਸ ਦਾ ਸਾਨੂੰ ਥੋੜਾ ਮੁਆਵਜ਼ਾ ਦੇ ਦੇਣਾ ਨਾ, ਸਾਨੂੰ ਫੀਸ ਦੇ ਦੇਣਾ, ਸਮਝ ਲਓ ਕਿ ਸਾਡੀ ਫਿਲਮ ਵੇਖ ਲੈਣਾ ਔਰ ਜ਼ਰੂਰ ਵੇਖਣਾ ਔਰ ਸਾਰੇ ਸਾਥੀਆਂ ਨੂੰ ਵੀ ਕਹਿਣਾ ਔਰ ਚੰਗੀ ਲੱਗੇ ਤੇ ਜ਼ਰੂਰ ਸਾਡੇ ਤੱਕ ਖਬਰ ਪਹੁੰਚਾ ਦੇਣਾ ਕਿ ਪੂਨਮ ਜੀ ਰਾਜ ਬੱਬਰ ਤੂੰ ਚੰਗਾ ਕੰਮ ਕੀਤਾ ਤੇ ਸ਼ਾਇਦ ਪ੍ਰੋਡਿਊਸਰ ਸਾਨੂੰ ਹੋਰ ਕੰਮ ਦੇ ਦੇ। ਬਿਲਕੁਲ, ਥੈਂਕ ਯੂ ਸੋ ਮਚ ਐਂਡ ਥੈਂਕ ਯੂ ਫॉर ਵਾਚਿੰਗ आवर शो। सब पता है। सत श्री अकाल। ਆਪਣੀਆਂ ਫੇਵਰਿਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਵੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ official YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।